ठीक है जी। सो देखो वैक्टर फॉर्म ਦੇ ਵਿੱਚ ਕੂਲੰਬਸ ਲਾ ਕੀ ਹੈ ਬੇਸਿਕਲੀ ਤਾਂ ਆਪਾਂ ਨਾਰਮਲੀ ਕੂਲੰਬਸ ਲਾ ਕੀਤਾ ਆਪਾਂ ਫੋਰਸ ਦੇ ਮੈਗਨੀਟਿਊਡ ਦੀ ਗੱਲ ਕਰਦੇ ਸੀ ਵੈਕਟਰ ਫਾਰਮ ਵਿੱਚ ਅਸੀਂ ਉਹਦੀ ਡਾਇਰੈਕਸ਼ਨ v ਨਾਲ ਦੱਸਣੀ ਹੈ ਤੇ ਡਾਇਰੈਕਸ਼ਨ ਦੱਸਣ ਦੇ ਕਈ ਤਰੀਕੇ ਹੋ ਸਕਦੇ ਨੇ ਨਾ ਜਿਵੇਂ ਕਹਿੰਦਾ ਮਤਲਬ ਕੋਈ ਕਹਿ ਦੇਵੇ ਕਿ ਵੀ ਐ ਵੀ ਦੱਸ ਦੇਵੇ ਕੋਈ ਆ ਨਾਰਥ ਹੈ ਈਸਟ ਹੈ ਇਹ ਵੈਸਟ ਹੈ ਤੇ ਇਹ ਸਾਊਥ ਹੈ ठीक है क्योंकि मैं ਤੁਹਾਨੂੰ समझा रहा गल ਨੂੰ ਧਿਆਨ ਨਾਲ ਸਮਝੋ कि मान लो Q1 पॉजिटिव चार्ज है Q2 पॉजिटिव चार्ज है ਹੁਣ ਕੋਈ ਬੰਦਾ ਕਹੇ ਕਿ Q1 ਚਾਰਜ ਤੇ Q2 ਤੋਂ ਕਰਕੇ ਜਿਹੜਾ ਫੋਰਸ ਲੱਗ ਰਿਹਾ ਹੈ ਨਾ ਉਹਦਾ ਮੈਗਨੀਟਿਊਡ ਤਾਂ ਉਹ ਆ ਲਿਖ ਦੂਗਾ ਵੀ 1/4 ਪਾਈ ਐਪਸਿਲਨ ਨਾਟ Q1 Q2 by r square where r is the distance between them ਨਾਲ ਇੱਥੇ ਲਿਖ ਦੇਵੇ towards west ਬਣਦੀ ਹੈ ਨਾ ਗੱਲ ਇਹ ਵੀ ਹੈ ਨਾ ਇਹ ਹੈਗਾ ਫੋਰਸ ਔਨ 1 due to 2 ਸਿੰਪਲ ਜੀ ਗੱਲ ਹੈ ਤੇ ਜੇ ਫੋਰਸ ਔਨ 2 ਡਿਊ ਟੂ 1 ਹੋਵੇ F21 ਤਾਂ ਕੀ ਲਿਖੂਗਾ ਉਹ ਮੈਗਨੀਟਿਊਡ ਤਾਂ ਆਹੀ ਲਿਖੂਗਾ ਨਾ ਬਿਲਕੁਲ ਸੇਮ ਇੱਥੇ ਕੀ ਲਿਖੂਗਾ ਟੁਵਾਰਡਸ ਈਸਟ ਲਿਖ ਦੂਗਾ ਹੁਣ ਮੈਂ ਉਹੀ ਗੱਲ ਕਹਿ ਰਿਹਾ ਕਿ ਇਸ ਤਰ੍ਹਾਂ ਦਾ ਡਾਇਰੈਕਸ਼ਨ ਦੱਸਣ ਦਾ ਤਾਂ ਐਵੇਂ ਨਾਲ ਡਾਇਰੈਕਸ਼ਨ ਦੱਸਦਾ ਤਾਂ ਹੁਣ ਇਹਨੂੰ ਕੋਈ ਕੂਲਮਸ ਲਾਈਨ ਵੈਕਟਰ ਫਾਰਮ ਕਹਿਣ ਲੱਗ ਜਵੇ ਤੇ ਹੁਣ ਉਹ ਗਲਤ ਵੀ ਨਹੀਂ ਹੈਗਾ ਉਹ ਕਹੂਗਾ ਮੈਂ ਲੈ ਡਾਇਰੈਕਸ਼ਨ ਵੀ ਦੱਸਦੀ ਮੈਗਨੀਟਿਊਡ ਵੀ ਦੱਸਦਾ ਤਾਂ ਕੂਲਮਸ ਲਾਈਨ ਵੈਕਟਰ ਫਾਰਮ ਹੀ ਹੈ ਪਰ ਸਾਡਾ ਮਤਲਬ ਇਹ ਨਹੀਂ ਹੈਗਾ ਸਾਡਾ ਮਤਲਬ ਇਹ ਆ ਕਿ ਜੇ ਵੈਕਟਰ ਫਾਰਮ ਦੇ ਵਿੱਚ ਸਾਨੂੰ ਪੋਜੀਸ਼ਨ ਵੈਕਟਰ ਪਤਾ ਹੋਣ ਕਿਸੇ ਵੀ ਦੋ ਚਾਰजेस ਦੇ ਤਾਂ ਅਸੀਂ ਇਹੀ ਗੱਲ ਕਿਵੇਂ ਲਿਖਾਂਗੇ ਤਾਂ ਉੱਥੇ ਸਾਨੂੰ ਕੀ ਪਤਾ ਲੱਗੇਗਾ ਸਾਨੂੰ ਆ ਟੁਵਾਰਡਸ ਵੈਸਟ ਜਾਂ ਟੁਵਾਰਡਸ ਈਸਟ ਦੀ ਬਜਾਏ ਇਹਨਾਂ ਦੇ ਪੋਜੀਸ਼ਨ ਵੈਕਟਰਸ ਤੋਂ ਹੀ ਇਸ ਡਾਇਰੈਕਸ਼ਨ ਦੇ ਯੂਨਿਟ ਵੈਕਟਰ ਕੱਢ ਕੇ ਇੱਥੇ ਲਿਖਣੇ ਪੈਣਗੇ ਤੇ ਤੁਹਾਨੂੰ ਮੈਂ ਪਿਛਲੀ ਵਾਰ ਕਿਉਂਕਿ ਕਰਵਾਇਆ ਵੀ ਸੀਗਾ ਐਂਡ ਵਿੱਚ ਸੋ ਇਸ ਲਈ ਮੈਂ ਉਸ ਗੱਲ ਨੂੰ ਉਸੇ ਡਿਟੇਲ 'ਚ ਲੈ ਕੇ ਜਾ ਰਿਹਾ ਦੁਬਾਰਾ ਦੇਖੋ ਕਿਵੇਂ ਜਿਵੇਂ ਕਿ ਪਹਿਲੀ ਗੱਲ ਤਾਂ ਅਸੀਂ ਇੱਕ ਫਰੇਮ 'ਚ ਰੱਖਾਂਗੇ XY ਐਕਸਿਸ ਮੰਨ ਲਓ ਇਹ Z ਐਕਸਿਸ ਵੀ ਹੈਗੀ ਹੈ ਮੰਨ ਲਓ ਪਰ Z ਐਕਸਿਸ ਮੈਂ ਦਿਖਾ ਨਹੀਂ ਰਿਹਾ ਸੋ ਤੁਸੀਂ ਇਹ ਸਾਰੀਆਂ ਗੱਲਾਂ ਸਪੇਸ 'ਚ ਇਮੇਜਿਨ ਕਰ ਸਕਦੇ ਹੋ ਠੀਕ ਹੈ ਆ ਨਾਰਮਲੀ ਆਪਣੀ X ਐਕਸਿਸ ਹੈ ਇਹ Y ਐਕਸਿਸ ਹੈ ਤੇ ਇੱਥੇ ਦਿਖਾਈ ਦੋ ਚਾਹੇ ਚਲੋ ਆ Z ਐਕਸਿਸ ਹੈ ਠੀਕ ਹੈ ਸਭ ਕੁਝ ਹੈਗਾ ਤੇ ਇੱਥੇ ਕੋਈ ਚਾਰਜ ਪਿਆ ਇੱਥੇ ਇਹ ਚਾਰਜ ਹੈਗਾ ਮੰਨ ਲਓ Q1 ਤੇ ਆਪਾਂ ਪੋਜ਼ਿਟਿਵ ਮੰਨ ਕੇ ਚੱਲਦੇ ਜਦ ਤੱਕ ਕੁਝ ਹੋਰ ਨਾ ਦਿੱਤਾ ਹੋਵੇ ਨਾਲ ਦੱਸਿਆ ਨਹੀਂ ਤਾਂ Q2 दो चार्ज पे ने दोनों चार्जेस पे ने जो दोनों चार्जेस दी सानू पोजीशन पता है कहने का पोजीशन वेक्टर पता है हुण दोनों एक गल तो सिंपली पता है ना कि जे किसी दी पोजीशन होवे मान लो 2 3 -1 ਤਾਂ ਉਹਦਾ ਪੋਜੀਸ਼ਨ ਵੈਕਟਰ ਕੀ ਹੁੰਦਾ ਹੈ 2i ਕੈਪ + 3j ਕੈਪ - k ਕੈਪ ਇਹ ਤੁਹਾਨੂੰ ਕਰਵਾਇਆ ਹੈ ਮੈਂ ਜਦੋਂ ਆਪਾਂ ਕਰਦੇ ਸੀ ਵੈਕਟਰਸ ਚੰਗੀ ਤਰ੍ਹਾਂ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਸੀ ਆਪਾਂ ਸੋ ਇੱਥੇ ਜਿਹੜਾ Q1 ਹੈਗਾ ਇਹ ਕਿਸੇ ਪੋਜੀਸ਼ਨ ਤੇ ਹੋਊਗਾ ਨਾ ਮੰਨ ਲਓ ਇਹਦੀ ਜਿਹੜੀ ਪੋਜੀਸ਼ਨ ਹੈਗੀ ਮੰਨ ਲਓ ਹੈਗੀ x1 y1 z1 ਜਸਟ ਆਪਾਂ ਸਮਝ ਕੇ ਚੱਲ ਸਕਦੇ ਹਾਂ ਕਿ ਕੋਈ ਵੀ x1 y1 z1 Q2 ਦੀ ਪੋਜੀਸ਼ਨ ਵੀ ਹੋਏਗੀ x2 y2 z2 ਤੇ ਇਹਨਾਂ ਦੇ ਪੋਜੀਸ਼ਨ ਵੈਕਟਰਸ ਸਾਨੂੰ ਗਿਵਨ ਨੇ ਸੋ ਸਾਨੂੰ ਜੋ ਗਿਵਨ ਹੈ ਆਪਾਂ ਉਹਨੂੰ ਬਣਾ ਲਈਏ ਪਹਿਲਾਂ ਇੱਕ ਤਾਂ ਪੋਜੀਸ਼ਨ ਵੈਕਟਰ ਗਿਵਨ ਹੈਗਾ ਸਾਨੂੰ Q1 ਦਾ ਆਹ ਵਾਲਾ ਠੀਕ ਹੈ ਇੱਕ Q2 ਦਾ ਪੋਜੀਸ਼ਨ ਵੈਕਟਰ ਗਿਵਨ ਹੈਗਾ ਆਪਾਂ ਨੂੰ ਆਹ ਵਾਲਾ ਤੇ ਪੋਜੀਸ਼ਨ ਵੈਕਟਰਸ ਨੂੰ ਲਿਖਣਾ ਤੁਹਾਨੂੰ ਆਂਦਾ ਹੀ ਹੈ ਇਹਨਾਂ ਦਾ ਨਾਮ ਰੱਖ ਦਿੰਦੇ ਆਪਾਂ ਵੈਕਟਰ ਦੇ ਫਾਰਮ ਇਹਦਾ ਨਾਮ ਰੱਖ ਦਿੰਦੇ ਆ R1 ਵੈਕਟਰ ਇਹਦਾ ਨਾਮ ਰੱਖ ਦਿੰਦੇ ਆ R2 ਵੈਕਟਰ ਜਦਕਿ ਤੁਹਾਨੂੰ ਹੁਣ ਇਹ ਗੱਲ ਪਤਾ ਹੀ ਹੈ ਕਿ ਜਿਹੜਾ ਤੁਹਾਡਾ R1 ਵੈਕਟਰ ਹੋਏਗਾ ਉਹ ਕੀ ਹੋਏਗਾ ਉਹ ਹੋਏਗਾ x1 ਟਾਈਮਸ i ਕੈਪ y1 ਟਾਈਮਸ j ਕੈਪ and z1 times k cap ਹੁਣ ਇਹਨਾਂ ਚ ਕੋਈ ਨੈਗੇਟਿਵ ਵੀ ਹੋ ਸਕਦਾ ਹੈ ਪਤਾ ਨਹੀਂ ਕੌਣ ਨੈਗੇਟਿਵ 2 3 -1 ਜਿਵੇਂ ਕੁਝ ਵੀ ਹੋ ਸਕਦਾ ਹੈ ਤੇ R2 ਵੈਕਟਰ ਵੀ ਤੁਹਾਨੂੰ ਪਤਾ ਹੈ R2 ਵੈਕਟਰ ਕੀ ਹੈ x2 times i cap y2 times j cap and z2 times k cap ਇਹ ਸਾਨੂੰ ਪੋਜੀਸ਼ਨ ਵੈਕਟਰਸ ਗਿਵਨ ਨੇ ਇਹ ਹੈਗਾ Q1 ਚਾਰਜ ਦਾ ਪੋਜੀਸ਼ਨ ਵੈਕਟਰ ਇਹ ਹੈਗਾ Q2 ਚਾਰਜ ਦਾ ਪੋਜੀਸ਼ਨ ਵੈਕਟਰ ਠੀਕ ਹੈ ਇਹ ਇੱਥੇ ਪਏ ਹੋਏ ਨੇ ਹੁਣ ਮੈਨੂੰ ਕੋਈ ਪੁੱਛ ਰਿਹਾ ਕਿ ਹੁਣ ਦੱਸੋ ਕਿ ਦੋਨਾਂ ਚ ਫੋਰਸ ਕੀ ਹੈ ਮੈਂ ਕਹਿੰਦਾ ਦੇਖੋ ਫੋਰਸ ਦਾ ਮੈਗਨੀਟਿਊਡ ਦੱਸਣਾ ਪੈਣਾ ਤੇ ਡਾਇਰੈਕਸ਼ਨ ਦੱਸਣੀ ਪੈਣੀ ਹੈ ਤਾਂ ਆਪਾਂ ਕੀ ਕਰਦੇ ਆ ਆਪਾਂ ਪਹਿਲਾਂ F12 ਦੱਸਦੇ ਆ F12 ਕੀ ਹੈ F12 ਨੂੰ ਆਪਾਂ ਨਾਲ ਨੋਟੇਸ਼ਨ ਨੂੰ ਨਾਲ ਮੈਂਸ਼ਨ ਕਰਦੇ ਆ F12 ਕੀ ਹੈਗਾ ਫੋਰਸ ਔਨ ਚਾਰਜ Q1 ਡਿਊ ਟੂ Q2 ਹੁਣ ਤੁਸੀਂ ਦੱਸੋ Q1 ਨੂੰ Q2 ਕਰਕੇ ਜਿਹੜਾ ਫੋਰਸ ਲੱਗੇਗਾ ਉਹ ਕਿਸ ਡਾਇਰੈਕਸ਼ਨ ਚ ਲੱਗੇਗਾ ਤੁਸੀਂ ਸਮਝ ਸਕਦੇ ਹੋ ਆਪਣੇ ਆਪ ਵੀ Q1 ਨੂੰ Q2 ਆ ਇਹਨੂੰ ਜੋੜਨ ਵਾਲੀ ਲਾਈਨ ਦੇ ਅਲੋਂਗ ਰਿਪਲਸਿਵ ਫੋਰਸ ਇਧਰ ਨੂੰ ਲੱਗੇਗਾ ਹਨਾ ਆਹ ਵਾਲਾ ਫੋਰਸ ਜਿਹੜਾ ਹੈ ਆਪਣਾ ਆਹ ਵਾਲਾ ਫੋਰਸ ਹੈ ਜਿਹੜਾ F12 ਹੈ ਜਿਹਨੂੰ ਮੈਂ ਕੈਲਕੂਲੇਟ ਕਰਨ ਜਾ ਰਿਹਾ ਇਸ ਫੋਰਸ ਨੂੰ ਲਿਖਣ ਲਈ ਇਹਦਾ ਮੈਗਨੀਟਿਊਡ ਤੇ ਇਹਦੀ ਡਾਇਰੈਕਸ਼ਨ ਲਿਖਣੀ ਹੈ ਬਸ ਕਹਿੰਦਾ ਭਾਵੇਂ ਇਹ ਹੈ ਕਿ ਜੇ ਮੈਂ ਇਹਨੂੰ ਇਹਦਾ ਮੈਗਨੀਟਿਊਡ ਲਿਖਣਾ ਆ ਜਾਵੇ
इन्हां दी फॉर्म च, इन्हां दी पोजीशन वेक्टर दी फॉर्म च लिखना। और कोई जानकारी दित्ती नहीं है। नॉर्थ ईस्ट वैस्ट साउथ चलना नहीं है, तो दूजी पासे इहदी डायरैक्शन मैं दसना आ जाए मैनूं, तां मैं कर लूँगा, मैं ये वैक्टर फॉर्म हो जाएगा। पर डायरैक्शन दस्सण दे लई तुहाडे कोल कोई चारा है ही नहीं, अगे पिछे कोई पॉइंट नहीं है, बस आ 2 पॉइंट है। तो तुसीं सोच के देखो सारे जने कि इहदा फोर्स की डायरैक्शन की यही वाली डायरैक्शन नहीं है। देखो इधरों Q2 तो Q1 वाले पासे नूं जे आ डिस्टेंस मेजर करांगे आपां, बिल्कुल इहदे पैरेलल ही तो है फोर्स। देखो ठीक है, ये वाला तो आप डिस्टेंस लिए भी इनू यूज करांगे। पर आ वाला वैक्टर जो ग्रीन कलर का मैं लिखा होनी बनाया, ये बनेगा कि ये बनेगा, देखो ये बनेगा R1 वैक्टर माइनस R2 वैक्टर। जिवें आपां दो इनिशियल ते फाइनल पोजीशन दे विच डिस्प्लेसमेंट वैक्टर नहीं लिखते सी, बिल्कुल वही तो है R1 वैक्टर माइनस R2 वैक्टर। सो इनू यूज करके आपां वैक्टर फॉर्म चों लिख सकते हैं। किवें लिख सकते हैं, देखो थोड़ा होर इनू आपां जो करिए, आ देखो हुण जे मैं गल करा F12 की, तो F12 लिए मैनूं की लिखना पैना, उहदा मैग्नीट्यूड लिखना पैना ते डायरैक्शन लिखनी पैनी है ना। ते डायरैक्शन जिथे जिहड़ी लोड पैनी, बहुत ध्यान नाल नोट करो कि मैं कित्थे किहड़ी गल नूं किवें यूज कर रहा। हुण मैग्नीट्यूड लिखण लई तां बहुत सौखा काम है, पहले ही कर चुके 1/4 पाई एप्सिलॉन नॉट है ना, या K लिख लो Q1 Q2 डिवाइड बाय। इत्थे ही प्रॉब्लम आ कि डिस्टेंस किवें लिखीए। तो डिस्टेंस फार्मूला वैसे तुहानूं पता ही है ना। देखो ये डिस्टेंस फार्मूला लगना है R2 R1 माइनस R2 का। जो मैं गल करूंगा मैग्नीट्यूड की, तो R1 वैक्टर माइनस R2 वैक्टर जिहड़ा आ ਉਹਦਾ ਜਿਹੜੇ ਮੋਡ ਕਰੂੰਗਾ मैग्नीट्यूड ਦਾ, ਉਹੀ ਤਾਂ ਆਏਗੀ ਨਾ ਲੈਂਥ ਦੇ ਵਿੱਚ। ਤੇ ਇਹਨੂੰ ਬਹੁਤ ਧਿਆਨ ਨਾਲ ਸਮਝੋ ਕੀ ਚੀਜ਼ ਬਣੇਗੀ। R1 माइनस R2 ਵੈਕਟਰ ਵੈਸੇ ਆ ਬਣੇਗਾ X1 माइनस Y1 I कैप है ना, फिर आएगा X2 माइनस Y2 J कैप, फिर आएगा X3 माइनस Y3 K कैप। ਤੇ ਇਹਦਾ ਵੈਕਟਰ ਦਾ ਮੈਗਨੀਟਿਊਡ, ਤੇ ਮੈਗਨੀਟਿਊਡ ਕੱਢਣਾ ਤੁਹਾਨੂੰ ਸਿਖਾਇਆ ਸਾਰਿਆਂ ਨੂੰ। ਕੀ ਹੁੰਦਾ ਮੈਗਨੀਟਿਊਡ? I कैप ਦੇ ਕੋਐਫੀਸ਼ੀਐਂਟ ਦਾ ਹੋਲ ਸਕੁਅਰ, J कैप ਦੇ ਕੋਐਫੀਸ਼ੀਐਂਟ ਦਾ ਹੋਲ ਸਕੁਅਰ ਐਂਡ K कैप ਦਾ ਕੋਐਫੀਸ਼ੀਐਂਟ ਦਾ ਹੋਲ ਸਕੁਅਰ। ਤੇ ਬੇਸਿਕਲੀ ਆ ਕੀ ਆ ਡਿਸਟੈਂਸ ਫਾਰਮੂਲਾ ਨਹੀਂ ਹੈਗਾ। ਦੇਖੋ ਇਹ इसलिए वैक्टर्स बेसिकली ज्योमेट्री के नाल नाल चलते हैं, समझो तो डिस्टेंस फार्मूला ही तो है। ते आपां इसको इस दे नाल रिप्रेजेंट कर रहे हैं बस। तो आपां इत्थे लिख दांगे R1 वेक्टर माइनस R2 वेक्टर दे मॉडुलस दा मॉड लिखना थे, ब्रैकेट में लिखनी स्क्वायर। आ गया अपना मैग्नीट्यूड। ठीक है, हुण आ रही है डायरेक्शन की गल। डायरेक्शन किवें दसी जावे, बहुत ध्यान नाल समझो डायरेक्शन, क्योंकि इसी वेक्टर की डायरेक्शन च है ना। आ तां वेक्टर आपको पता लग चुका है। ਇਹਦੀ डायरेक्शन च ਜਿਹੜਾ यूनिट वैक्टर होएगा, यूनिट वैक्टर चाहिए सानू, यूनिट वैक्टर जिवें सिर्फ यूनिट लेंथ का वैक्टर चाहिए इस डायरेक्शन। तो यूनिट वैक्टर किवें मिलूगा? यूनिट वैक्टर किवें मिलूगा? आ देखो इसी वैक्टर नू ਅਸੀਂ ਲਿਖਾਂਗੇ R1 वैक्टर माइनस R2 वैक्टर इन ब्रैकेट। ठीक है, ब्रैकेट पता डिवाइडेड बाय, ब्रैकेट ना भी पाओ अंडरस्टूड ये गल। ਇਹਦਾ मैग्नीट्यूड आ की कीता मैं, आ डायरेक्शन दे ਲਈ यूनिट वैक्टर लिखिया ਆਪਾਂ। यूनिट वैक्टर जिहड़ा सिर्फ डायरेक्शन दसदा है, ये यूनिट वैक्टर है इन द डायरेक्शन ऑफ फोर्स। तो इन्हां दोनों चीज़ों को इकट्ठियां करके भी लिख सकते हैं। इकट्ठियां करके किवें लिख सकते हैं? फिर असं लिखते हैं 1/4 पाई एप्सिलॉन नॉट Q1 Q2 डिवाइडेड बाय R1 वैक्टर माइनस R2 वैक्टर मॉड्यूलस दा की आ जाऊगा क्यूब आ जाता। मॉड भी इधर एडजस्ट कर दिंदे असीं ते इहनूं ऐ लिख दिंदे किताबां च। ਉਹਦੇ ਕਰਕੇ ਬੱਚਿਆਂ ਨੂੰ ਲੱਗਦਾ ਕਿ ਲੈ ਵੀ ਵੈਕਟਰ ਫਾਰਮ ਦੇ ਵਿੱਚ ਨਾ ਡਿਸਟੈਂਸ ਦਾ ਕਿਊਬ ਆਉਂਦਾ ਆ ਤੇ ਸਕੇਲਰ ਫਾਰਮ ਚ ਸਕੁਅਰ ਆਉਂਦਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕਿਉਂਕਿ ਇਹਦੇ ਵਿੱਚ ਹਲੇ R1 - R2 ਜਿਹੜਾ ਉੱਪਰ ਪਿਆ ਹੈ ਨਾ, ਆ ਵਾਲਾ ਵੈਕਟਰ, ਇਹਦੇ ਮੈਗਨੀਟਿਊਡ ਇਹਦੇ ਨਾਲ ਲੱਗ ਕੇ ਤਾਂ ਯੂਨਿਟ ਵੈਕਟਰ ਬਣਾ ਦੇਣਾ, ਤਾਂ ਮੈਗਨੀਟਿਊਡ ਦਾ ਸਕੁਅਰ ਹੀ ਆ ਰਿਹਾ ਹਲੇ ਵੀ। ਸੋ ਆ ਆਪਣਾ ਜਿਹੜਾ ਫੋਰਸ ਹੈ ਔਨ 1 ਡਿਊ ਟੂ 2। तो ਇਸ ਨੂੰ ਆਪਾਂ ਕਹਿੰਦੇ ਆ ਕੂਲਮਜ਼ ਲਾਈਨ ਵੈਕਟਰ ਫਾਰਮ। ਤੇ ਜੇ ਮੈਂ ਇਸੇ ਨੂੰ सिमिलरली जे मैं इस चार्ज पे करूंगा तो इधर ਨੂੰ आएगा, तो डिस्टेंस भी आप इधर ਨੂੰ ले लवांगे ताकि यूनिट वेक्टर लिख सकिए। तो आप F21 ਨੂੰ ਕਿਵੇਂ ਲਿਖ ਦਿੰਦੇ ਆ? F21 वेक्टर इज इक्वल 1/4 पाई एप्सिलॉन नॉट Q1 Q2। फिर आप R2 वेक्टर पहला लिख दिंदे आ, R1 वेक्टर बाद लिख दिंदे आ मॉड दा क्यूब ते R2 माइनस R1 वेक्टर। बस हाँ जी गुरांश।
ਇਹ ਜਿਹੜਾ ਡਿਸਟੈਂਸ ਫਾਰਮੂਲਾ ਦੇ ਉੱਪਰ ਯੂਨਿਟਸ ਲਿਖਿਆ x1 x2 ਐਂਡ x3 ਸਰ ਇਹ ਕਿਹੜੇ ਯੂਨਿਟਸ ਤੁਸੀਂ ਮੈਂਸ਼ਨ ਕਰਦੇ ਪਏ ਕਿਹੜਾ x2 ਤੁਸੀਂ ਆ ਉੱਪਰ √x1 - y1 ਦਾ ਸਕੁਆਇਰ ਪਲੱਸ ਹਾਂ ਸਰ ਇਹ x1 x2 x3 ਕਿਹੜੇ ਯੂਨਿਟਸ ਆ ਯੂਨਿਟਸ ਕੀ ਹੈ ਇਹ ਤਾਂ ਕੋਆਰਡੀਨੇਟਸ ਨੇ ਨਾ ਉਹ ਪੁਆਇੰਟ ਦੇ ਆ ਦੇਖ ਪਿੱਛੇ ਲਿਖਿਆ ਤਾਂ ਹੈ ਆ ਦੇ x y z ਨੇ ਨਾ ਸਰ ਹਾਂ x y z ਨੇ ਹਾਂਜੀ ਫਿਰ ਤੁਸੀਂ ਉੱਥੇ x1 x2 x3 ਲਿਖਿਆ ਹੈ ਨਹੀਂ x1 x ਲਿਖਿਆ ਤਾਂ ਹੈ ਇੱਥੇ ਵੀ x1 y1 z1 ਦੂਜੇ ਦਾ x2 y2 z2 ਸਰ ਇੱਥੇ x1 x y z ਨੇ ਉੱਥੇ x y ਆ ਬਸ ਕਰਦੇ ਉਹ ਮਤਲਬ ਉਸ ਕਿੱਦਾਂ ਤੁਸੀਂ ਲਿਖਦੇ ਪਏ ਹੋ ਸਮਝਾਇਓ ਕਿੱਥੇ x y ਇਹ ਗੱਲਾਂ z ਵੀ ਤਾਂ ਹੈ ਨਾਲ ਆ ਅੱਛਾ ਇੱਥੇ z ਆਣਾ ਸੀ ਨਾ x ਹਾਂਜੀ z3 ਆਣਾ ਸੀ ਬਸ ਠੀਕ ਹੈ ਇੱਥੇ z3 ਬਸ ਠੀਕ ਹੈ ਹਾਂਜੀ ठीक है ये डिस्टेंस फॉर्मूला वही बन गया फिर और तीन मतलब दो पॉइंट्स भी डिस्टेंस लिखा है बस सो आई नु कहते हैं वेक्टर फॉर्म कूलम्ब लाइन वेक्टर फॉर्म जे पूछे जावे तो आ ਹੁੰਦਾ है ਆਪਾਂ ਲਿਖਣਾ ਹੁੰਦਾ ਜਿਹੜਾ f12 ਤੇ f21 अच्छा ਹੁਣ ਜਿਵੇਂ ਕੁਐਸਚਨ ਕਰਦੇ ਆਂ ਆਪਾਂ ਇੱਕ ਮੰਨ ਲਓ ਠੀਕ ਹੈ ਕੁਐਸਚਨ ਦੇਖੋ ਕਹਿੰਦਾ two charges of 10 microcoulomb and -6 microcoulomb are placed at 147 position 147 and -203 respectively ठीक है आप आ दो चार्ज ले इन्हां नु आ वाली पोजीशन पे रखना ठीक है फाइंड फोर्स बिटवीन टू चार्जेस ठीक है along with direction आप डायरेक्शन दे नाल दसना है फोर्स सॉल्यूशन ਹੁਣ ਇੱਥੇ ਤੁਸੀਂ ਸੋਚ ਕੇ ਦੇਖੋ ਕਿਵੇਂ ਕਰਨਾ ਹੈ ਉਹ ਚਾਰजेस ਵੀ ਗਿਵਨ ਨੇ ਇੱਥੇ ਬਸ ਯਾਨੀ ਸਮਝ ਲਓ ਇੱਥੇ ਮੰਨ ਲਓ q1 ਚਾਰਜ ਜਿਹੜਾ ਹੈਗਾ ਉਹ ਹੈਗਾ 10 ਮਾਈਕਰੋਕੂਲਮ q2 ਚਾਰਜ ਜੋ ਹੈ ਉਹ ਹੈਗਾ ਮੰਨ ਲਓ -6 ਮਾਈਕਰੋਕੂਲਮ ਠੀਕ ਹੈ ਇੱਥੇ ਯਾਦ ਰੱਖਿਓ ਇੱਥੇ ਜੋ ਵੈਕਟਰ ਫਾਰਮ ਚ ਕਰਦੇ ਹੋ ਨਾ ਤਾਂ q1 q2 ਨੂੰ ਉਹਦੇ ਸਾਈਨ ਦੇ ਨਾਲ ਲਿਖਣਾ ਹੈ ਜੇ q1 q2 दोनों पॉजिटिव है या दोनों नेगेटिव है या एक पॉजिटिव नहीं है तो पॉजिटिव ਨੂੰ पॉजिटिव लिखना नेगेटिव नेगेटिव फिर नेगेटिव इधर जाके डायरेक्शन ਨੂੰ ਆਪਣੇ ਆਪ ਚੇਂਜ ਕਰ ਦੇਗਾ ਫਿਰ ਤੇ r1 ਵੈਕਟਰ ਕੀ ਹੈ r1 ਕੀ ਹੈ ਦੱਸੋ i cap plus 4j cap plus 7k cap नहीं है ਤੇ r2 ਹਾਂਜੀ ਸਰ -2i cap plus 0j cap plus 3k cap है देखो तो फिर f12 ਕੱਢ ਲਓ ਫਿਰ f12 ਕਿਹਦੇ ਬਰਾਬਰ ਆਏਗਾ 1/4 pi epsilon naught ਆਏਗਾ ਪਹਿਲਾਂ ਉਹਦੀ ਵੈਲਿਊ ਲਿਖ ਦੇਣਾ ਸਿੱਧਾ ਹੀ है ना फिर q1 कितना 10 माइक्रो कूलम है आ जाएगा कूलम कूलम ਵਿੱਚ ਲਿਖਿਆ फिर -6 माइक्रो कूलम -6 भी नाल ही आएगा -6 आ q1 q2 डिवाइडेड बाय क्या आएगा फिर r1 -r2 ना r1 -r2 करके देखो क्या आएगा r1 r2 क्या आएगा 1 -2 that is 3i cap plus 4j cap plus 4k cap ਇਹਦੇ ਮੈਗਨੀਟਿਊਡ ਦਾ ਨੀਚੇ ਕੀ ਆਏਗਾ ਕਿਊਬ ਤੇ ਇੱਥੇ ਆਹੀ ਵਾਲਾ ਬਿਲਕੁਲ ਸੇਮ ਆ ਜਾਏਗਾ ਆਪਾਂ ਦੇਖਿਆ ਪਿੱਛੇ ਬ੍ਰੈਕਟ ਤਾਂ ਇਹਨੂੰ ਸੋਲਵ ਕਰਕੇ ਲਿਖ ਦੋ ਬਸ ਤੁਸੀਂ ਜੋ ਵੀ ਇਹਦਾ ਮੈਗਨੀਟਿਊਡ ਆਊਗਾ ਨੀਚੇ 16 16 32 ਤੇ 9 ਜੋ ਵੀ ਆਏਗਾ 41 √41 ठीक है 41 ਦੀ ਪਾਵਰ ਤੇ 3/2 ਆ ਜਾਏਗਾ ਤੇ ਉੱਪਰ ਆਏ ਥੇ ਇਹਨੂੰ ਐਸਾ ਪਿਆ ਰਹਿੰਦਾ ਇਸ ਲਈ ਸੋ ਦਿਸ ਇਜ਼ ਦ ਆਨਸਰ ਲਿਖ ਸਕੋਗੇ ਨਾ ਹੁਣ ਯੈਸ ਸਰ ਇਸ ਤਰ੍ਹਾਂ ਜੋ ਤੁਸੀਂ f21 ਕਰੋਗੇ f21 ਕਰਦੇ ਮੈਗਨੀਟਿਊਡ ਦਾ ਦੇਖੋ ਇੱਥੇ ਫਰਕ ਪਾਏਗਾ ਪਰ ਇਹ ਸੇਮ ਹੀ ਆਏਗਾ ਆਨਸਰ ਜਿਵੇਂ ਇੱਥੇ ਮਾਈਨਸ ਆ ਜਾਏਗਾ ਸਾਰੇ ਤੇ ਇੱਥੇ ਮਾਈਨਸ ਪਿਆ ਰਹਿਣ ਦੇਣਾ ਉੱਪਰ ਤੁਸੀਂ ਇੱਧਰ ਮੈਗਨੀਟਿਊਡ ਦਾ ਸੇਮ ਹੀ ਆ ਜਾਏਗਾ ਪਰ ਡਾਇਰੈਕਸ਼ਨ ਇੱਥੇ ਉਲਟ ਹੋ ਜਾਏਗੀ ਆਪਣੇ ਆਪ ਕਿਉਂਕਿ f12 ਤੇ f21 ਇੱਕ ਦੂਜੇ ਦੇ ਆਪੋਜ਼ਿਟ ਵੀ ਤਾਂ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਕੂਲਮਸ ਲਾਈਨ ਵੈਕਟਰ ਫਾਰਮ ਨੂੰ ਕਰਨਾ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਇਲੈਕਟ੍ਰਿਕ ਫੀਲਡ ਦੇ ਬਾਰੇ ਬੜਾ ਇੰਪੋਰਟੈਂਟ ਪਾਰਟ ਹੈ ਇਲੈਕਟ੍ਰਿਕ ਫੀਲਡ
ਇਹਨੂੰ ਇਲੈਕਟ੍ਰੋਸਟੈਟਿਕ ਫੀਲਡ ਵੀ ਕਹਿ ਦਿੰਦੇ ਆ, ਇਹਨੂੰ ਇਲੈਕਟ੍ਰਿਕ ਫੀਲਡ ਵੀ ਕਹਿ ਦਿੰਦੇ ਆ, ਅੱਗੇ ਜਾ ਕੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਵੀ ਬੋਲ ਦਿੰਦੇ ਆ। ਠੀਕ ਹੈ, ਇਲੈਕਟ੍ਰਿਕ ਫੀਲਡ ਇੰਟੈਂਸਿਟੀ। ਸੋ ਮਾੜੇ ਮੋਟੇ ਫਰਕ ਨਾਲ, ਮਾੜੇ ਮੋਟੇ ਉਹਦੇ ਨਾਲ ਆਪਾਂ ਇਹਨਾਂ ਨੂੰ ਵਰਤਦੇ ਆ। ਮੈਂ ਤੁਹਾਨੂੰ ਥੋੜਾ ਕਲੈਰਿਟੀ ਨਾਲ ਦੱਸ ਦਿੰਦਾ ਸਾਰੀ। ਆ ਤਾਂ ਦੋਨੋਂ ਸੇਮ ਹੀ ਹੈ ਵਰਡ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਜਗ੍ਹਾ ਵੀ ਇਲੈਕਟ੍ਰਿਕ ਫੀਲਡ ਹੀ ਵਰਤਣ ਲੱਗ ਜਾਂਦੇ ਅੱਗੇ ਜਾ ਕੇ ਆਪਾਂ। ਇਹ ਨਹੀਂ ਕਹਿੰਦਾ ਭਾਵੇਂ ਉਹਨਾਂ ਪਰ ਪਤਾ ਹੀ ਹੁੰਦਾ ਕਿ ਕੀ ਪੁੱਛਿਆ। ਠੀਕ ਹੈ, ਸੋ ਪਹਿਲਾਂ ਤਾਂ ਆਪਾਂ ਇਲੈਕਟ੍ਰਿਕ ਫੀਲਡ ਨੂੰ ਸਮਝੀਏ ਵੀ ਇਲੈਕਟ੍ਰਿਕ ਫੀਲਡ। ਸੋ ਪਹਿਲਾਂ ਤਾਂ ਆਪਾਂ ਪੜ੍ਹੀਏ ਕੁਆਲਿਟੇਟਿਵਲੀ। ਕੁਆਲਿਟੇਟਿਵਲੀ ਇਹ ਕੀ ਹੈ ਇਲੈਕਟ੍ਰਿਕ ਫੀਲਡ? ਕੁਆਲਿਟੇਟਿਵਲੀ ਇਹ ਹੈ ਕਿ ਮੰਨ ਲਓ ਕੋਈ ਚਾਰਜ ਹੈ, ਮੰਨ ਲਓ ਇੱਕ ਚਾਰਜ ਹੈ, Q ਚਾਰਜ ਹੈ, ਤਾਂ ਉਹ ਕਹਿੰਦੇ ਕਿ ਇਸ ਚਾਰਜ ਦੇ ਅਰਾਊਂਡ ਉਹ ਵਾਲਾ ਸਾਰਾ ਸਪੇਸ ਜਿਹੜਾ ਵੀ ਹੈ ਜਿਹਦੇ ਵਿੱਚ ਕੀ ਕੋਈ ਹੋਰ ਚਾਰਜ ਲੈ ਕੇ ਆਈਏ ਸੀ, ਤਾਂ ਉਹਨੂੰ ਇਹ ਅਟਰੈਕਟ ਜਾਂ ਰਿਪੈਲ ਕਰਦਾ ਹੈ ਡਿਪੈਂਡਿੰਗ ਅਪਨ दैट ਕਿ Q ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਵੀ ਆ ਜਿਹੜਾ ਸਪੇਸ ਅਰਾਊਂਡ ਦਾ ਚਾਰਜ ਹੈ, ਆ ਸਾਰਾ ਸਪੇਸ, ਇਸ ਸਪੇਸ ਨੂੰ ਅਸੀਂ ਕੀ ਕਹਿੰਦੇ ਹਾਂ ਇਲੈਕਟ੍ਰਿਕ ਫੀਲਡ ਹੈ। ਜਿਵੇਂ ਆਪਣੀ ਅਰਥ ਦੇ ਅਰਾਊਂਡ ਗ੍ਰੈਵਿਟੇਸ਼ਨਲ ਫੀਲਡ ਹੈ, ਵੀ ਜਦੋਂ ਗ੍ਰੈਵਿਟੇਸ਼ਨਲ ਫੀਲਡ ਵਿੱਚ ਕੋਈ ਚੀਜ਼ ਆਉਂਦੀ ਹੈ ਜਿਹਦਾ ਮਾਸ m ਹੋਵੇ ਤਾਂ ਆਪਾਂ ਨੂੰ ਪਤਾ ਹੈ ਅਰਥ ਨੂੰ ਅਟਰੈਕਟ ਕਰਦੀ ਹੈ। ਤੇ ਜਦੋਂ ਆਪਾਂ ਐਸਕੇਪ ਵੈਲੋਸਿਟੀ ਕਰਦੇ ਸੀ ਤਾਂ ਆਪਾਂ ਇਹੀ ਕਹਿ ਰਹੇ ਸੀ ਨਾ ਕਿ ਵੀ ਆਪਣੀ ਬੋਡੀ ਨੂੰ ਕਿੰਨੀ ਕੁ ਵੈਲੋਸਿਟੀ ਦੇ ਸਕੀਏ, ਮਿਨੀਮਮ ਵੈਲੋਸਿਟੀ, ਜਿਹਦੇ ਨਾਲ ਕਿ ਅਰਥ ਦੇ ਗ੍ਰੈਵਿਟੇਸ਼ਨਲ ਫੀਲਡ ਨੂੰ ਐਸਕੇਪ ਕਰ। ਬਿਲਕੁਲ ਉਸ ਤਰ੍ਹਾਂ ਆਪਾਂ ਚਾਰजेस ਵਿੱਚ ਵੀ ਗੱਲ ਕਰਦੇ ਹਾਂ ਕਿ ਚਾਰਜ ਦੇ ਵਿੱਚ ਇਲੈਕਟ੍ਰਿਕ ਫੀਲਡ ਦਾ ਮਤਲਬ ਹੁੰਦਾ ਆ ਕਿ ਚਾਰਜ ਦੇ ਅਰਾਊਂਡ ਸਪੇਸ ਦੇ ਵਿੱਚ ਉਹ ਸਾਰਾ ਸਪੇਸ ਚਾਰਜ ਦੇ ਅਰਾਊਂਡ ਉਹਦੇ ਆਸ-ਪਾਸ ਜਿੱਥੇ ਉਹਦਾ ਅਸਰ ਹੈ, ਜਿੱਥੇ ਉਹ ਇਲੈਕਟ੍ਰੋਸਟੈਟਿਕ ਫੋਰਸ ਲਗਾ ਸਕਦਾ ਹੈ ਕਿਸੇ ਹੋਰ ਚਾਰਜ, ਇਹਨੂੰ ਕਹਿੰਦੇ ਆ ਬਸ ਇਲੈਕਟ੍ਰਿਕ ਫੀਲਡ, ਹੋਰ ਕੁਝ ਵੀ ਨਹੀਂ। ਹੁਣ ਇਹ ਜ਼ਰੂਰੀ ਨਹੀਂ ਕਿ ਕਿਸੇ ਚਾਰਜ ਦੇ ਅਰਾਊਂਡ ਹੀ ਹੋਵੇ, ਇਕੱਲੇ ਪੁਆਇੰਟ ਚਾਰਜ, ਬਲਕਿ ਕੋਈ ਬੋਡੀ ਹੋ ਸਕਦੀ ਹੈ ਚਾਰਜ ਬੋਡੀ। ਮੰਨ ਲਓ ਬੋਡੀ ਦੇ ਉੱਪਰ ਚਾਰਜ ਹੈ, ਉਹਦੇ ਅਰਾਊਂਡ ਵੀ ਉਹ ਸਪੇਸ ਹੋ ਸਕਦਾ ਹੈ ਜਿਹਦੇ ਵਿੱਚ ਕਿ ਕੋਈ ਹੋਰ ਬੋਡੀ ਲੈ ਕੇ ਆਓ ਤਾਂ ਉਹਨੂੰ ਇਹ ਫੋਰਸ ਲਗਾਉਂਦਾ ਹੈ, ਇਲੈਕਟ੍ਰੋਸਟੈਟਿਕ ਫੋਰਸ ਲਗਾਉਂਦਾ ਹੈ। ਤਾਂ ਆਪਾਂ ਇਸ ਸਾਰੀ ਚੀਜ਼ ਨੂੰ ਇਲੈਕਟ੍ਰਿਕ ਫੀਲਡ ਹੀ ਕਹਾਂਗੇ, ਬਸ ਸਿੰਪਲ ਜੀ ਗੱਲ ਹੈ। ਸੋ ਕੁਆਲਿਟੇਟਿਵਲੀ ਕੀ ਕਹਾਂਗਾ ਮੈਂ, ਦਾ space around a charge or charge distribution or charge body, ठीक है, in which if some other charge is placed and it experiences electrostatic force of attraction or repulsion, that space is called electric field। पर ये चलो साडे लिए कोई इस तरह इस तो क्वालिटेटिव डेफिनेशन बहुत मायने नहीं रखती, इसलिए लिखवा नहीं दिया प्रॉपर में, जस्ट तो समझण लिया कि ਇਹਦੇ आस-पास स्पेस और इलेक्ट्रिक फील्ड ही कहते हैं। पर एक बड़ी खास गल है, खास गल ये है कि जे ਆਪਾਂ ਇਹ ਚਾਰਜ ਦੇ ਅਰਾਊਂਡ ਗੱਲ ਕਰੀਏ, ਮੰਨ ਲਓ ਆ ਚਾਰਜ ਹੈ, ਇੱਕ ਪੁਆਇੰਟ ਚਾਰਜ ਦੀ ਲੈ ਕੇ ਆਪਾਂ ਗੱਲ ਕਰਦੇ ਹਾਂ ਸ਼ੁਰੂ। ਇਸ ਪੁਆਇੰਟ ਚਾਰਜ ਦੇ ਅਰਾਊਂਡ ਸਪੇਸ ਜਿਹੜਾ ਹੈ ਉਹਦੇ ਵਿੱਚ ਆ ਇੱਕ ਪੁਆਇੰਟ ਲੈ ਲੈਣੇ ਆਪਾਂ A, ਆ ਇੱਕ ਪੁਆਇੰਟ ਲੈ ਲੈਣੇ ਆਪਾਂ B, ਆ ਇੱਕ ਪੁਆਇੰਟ ਲੈ ਲੈਣੇ ਆਪਾਂ C, ਤੇ ਮੰਨ ਲਓ ਸਾਰੇ ਇਲੈਕਟ੍ਰਿਕ ਫੀਲਡ ਦੇ ਵਿੱਚ ਹੀ ਨੇ। ਤਾਂ ਇਹਦਾ ਮਤਲਬ ਇਹ ਹੈ ਕਿ A, B ਜਾਂ C ਦੇ ਉੱਪਰ ਮੈਂ ਕੋਈ ਚਾਰਜ ਰੱਖੂੰਗਾ ਤਾਂ ਉਹਨੂੰ ਫੋਰਸ ਲੱਗੇਗਾ ਇਸ ਪਲੱਸ Q ਦੇ ਕਰਕੇ। ਤਾਂ ਗੁਰਾਂਸ਼ ਕੀ ਇਹ ਤਿੰਨੋਂ ਪੁਆਇੰਟਸ ਤੇ ਫੋਰਸ ਬਰਾਬਰ ਹੀ ਲੱਗੇਗਾ? नो सर। फिर कितने ज्यादा कितने घट लगेगा? ए तो ज्यादा होएगा, ए तो ज्यादा होएगा ऑब्वियसली, क्योंकि सानू पता है कि चार्ज दा जेड़ा फोर्स है इलेक्ट्रोस्टैटिक फोर्स इनवर्सली प्रोपोर्शनल टू स्क्वायर ऑफ द डिस्टेंस बिटवीन देम। सो जे मैं किसी चार्ज नु ए ते रखूंगा तो ज्यादा फोर्स लगेगा, B ते थोड़ा घट लगेगा, C ते होर घट लगेगा। मतलब ये चाहे तीनों ही पॉइंट इलेक्ट्रिक फील्ड दे विच हैगे ने, पर इन्हां तीनों पॉइंट्स ते जेड़ी इलेक्ट्रिक फील्ड इंटेंसिटी आ वो वक्री वक्री है ना। इनू कहते हैं क्वांटिटेटिव डेफिनेशन कि भी किन्ना इलेक्ट्रिक फील्ड तो है पर किन्ना। तो फील्ड का मतलब ये है कि जिन्ना स्ट्रॉन्ग फील्ड होएगा उन्ना ही ज्यादा फोर्स। जे मैं पॉइंट इत्थे ले लवां कोई P पॉइंट ते A पॉइंट नालों भी ज्यादा फोर्स लगेगा। सो इसी तरह वो कहते हैं कि आप इलेक्ट्रिक फील्ड इंटेंसिटी नू क्वांटिटेटिवली डिफाइन कर सकते हैं। ਤੇ ਇਹਨੂੰ ਡਿਫਾਈਨ ਕਰਨ ਲਈ ਹੁਣ ਕਿਵੇਂ ਕੀਤਾ ਜਾਵੇ, ਡਿਫਾਈਨ ਕਿਵੇਂ ਕਰੀਏ? ਪਹਿਲਾਂ ਤਾਂ ਇਹ ਇੰਪੋਰਟੈਂਟ ਗੱਲ ਹੈ ਕਿ ਮੰਨ ਲਓ A B C ਪੁਆਇੰਟ, A B ਪੁਆਇੰਟ ਲੈ ਲਓ ਪਹਿਲਾਂ, ਵੀ ਦੋਨੋਂ ਪੁਆਇੰਟਸ ਤੇ ਇਲੈਕਟ੍ਰਿਕ ਫੀਲਡ ਹੈ, ਤੇ ਇਲੈਕਟ੍ਰਿਕ ਫੀਲਡ ਜਿਹੜਾ ਹੈ ਉਹ ਕਿਸੇ ਪੁਆਇੰਟ ਤੇ ਘੱਟ ਹੈ, ਕਿਸੇ ਤੇ ਜ਼ਿਆਦਾ ਹੈ, ਪਰ ਹਾਊ ਵਿਲ ਯੂ ਡਿਫਾਈਨ ਇਟ? ਉਹ ਕੀ ਕਹਿੰਦੇ ਆ, ਇਹ ਬਸ ਇੱਕ ਵਾਰ ਦੀ ਗੱਲ ਹੈ, ਤੁਹਾਨੂੰ ਬਾਅਦ ਚ ਦਿਮਾਗ 'ਚ ਬੈਠ ਜਾਣੀ ਗੱਲ, ਤਾਂ ਫਿਰ ਅੱਗੇ ਆਪਾਂ ਕਰਦੇ ਰਹਾਂਗੇ। ਆਈ ਸਭ ਤੋਂ ਪਹਿਲਾਂ ਉਹ ਕਹਿੰਦੇ ਕਿ ਆਪਾਂ ਇਹਨੂੰ ਚੈੱਕ ਕਰ ਲੈਂਦੇ ਹਾਂ। ਚੈੱਕ ਕਿਵੇਂ ਕਰੀਏ? ਚੈੱਕ ਕਿਵੇਂ ਕਰੀਏ ਕਿ ਕਿੱਥੇ ਜ਼ਿਆਦਾ ਕਿੱਥੇ ਘੱਟ ਆ? वो कहते यूज अ टेस्ट चार्ज, यूज अ टेस्ट चार्ज। सिंपल जी गल है, एक चार्ज लो तुसी टेस्ट करने लई लो,
ਉਹਨੂੰ A ਤੇ ਰੱਖ ਕੇ ਦੇਖ ਲਓ, ਫਿਰ ਉਸ ਚਾਰਜ ਨੂੰ B ਤੇ ਰੱਖ ਕੇ ਦੇਖ ਲਓ। ਜਿੱਥੇ ਉਸ ਚਾਰਜ ਨੂੰ ਜ਼ਿਆਦਾ ਫੋਰਸ ਫੀਲ ਹੋਇਆ ਉੱਥੇ ਜ਼ਿਆਦਾ ਇਲੈਕਟ੍ਰਿਕ ਫੀਲਡ ਹੈ, ਜਿੱਥੇ ਘੱਟ ਫੋਰਸ ਫੀਲ ਹੋਇਆ ਉੱਥੇ ਘੱਟ ਇਲੈਕਟ੍ਰਿਕ ਫੀਲਡ ਹੈ। ਸਿੰਪਲ ਜੀ ਗੱਲ ਹੈ। ਪਰ ਜਿਹੜਾ ਟੈਸਟ ਚਾਰਜ ਆ ਉਹਦੇ ਬਾਰੇ ਕੋਈ ਖਾਸ ਗੱਲ ਕਰਨੀ ਪੈਣੀ ਸਾਨੂੰ, ਕਿਉਂਕਿ ਹੋ ਸਕਦਾ ਕਿ ਕਿਸੇ ਬੰਦੇ ਨੇ ਟੈਸਟ ਚਾਰਜ ਬਹੁਤ ਵੱਡਾ ਲੈ ਲਿਆ, ਉਹਨੇ B ਪੁਆਇੰਟ ਤੇ ਰੱਖਿਆ, ਪਰ ਉਹ ਚਾਰਜ ਇੰਨਾ ਵੱਡਾ ਸੀ ਕਿ ਮਿਊਚੁਅਲ ਫੋਰਸ ਉੱਥੇ ਵੱਧ ਗਿਆ ਤੇ A ਵਾਲੇ ਤੇ ਉਹਨੇ ਬਹੁਤ ਛੋਟਾ ਚਾਰਜ ਰੱਖ ਕੇ ਚੈੱਕ ਕਰ ਲਿਆ, ਛੋਟੇ ਚਾਰਜ ਨੂੰ ਫੋਰਸ ਘਟ ਗਿਆ ਤਾਂ ਉਹ ਕਹੂਗਾ B ਤੇ ਸਟਰੋਂਗ ਇਲੈਕਟ੍ਰਿਕ ਫੀਲਡ ਆ, ਫਿਰ ਤਾਂ ਗਲਤ ਹੋ ਜਾਊਗਾ ਕੰਮ। ਤਾਂ ਉਹ ਕਹਿੰਦੇ ਟੈਸਟ ਚਾਰਜ ਐ ਨਹੀਂ ਕਿ ਕੋਈ ਵੀ ਅੰਨੇ ਵਾਲਾ ਲਓ, ਤਾਂ ਕਿੰਨਾ ਟੈਸਟ ਚਾਰਜ ਹੋਣਾ ਤੇ ਯੂਨਿਟ ਟੈਸਟ ਚਾਰਜ, ਵੀ ਤੁਸੀਂ ਯੂਨਿਟ ਟੈਸਟ ਚਾਰਜ ਲਓ ਕਿ ਟੈਸਟ ਚਾਰਜ ਯੂਨਿਟ ਹੀ ਲੈਣਾ ਵਾ, ਯੂਨਿਟ ਅਮਾਉਂਟ ਦਾ ਲੈਣਾ, ਤੇ ਉਹਨੂੰ ਆਪਾਂ ਇੱਥੇ ਰੱਖ ਕੇ ਚੈੱਕ ਕਰ ਲਾਂਗੇ ਇਲੈਕਟ੍ਰਿਕ ਫੀਲਡ ਕਿੱਥੇ ਤੇ ਕਿੰਨਾ ਆ। ਫਿਰ ਉਹ ਕਹਿੰਦੇ ਇੱਕ ਹੋਰ ਪੰਗਾ ਆ ਵੀ ਟੈਸਟ ਚਾਰਜ ਜਿਹੜਾ ਲੈਣਾ ਆ ਉਹ ਤਾਂ ਪੋਜ਼ਿਟਿਵ ਤੇ ਨੈਗੇਟਿਵ ਦੋਨੋਂ ਹੀ ਹੋ ਸਕਦਾ ਹੈ। ਜਿਵੇਂ ਕੋਈ ਬੰਦਾ ਜਾ ਕੇ ਇੱਥੇ ਪੋਜ਼ਿਟਿਵ ਚਾਰਜ ਰੱਖ ਕੇ ਚੈੱਕ ਕਰਨ ਲੱਗ ਗਿਆ, ਉਹਨੂੰ ਫੋਰਸ ਲੱਗਣ ਲੱਗ ਗਿਆ। ਕੋਈ ਬੰਦਾ ਆਇਆ A ਪੁਆਇੰਟ ਤੇ ਉਹ ਨੈਗੇਟਿਵ ਚਾਰਜ ਰੱਖ ਕੇ ਚੈੱਕ ਕਰਨ ਲੱਗ ਗਿਆ, ਉਹਨੂੰ ਇੱਧਰ ਨੂੰ ਫੋਰਸ ਲੱਗਣ ਲੱਗ ਗਿਆ। ਤੇ ਮੈਗਨੀਟਿਊਡ ਵਾਈਜ਼ ਤਾਂ ਉਹ ਚਲੋ ਚੈੱਕ ਕਰ ਲੈਣਗੇ, ਪਰ ਉਹ ਕਹਿੰਦੇ ਇਹਦੇ ਨਾਲ ਤਾਂ ਸਾਨੂੰ ਇਲੈਕਟ੍ਰਿਕ ਫੀਲਡ ਨੂੰ ਲੈ ਕੇ ਕਨਫਿਊਜ਼ਨਸ ਕ੍ਰੀਏਟ ਹੋਣਗੀਆਂ। ਕੋਈ ਕਹੂਗਾ ਇਲੈਕਟ੍ਰਿਕ ਫੀਲਡ ਉੱਧਰ ਨੂੰ ਹੈ, ਕੋਈ ਕਹੂਗਾ ਨਹੀਂ ਇੱਧਰ ਨੂੰ ਹੈ, ਤਾਂ ਉਹ ਇਹ ਵੀ ਪੰਗਾ ਪੈ ਗਿਆ। ਤਾਂ ਉਹ ਕਹਿੰਦੇ ਐ ਕਰੋ, ਇਸ ਤਰ੍ਹਾਂ ਨਾ ਕਰੋ, ਤੁਸੀਂ ਚਾਰਜ ਜਿਹੜਾ ਲੈਣਾ ਨਾ ਯੂਨਿਟ ਟੈਸਟ ਚਾਰਜ ਤਾਂ ਲੈਣਾ ਹੀ ਆ, ਅਮਾਊਂਟ ਤਾਂ ਇੰਨੀ ਲੈਣੀ ਹੈ, ਪਰ ਯੂਨਿਟ ਟੈਸਟ ਚਾਰਜ ਹਮੇਸ਼ਾ ਕੀ ਲੈਣਾ, ਪੋਜ਼ਿਟਿਵ। ਇਹ ਕਨਵੈਨਸ਼ਨ ਆਪਣੀ ਹੁਣ ਕਿ ਆਪਾਂ ਹਮੇਸ਼ਾ ਹੀ ਜਦੋਂ ਵੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇ ਬਾਰੇ ਗੱਲ ਕਰਾਂਗੇ ਤਾਂ ਆਪਾਂ ਟੈਸਟ ਚਾਰਜ ਜੋ ਲਵਾਂਗੇ ਉਹ ਪੋਜ਼ਿਟਿਵ ਹੀ ਰੱਖਾਂਗੇ, ਪੋਜ਼ਿਟਿਵ ਹੀ ਲਵਾਂਗੇ ਹਮੇਸ਼ਾ। ਆ ਜਿਹੜਾ ਆ ਇਹਨੂੰ ਕਹਿੰਦੇ ਸੋਰਸ ਚਾਰਜ, ਕਿਉਂਕਿ ਇਹ ਸੋਰਸ ਚਾਰਜ ਹੈ ਜਿਹਦੇ ਕਰਕੇ ਇਲੈਕਟ੍ਰਿਕ ਫੀਲਡ A ਜਾਂ B ਪੁਆਇੰਟ ਤੇ ਪੈਦਾ ਹੈ। ਇਹਨੂੰ ਹਟਾ ਲਓ ਤਾਂ A B ਪੁਆਇੰਟ ਤੇ ਕੁਝ ਵੀ ਨਹੀਂ ਹੈ, ਕੋਈ ਵੀ ਮੋਡੀਫਿਕੇਸ਼ਨ ਨਹੀਂ ਹੈ। ਜਦੋਂ ਤੱਕ ਇਹ ਚਾਰਜ ਤੇ ਪਿਆ ਉਦੋਂ ਤੱਕ ਹੀ ਹੈ ਨਾ A ਤੇ B ਦੇ ਉੱਪਰ। ਤਾਂ ਉਸੇ ਲਈ ਉਹ ਕਹਿ ਰਹੇ ਨੇ ਕਿ ਤੁਸੀਂ ਟੈਸਟ ਚਾਰਜ ਜਿਹੜਾ ਰੱਖਣਾ ਉਹ ਪੋਜ਼ਿਟਿਵ ਹੈ। ਸੋਰਸ ਚਾਰਜ ਕੈਨ ਬੀ ਨੈਗੇਟਿਵ ਆਲਸੋ, ਕਿਉਂਕਿ ਸੋਰਸ ਚਾਰਜ ਤਾਂ ਕਿਤੇ ਵੀ ਹੋ ਸਕਦਾ ਨਾ, ਕੋਈ ਵੀ ਹੋ ਸਕਦਾ ਚਾਰਜ, ਪਰ ਜਿਹਦੇ ਨਾਲ ਚੈੱਕ ਕਰਨਾ ਹੈ, ਟੈਸਟ ਕਰਨਾ ਹੈ, ਉਹ ਹਮੇਸ਼ਾ ਪੋਜ਼ਿਟਿਵ ਹੀ ਲੈਣਾ ਹੈ। ਅੱਛਾ, ਇੱਕ ਹੋਰ ਚੀਜ਼ ਵਿੱਚ ਐਡ ਕਰ ਦਿੰਦੇ ਆ ਵੀ ਟੈਸਟ ਚਾਰਜ ਜਿਹੜਾ ਹੈ ਵੈਰੀ ਸਮਾਲ ਵੀ ਹੋਣਾ ਚਾਹੀਦਾ। ਤੁਸੀਂ ਟੈਸਟ ਚਾਰਜ ਇੰਨਾ ਵੱਡਾ ਲੈ ਲਿਆ ਕਿ ਉਹਨੇ ਆਪ ਹੀ ਆਪਣਾ ਇਲੈਕਟ੍ਰਿਕ ਫੀਲਡ ਬਣਾ ਲਿਆ, ਤਾਂ ਇਹਦਾ ਕਿੱਥੇ ਚੈੱਕ ਕੀਤਾ, ਫਿਰ ਤੁਸੀਂ ਸੋਰਸ ਦਾ ਕਿੱਥੇ ਚੈੱਕ ਕੀਤਾ ਹਨਾ। ਉਹਦਾ ਆਪਣਾ ਇਲੈਕਟ੍ਰਿਕ ਫੀਲਡ ਇੰਨਾ ਸਟਰੋਂਗ ਨਹੀਂ ਹੋਣਾ ਚਾਹੀਦਾ। ਮੰਨ ਲਓ ਤੁਸੀਂ ਇੱਥੇ ਟੈਸਟ ਚਾਰਜ ਲੈ ਕੇ ਆਏ, ਸੋਚ ਕੇ ਦੇਖੋ ਬਹੁਤ ਵੱਡਾ ਟੈਸਟ ਚਾਰਜ ਇੱਥੇ ਲੈ ਕੇ ਰੱਖਿਆ ਤੇ ਨਾਲ ਹੀ ਇਹ ਭੱਜ ਗਿਆ ਰਿਪਲਸ਼ਨ ਕਰਕੇ, ਸੋਰਸ ਚਾਰਜ ਹੀ ਭੱਜ ਗਿਆ ਤੁਹਾਡਾ। ਮਤਲਬ ਟੈਸਟ ਕਰਨ ਦੇ ਲਈ ਜਿਹੜਾ ਚਾਰਜ ਹੋਣਾ ਵੈਰੀ ਸਮਾਲ ਵੀ ਹੋਣਾ ਚਾਹੀਦਾ ਹੈ। ਸੋ ਆਹ ਦੋ ਤਿੰਨ ਗੱਲਾਂ ਨੇ ਬੜੀਆਂ ਇੰਪੋਰਟੈਂਟ ਕਿ ਜਦੋਂ ਵੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਤੁਸੀਂ ਕਿਸੇ ਪੁਆਇੰਟ ਤੇ ਕੈਲਕੂਲੇਟ ਕਰਨੀ ਹੈ ਕਿਸੇ ਵੀ ਸੋਰਸ ਚਾਰਜ ਦੇ ਕਰਕੇ, ਪਹਿਲੀ ਗੱਲ ਤਾਂ ਇਹ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੇਖੋ ਇੱਕ ਚਾਰਜ ਦੀ ਪ੍ਰੋਪਰਟੀ ਹੈ ਵੀ ਇਸ ਚਾਰਜ ਦੇ ਕਰਕੇ ਇੱਥੇ ਕਿੰਨਾ ਇਲੈਕਟ੍ਰਿਕ ਫੀਲਡ ਹੈ। ਇੱਥੇ ਕੋਈ ਚਾਰਜ ਹੈ ਨਹੀਂ A ਤੇ B ਤੇ, ਆਪਾਂ ਕਿਹਾ ਵੀ ਟੈਸਟ ਕਰਨ ਲਈ ਰੱਖ ਲਓ ਤੇ ਦੇਖ ਲਓ ਕਿੰਨਾ ਜ਼ਿਆਦਾ ਸਟਰੋਂਗ ਹੈ ਤਾਂ ਦੱਸ ਦਿਓ ਵੀ ਇੰਨਾ ਸਟਰੋਂਗ ਹੈ। ਤੇ ਟੈਸਟ ਕਰਨ ਲਈ ਅਸੀਂ ਯੂਨਿਟ ਚਾਰਜ ਹੀ ਰੱਖਦੇ ਹਾਂ, ਪਰ ਯੂਨਿਟ ਚਾਰਜ ਨੂੰ ਅਲੱਗ ਕਰਨਾ ਬੜਾ ਔਖਾ। मतलब 1 कूलम ਲਓਗੇ ਕਿ 1 ਮਿਲੀ ਕੂਲਮ ਲਓਗੇ ਕਿ 1 ਮਾਈਕਰੋ ਕੂਲਮ ਲਓਗੇ, ਤੇ ਕਿਵੇਂ ਕਿਸੇ ਬੋਡੀ ਨੂੰ ਚਾਰਜ ਦੇ ਕੇ ਉੱਥੇ ਰੱਖੋਗੇ। ਸੋ ਇਹ ਬਿਲਕੁਲ ਇਹਨੂੰ ਥੋੜਾ ਹਾਈਪੋਥੈਟਿਕਲੀ ਸੋਚ ਕੇ ਦੇਖੋ। ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਇੱਥੇ ਜਿਹੜਾ ਟੈਸਟ ਚਾਰਜ ਰੱਖਦੇ ਹਾਂ ਬਹੁਤ ਛੋਟਾ ਤਾਂ ਰੱਖਦੇ ਹਾਂ, ਪੋਜ਼ਿਟਿਵ ਹੀ ਰੱਖਦੇ ਹਾਂ, ਪਰ ਯੂਨਿਟ ਵਾਲੀ ਟੈਂਸ਼ਨ ਪਹਿਲਾਂ ਨਹੀਂ ਲੈਂਦੇ। ਫਿਰ ਅਸੀਂ ਕਿਵੇਂ ਕਰਦੇ ਕੰਮ ਦੇਖੋ। ਸੋ ਪਹਿਲੀ ਗੱਲ ਤਾਂ ਇਹਨੂੰ ਡਿਫਾਈਨ ਕਰ ਲਈਏ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਨੂੰ। ਫਿਰ ਮੈਂ ਦੱਸਦਾ electric field intensity is defined as electric field intensity पहले कहता किसी point पे होती ना, electric field intensity लिख देना at a point is defined as force experienced by a unit positive test charge placed at that point। ਜਿਹੜੇ point ਤੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਇਲੈਕਟ੍ਰਿਕ ਫੀਲਡ, ਉਸ ਪੁਆਇੰਟ ਤੇ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਰੱਖ ਦਿਓ। ਦੇਖੋ ਤਿੰਨੇ ਚੀਜ਼ਾਂ ਲਿਖੀਆਂ ਤੇ ਉਹਨੂੰ ਜੋ ਫੋਰਸ ਲੱਗ ਰਿਹਾ ਉਹ ਫੋਰਸ ਨੂੰ ਹੀ ਇਲੈਕਟ੍ਰਿਕ ਫੀਲਡ ਕਹਿ ਦਵੋ, ਉਹੀ ਇਲੈਕਟ੍ਰਿਕ ਫੀਲਡ ਹੈ ਬਾਈ ਡੈਫੀਨੇਸ਼ਨ। ਹੁਣ ਅਸੀਂ ਕਿਵੇਂ ਕਰਦੇ ਹਾਂ ਦੇਖੋ,
मैं ये कह रहा कि मान लो क्यू चार्ज है, ये सोर्स चार्ज है, मैं जानबूझ के पॉजिटिव ले आया, जरूरी नहीं है पॉजिटिव नेगेटिव भी ले सकते हैं। ਇਹਦੇ ਕਰਕੇ ਮੰਨ ਲਓ ਕਿਸੇ ਨੇ ਆ ਪੁਆਇੰਟ P ਕਿਹਾ ਆਬਜ਼ਰਵੇਸ਼ਨ ਪੁਆਇੰਟ, ਇਸ ਪੁਆਇੰਟ P ਤੇ ਚੈੱਕ ਕਰਨਾ ਹੈ ਵੀ ਕਿੰਨਾ ਇਲੈਕਟ੍ਰਿਕ ਫੀਲਡ ਹੈ। ਮੈਂ ਕੀ ਕੀਤਾ, ਮੈਂ ਇੱਕ ਛੋਟਾ ਜਿਹਾ ਟੈਸਟ ਚਾਰਜ ਲਿਆ, ਟੈਸਟ ਚਾਰਜ ਲਿਆ ਮੈਂ ਬਹੁਤ ਛੋਟਾ ਜਿਹਾ ਪੋਜ਼ਿਟਿਵ ਚਾਰਜ ਪਲਸ Q0 ਕਹਿ ਦਿੰਦੇ ਹਾਂ, ਇਹ ਬਹੁਤ ਛੋਟਾ ਜਿਹਾ ਚਾਰਜ ਹੈ, ਬਹੁਤ ਛੋਟਾ ਜਿਹਾ ਚਾਰਜ, ਉਹਨੂੰ ਲਿਆ ਕੇ ਇੱਥੇ ਰੱਖਿਆ, ਮੈਂ ਇੱਥੇ ਰੱਖਤਾ ਮੈਂ ਪਲਸ Q0, ਠੀਕ ਹੈ। ਤੇ ਇਹ P ਪੁਆਇੰਟ ਦਾ ਡਿਸਟੈਂਸ ਜਿਹੜਾ ਹੈ ਮੰਨ ਲਓ ਇਹ ਤੋਂ R ਡਿਸਟੈਂਸ ਹੈ, R ਡਿਸਟੈਂਸ ਹੈ, ਇਹ R ਡਿਸਟੈਂਸ ਹੈ, ਠੀਕ ਹੈ। ਇਹ ਪਹਿਲਾਂ ਹੀ ਗਿਵਨ ਸੀਗਾ, ਸੋ ਆਪਾਂ ਇਹਨੂੰ ਬਲੈਕ ਕਲਰ ਜੀ ਲਿਖੀਏ R, ਠੀਕ ਹੈ। ਹੁਣ ਤੁਸੀਂ ਦੇਖੋ Q0 ਚਾਰਜ ਨੂੰ ਇੱਥੇ ਰੱਖਿਆ, Q ਚਾਰਜ ਦੇ ਕਰਕੇ Q0 ਚਾਰਜ ਨੂੰ ਕਿੰਨਾ ਫੋਰਸ ਲੱਗੇਗਾ, ਯੂ ਕੈਨ ਕੈਲਕੂਲੇਟ ਦੈਟ, ਹੈ ਨਾ, ਕਰ ਸਕਦੇ ਹੋ ਕੈਲਕੂਲੇਟ। ਤੇ Q ਇਹ ਫੋਰਸ ਕਿਹਦੇ ਬਰਾਬਰ ਹੋਏਗਾ, ਦੇਖੋ ये फोर्स कितने बराबर रहेगा 1/4 पाई एप्सिलॉन नॉट Q नॉट बाय R स्क्वायर आई होएगा। ਹੁਣ ਉਹ ਕਹਿ ਰਹੇ ਨੇ ਕਿ ਆ ਜਿਹੜਾ ਫੋਰਸ ਹੈ ਇਹ ਤਾਂ Q0 ਚਾਰਜ ਨੂੰ ਲੱਗ ਰਿਹਾ ਨਾ, ਪਰ ਉਹਨਾਂ ਨੇ ਕੀ ਕਿਹਾ ਇਲੈਕਟ੍ਰਿਕ ਫੀਲਡ ਇਜ਼ ਡਿਫਾਈਨਡ ਐਜ਼ ਦਾ ਫੋਰਸ ਐਕਸਪੀਰੀਐਂਸਡ ਬਾय ਅ यूनिट पॉजिटिव टेस्ट चार्ज। ये पॉजिटिव तो है पर यूनिट नहीं है, तो आप कह रहे हैं देखो सोच के देखो, यूनिटरी मेथड सोच के देखो कि Q0 चार्ज ਨੂੰ ਉੱਥੇ ਰੱਖਿਆ, ਉਹਨੇ ਕਿੰਨਾ ਐਕਸਪੀਰੀਅੰਸ ਕੀਤਾ ਫੋਰਸ, ਐਕਸਪੀਰੀਅੰਸ ਫੋਰਸ ਇਜ਼ ਇਕੁਅਲ ਟੂ F ਆ ਜਿੰਨਾ ਹੈ, ਤਾਂ ਫਿਰ यूनिट ਚਾਰਜ ਕਿੰਨਾ ਫੋਰਸ ਐਕਸਪੀਰੀਅੰਸ ਕਰੇਗਾ F upon Q0, ਬਸ ਸਿੰਪਲ। ਤੇ ਇਸੇ ਚੀਜ਼ ਨੂੰ ਬੋਲਦੇ ਇਲੈਕਟ੍ਰਿਕ ਫੀਲਡ, ਦੈਟਸ ਇਟ। ਸੋ ਜੇ ਤੁਸੀਂ ਇਲੈਕਟ੍ਰਿਕ ਫੀਲਡ ਪਤਾ ਕਰਨਾ ਹੈ ਤੁਸੀਂ ਕੀ ਕਰੋਗੇ, F upon Q0 ਕਰ ਦੋਗੇ, ਤੇ F upon Q0 ਕਰੋਗੇ ਤਾਂ ਕੀ ਆਏਗਾ, ਦੇਖੋ ਇਲੈਕਟ੍ਰਿਕ ਫੀਲਡ ਜਿਵੇਂ ਮੈਂ ਇੱਥੇ ਦਿਖਾ ਰਿਹਾ यूनिट ਚਾਰਜ ਦੇ ਕਰਕੇ ਦਿਖਾ ਰਿਹਾ ਤੁਹਾਨੂੰ, ਤਾਂ ਇਲੈਕਟ੍ਰਿਕ ਫੀਲਡ ਕਿਵੇਂ ਡਿਫਾਈਨਡ ਹੋਏਗਾ ਆਪਣਾ, ਵੀ ਜਿਹੜਾ ਉੱਥੇ ਆਪਾਂ ਫੋਰਸ ਰੱਖਿਆ, ਸੌਰੀ ਚਾਰਜ ਰੱਖਿਆ, ਉਹਨੂੰ ਫੋਰਸ ਲੱਗਿਆ F ਡਿਵਾਈਡਡ ਬਾय, ਮੇਰਾ ਪੈਨ ਪਤਾ ਨਹੀਂ ਕਿਉਂ ਚੱਲ ਰਿਹਾ, ਅੱਛਾ ਇਕੱਠੇ ਚੱਲ ਪਿਆ, Q0 ਇਹਨੂੰ ਵੈਕਟਰ ਫਾਰਮ 'ਚ ਲਿਖ ਸਕਦੇ ਹਾਂ, ਯਾਨੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਵੀ ਉਹੀ ਹੋਏਗੀ ਜੋ ਫੋਰਸ ਹੋਈ, ਫੋਰਸ ਦੀ ਡਾਇਰੈਕਸ਼ਨ ਹੋਏਗੀ, ਤੇ ਮੈਗਨੀਟਿਊਡ ਵੀ ਹੋਏਗਾ ਜੋ ਫੋਰਸ ਬਾय Q0 ਹੋਏਗਾ, ਇਹ ਹੋਏਗਾ। ਹੁਣ ਤੁਸੀਂ ਇਹਨੂੰ ਜੇ ਮੈਗਨੀਟਿਊਡ ਦੇਖਣਾ ਚਾਹੋ ਕੱਲਾ ਮੈਗਨੀਟਿਊਡ, ਤਾਂ ਉਹ ਹੋਏਗਾ ਫੋਰਸ ਕੀ ਲਿਖਿਆ ਹੈ 1/4 ਪਾਈ ਐਪਸਿਲਨ ਨੋਟ Q0 ਬਾय R ਸਕੁਆयर डिवाइडेड बाय Q0 ना Q0 घटे आएगा, तो इलेक्ट्रिक फील्ड का मैग्नीट्यूड क्या आएगा Q बाय R स्क्वायर। हमारा इलेक्ट्रिक फील्ड का एक्सप्रेशन किसी भी टेस्ट चार्ज सॉरी किसी भी पॉइंट सोर्स चार्ज दे करके इलेक्ट्रिक फील्ड का एक्सप्रेशन आ रहेगा। ये देखो इकल्ला एक चार्ज Q है बस, यानी किसी एक चार्ज की प्रॉपर्टी भी है, किसी एक चार्ज दे करके किसी जगह ते कितना इलेक्ट्रिक फील्ड है, ये ਉਹਦੀ प्रॉपर्टी। ਤੇ ਇੱਥੇ ਅਸੀਂ ਇੱਕ ਨਵੀਂ ਚੀਜ਼ ਹੋਰ ਐਂਡ ਕਰਦੇ ਹਾਂ, ਅਸੀਂ ਇੱਥੇ ਕੇਵਲ ਲਿਖ ਦਿੰਨੇ ਆ, ਚਲੋ ਇਸ ਦੀ ਤੁਹਾਨੂੰ ਲੋਡ ਨਹੀਂ ਪੈਂਦੀ ਜ਼ਿਆਦਾ, ਪਰ ਵੈਸੇ ਲਿਮਿਟ Q0 ਅਪਰੋਚਸ ਟੂ 0, ਇਹ ਇਸ ਲਈ ਲਿਖ ਦਿੰਨੇ ਆ ਕਿ ਜਿਹੜਾ Q0 ਚਾਰਜ ਹੈ ਉਹ ਬਹੁਤ 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 ਛੋਟਾ ਹੋਣਾ ਚਾਹੀਦਾ ਹੈ, ਠੀਕ ਹੈ, ਤਾਂ ਕਿ ਉਹ ਆਪਣੇ ਆਸ-ਪਾਸ ਉਸ ਫੀਲਡ ਨੂੰ ਮੋਡੀਫਾਈ ਨਾ ਕਰ ਰਿਹਾ ਹੋਵੇ ਉਹ ਆਪ ਹੀ, ਕਿਉਂਕਿ ਹਰ ਚਾਰਜ ਦਾ ਫੀਲਡ ਹੋਏਗਾ ਆਪਣਾ ਆਪਣਾ, ਹਰ ਚਾਰਜ ਦਾ ਫੀਲਡ ਹੋਏਗਾ, ਹਰ ਚਾਰਜ ਦੇ ਆਸ-ਪਾਸ ਉਹ ਸਪੇਸ ਹੋਏਗਾ ਜਿਹਦੇ ਵਿੱਚ ਕੀ ਕੋਈ ਹੋਰ ਆਏਗਾ ਤਾਂ ਉਹਨੂੰ ਫੋਰਸ ਲਾਏਗਾ। ਤੇ ਜਦੋਂ ਕੋਈ ਚਾਰਜ ਇੱਕ ਦੂਜੇ ਦੇ ਫੀਲਡ ਦੇ ਵਿੱਚ ਵੜ ਜਾਂਦੇ ਨੇ ਤਾਂ ਉਹਨਾਂ ਦੇ ਆਪਣੇ ਫੀਲਡ ਆਪਸ ਵਿੱਚ ਇੰਟਰਫੇਅਰ ਕਰਦੇ ਨੇ, ਤਾਂ ਉਹਦੇ ਕਰਕੇ ਫੋਰਸ ਪੈਦਾ ਹੁੰਦਾ ਆ, ਕਦੀ ਅਟਰੈਕਸ਼ਨ ਦਾ ਤੇ ਕਦੀ ਰਿਪਲਸ਼ਨ ਦਾ। ਇਹਨਾਂ ਗੱਲਾਂ ਨੂੰ ਆਪਾਂ ਹੋਰ ਡਿਟੇਲ ਚ ਕਰਾਂਗੇ ਇਲੈਕਟ੍ਰਿਕ ਫੀਲਡ ਲਾਈਨਸ ਜਦੋਂ ਪੜਾਂਗੇ। ਪਹਿਲਾਂ ਤਾਂ ਤੁਹਾਨੂੰ ਬਸ ਇੱਕ ਇਲੈਕਟ੍ਰਿਕ ਫੀਲਡ ਦੀ ਡੈਫੀਨੇਸ਼ਨ ਜਿਹੜੀ ਮੈਂ ਦੱਸੀ ਆ, ਇਸ ਤੇ ਧਿਆਨ ਦਿਓ ਕਿ ਆਪਾਂ ਇਹਨੂੰ ਕਿਵੇਂ ਦੇਖਦੇ ਹਾਂ। ਸੋ ਪਤਾ ਲੱਗ ਗਿਆ ਸਾਰਿਆਂ ਨੂੰ ਇਲੈਕਟ੍ਰਿਕ ਫੀਲਡ ਡਿਊ ਟੂ ਅ ਪੁਆਇੰਟ ਚਾਰਜ। ਹੁਣ ਯਾਦ ਰੱਖਣਾ ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇਖਣੀ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਇਹ ਆ ਵੀ ਉਸ ਜਗ੍ਹਾ ਤੇ ਤੁਸੀਂ ਕੀ ਰੱਖੋ, ਪੋਜ਼ਿਟਿਵ ਟੈਸਟ ਚਾਰਜ ਰੱਖ ਕੇ ਦੇਖ ਲਓ, ਜਿੱਧਰ ਨੂੰ ਉਹ ਜਾਏਗਾ ਉਧਰ ਨੂੰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੋਏਗੀ। ਹੁਣ ਜੇ ਕਹਿਣ ਦਾ ਭਾਵ ਇਹ ਹੈ ਕਿ ਮੰਨ ਲਓ ਆ ਇੱਕ ਸੋਰਸ ਚਾਰਜ ਪੋਜ਼ਿਟਿਵ ਚਾਰਜ ਹੈ ਪਲੱਸ Q, ਇਹਦੇ ਕਰਕੇ ਕੋਈ ਮੈਨੂੰ ਪੁੱਛੇ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ, ਮੈਂ ਸਿੰਪਲੀ ਕਹਿ ਦੂੰਗਾ ਇੱਧਰ ਨੂੰ ਹੋਏਗੀ ਬਸ। ਕਿਉਂ ਮੈਂ ਕਿਵੇਂ ਦੱਸਦਾ, ਕਿਉਂਕਿ ਇੱਥੇ ਟੈਸਟ ਚਾਰਜ ਰੱਖੂੰਗਾ ਪੋਜ਼ਿਟਿਵ ਨੇ ਰਿਪੈਲ ਕਰਨਾ ਹੈ। इस जगह तो कोई पूछेगा इलेक्ट्रिक फील्ड किधर होएगा, मैं कहूंगा इधर होएगा। कोई मैंने इस जगह पे पूछेगा इलेक्ट्रिक फील्ड, मैं कहा इधर होएगा। कोई इधर नु पूछेगा तो मैं कहूंगा इधर होएगा, इधर पूछेगा तो इधर होएगा। मतलब कि हमेशा पॉजिटिव चार्ज तो रिपेल नहीं करेगा ना। आज सारे पॉइंट से इलेक्ट्रिक फील्ड की डायरेक्शन देखनी होवे, ਤੁਸੀਂ ਇੱਥੇ ਪੋਜ਼ਿਟਿਵ ਚਾਰਜ ਰੱਖ ਕੇ ਦੇਖ ਲਓ
ਵੀ ਉਹਨੂੰ ਕਿੱਧਰ ਨੂੰ ਅਟਰੈਕਟ ਜਾਂ ਰਿਪੈਲ ਕਰੇਗਾ, ਉਸ ਹਿਸਾਬ ਨਾਲ ਪਤਾ ਲੱਗ ਜਾਂਦਾ ਆਪਾਂ ਨੂੰ। ਆ ਸੋਰਸ ਚਾਰਜ ਹੈ, ਇਹਦੇ ਆਸ-ਪਾਸ ਕੀ ਹੈ, ਇਲੈਕਟ੍ਰਿਕ ਫੀਲਡ ਹੈ। ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਦੇਖੋ ਆਊਟਵਰਡ ਹੈ, ਰੇਡੀਅਲੀ ਇਹ ਤੋਂ ਆਊਟਵਰਡ ਹੈ, ਸਾਰੀ ਰੇਡੀਅਲੀ ਆਊਟਵਰਡ ਨਿਕलेगी क्योंकि बेसिकली रिपेल करेगा ना पॉजिटिव चार्ज। आ देखो यू कैन सी रेडियली आउटवर्ड होएगी हमेशा। ਇਹਦੇ ਬਾਰੇ ਕੋਈ ਡਾਊਟ ਹੋਵੇ ਤਾਂ ਪੁੱਛੋ ਪਹਿਲਾਂ, ਕਿਉਂਕਿ ਸੋਰਸ ਚਾਰਜ ਤਾਂ ਨੈਗੇਟਿਵ ਹੀ ਹੋ ਸਕਦਾ ਨਾ। ਤਾਂ ਹੁਣ ਮੈਂ ਜਿਵੇਂ ਉਹ ਵੀ ਦਿਖਾ ਦਿੰਦਾ ਤੁਹਾਨੂੰ ਐਗਜ਼ਾਮਪਲ ਇੱਕ ਸੋਰਸ ਚਾਰਜ ਦੇ ਬਾਰੇ, ਕਿ ਮੰਨ ਲਓ ਸੋਰਸ ਚਾਰਜ ਹੀ ਆਪਣਾ ਨੈਗੇਟਿਵ ਹੈ ਜਿਹਦੇ ਕਰਕੇ ਇਲੈਕਟ੍ਰਿਕ ਫੀਲਡ ਪੈਦਾ ਹੋ ਰਿਹਾ। ਹੁਣ ਆ ਸੋਰਸ ਚਾਰਜ ਹੈ, ਇਹ ਨੈਗੇਟਿਵ ਹੈ, ਪਰ ਜਿਹੜੇ ਟੈਸਟ ਚਾਰਜ ਨੂੰ ਰੱਖ ਕੇ ਚੈੱਕ ਕਰਨਾ ਹੈ ਉਹ ਹਮੇਸ਼ਾ, ਮੈਂ ਹੁਣੇ ਕਿਹਾ ਨਾ, ਕੀ ਲੈਣੇ ਹਮੇਸ਼ਾ पॉजिटिव। डिफाइन करते हुए वही गल करांगे। ते आप मान लेने कि इत्थे इस जगह ते कोई पूछे मैंने इलेक्ट्रिक फील्ड किधर नु होएगा, मैं डायरेक्शन पूछ रहा, वो कहूगा इधर नु होएगा। क्यों? क्योंकि इत्थे जब तुम यूनिट पॉजिटिव चार्ज रखोगे तो उन्होंने इधर नु खिंचेगा ना, तो आई फोर्स होएगा, तो यही डायरेक्शन होएगी इलेक्ट्रिक फील्ड दी। जे कोई इत्थे पूछेगा तो मैं कहूँगा इधर नु होएगा, जे कोई इत्थे पूछेगा मैं कहूँगा ऊपर नु होएगा, इत्थे पूछेगा मैं कहूँगा नीचे नु होएगा, इत्थे पूछेगा मैं कहूँगा इधर नु होएगा। मतलब हमेशा रेडियली इनवर्ड होएगा ਇਹਦਾ, क्योंकि ਇਹਨੇ ਟੈਸਟ ਚਾਰਜ ਨੂੰ ਹਮੇਸ਼ਾ ਆਪਣੇ ਵੱਲ ਨੂੰ ਅਟਰੈਕਟ ਕਰਨਾ ਹੈ। तो ਇਹ ਸੋਰਸ ਚਾਰਜ ਤੇ ਡਿਪੈਂਡ ਕਰਦਾ ਹੈ ਕਿ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਰੇਡੀਅਲੀ ਆਊਟਵਰਡ ਹੋਏਗੀ ਜਾਂ ਰੇਡੀਅਲੀ ਇਨਵਰਡ ਹੋਏਗੀ, ਇਹ ਡਿਪੈਂਡ ਕਰਦਾ ਹੈ ਸਾਰਾ ਕੁਝ। ਸੋ ਤੁਸੀਂ ਸਿਰਫ ਇਹ ਦੇਖਣਾ ਹੁੰਦਾ ਹੈ ਕਿ ਉਥੇ ਟੈਸਟ ਚਾਰਜ ਰੱਖਿਆ ਕੋਈ ਵੀ, ਤਾਂ ਉਹਨੂੰ ਕਿੱਧਰ ਨੂੰ ਫੋਰਸ ਲੱਗਿਆ ਤੇ ਕਿੰਨਾ ਫੋਰਸ ਲੱਗਿਆ। ਜਿੰਨਾ ਫੋਰਸ ਲੱਗਿਆ ਉਹਨੂੰ ਉਹੀ ਆਪਣਾ ਇਲੈਕਟ੍ਰਿਕ ਫੀਲਡ ਹੈ, ਉਹਨੇ ਉਹੀ ਮੈਗਨੀਟਿਊਡ ਆਫ ਇਲੈਕਟ੍ਰਿਕ ਫੀਲਡ ਹੈ, ਤੇ ਜਿੱਧਰ ਨੂੰ ਲੱਗਿਆ ਉਹੀ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੈ। ਸੋ ਇਲੈਕਟ੍ਰਿਕ ਫੀਲਡ ਪੂਰੀ ਤਰ੍ਹਾਂ ਇਸ ਫੋਰਸ ਤੋਂ ਹੀ ਡਿਫਾਈਨ ਹੋ ਜਾਂਦਾ ਹੈ। ਪਰ ਯਾਦ ਰੱਖਿਓ ਟੈਸਟ ਚਾਰਜ ਕਦੀ ਐਕਸਪ੍ਰੈਸ਼ਨ ਚ ਟੈਸਟ ਚਾਰਜ ਨਹੀਂ ਆਉਂਦਾ। ਦੇਖੋ ਇੱਥੇ ਟੈਸਟ ਚਾਰਜ ਨਹੀਂ ਹੈਗਾ, ਕਿਉਂਕਿ ਟੈਸਟ ਚਾਰਜ ਤਾਂ ਡਿਵਾਈਡ ਹੋ ਕੇ ਕੈਂਸਲ ਹੋ ਜਾਂਦਾ ਨਾ, ਕਿਉਂਕਿ ਅਸੀਂ ਥਿਓਰੈਟਿਕਲੀ यूनिट टेस्ट चार्ज रखना होता है, तो टेस्ट चार्ज की वैल्यू तो 1 ही है। सो मैंने कोई कहूगा कोई 2 पॉइंट दे दे भी इत्थे इलेक्ट्रिक फील्ड स्ट्रांग है किथे, हुण जे मान लो इत्थे तक तुहानू सोर्स चार्ज दिख रहा सी है ना, जे मान लो कई बार कोई कहे फील्ड है इलेक्ट्रिक फील्ड, इस सारे चीज़ इलेक्ट्रिक फील्ड है, इत्थे सारे चीज़ इलेक्ट्रिक फील्ड है, ठीक है सारे फील्ड है, पर मैंने कोई आ नहीं दस रहा कि सोर्स चार्ज किथे है ते केड़ा है, बस फील्ड है इत्थे। हुण मैं आ पॉइंट ए है आ पॉइंट बी है, गुरांश हुण दस किथे इलेक्ट्रिक फील्ड ज्यादा स्ट्रांग होएगा, गुरांश हाँ जी सर, हुण किथे स्ट्रांग होएगा हैं? सर आप सोर्स किस ਨੂੰ ਮੰਨਦੇ ਪਏ हैं? सोर्स तो इत्थे है ही नहीं ना। मैं क्या सोर्स मान लो आ स्क्रीन दे बाहर किते पिया, तेनू पता ही नहीं है, मैनू ही नहीं दिख रहा किथे है, की पता इधर पिया के उधर पिया के ऊपर पिया के नीचे पिया, आ स्क्रीन ते जिन्ने स्पेस हैगी ਇਹਦੇ ਚ नहीं दिख रहा बस, पर ਇਹ ਚ ਇਲੈਕਟ੍ਰਿਕ फील्ड हैगा आ, बस इत्थे ए ते बी पॉइंट पे होए ने, ए ते बी पॉइंट पे मेंशन करते, मैं पूछ रहा किथे स्ट्रांग है, दस सकदा? नहीं सर, सोर्स ही नहीं पता, कोई नहीं दस सकदा, मैं भी नहीं दस सकदा। सो आपां किवें दस सकदे हो? आपां इन जनरल, हाँ जी हुसनजोत बोलो बोलो। मैं ये कह रही सी जे ਆਪਾਂ ਟੈਸਟ ਚਾਰਜ ਰੱਖ ਲਈਏ ਤੇ ਫਿਰ ਜਿੱਥੇ ਫੋਰਸ ਵੱਧ ਲੱਗੂਗੀ ਉਹਦੇ ਤੇ ਉੱਥੇ ਐਗਜ਼ੈਕਟਲੀ ਇਹੀ ਕਰਾਂਗੇ ਅਸੀਂ ਮਤਲਬ ਮੈਨੂੰ ਸਾਨੂੰ ਜੇ ਨਹੀਂ ਪਤਾ ਅਸੀਂ ਕੀ ਕਰਾਂਗੇ, ਅਸੀਂ ਟੈਸਟ ਚਾਰਜ ਲੈ ਕੇ ਆਵਾਂਗੇ, ਉਹਨੂੰ ਰੱਖ ਕੇ ਦੇਖ ਲਾਂਗੇ, ਹੈ ਨਾ। ਟੈਸਟ ਚਾਰਜ ਜਿਵੇਂ ਆ ਵੈਸੇ ਤਾਂ Q0 ਕਹਿਣਾ ਟੈਸਟ ਚਾਰਜ ਨੂੰ ਮੈਂ +1 ਵੀ ਲਿਖ ਦਵਾਂ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਕਿਉਂਕਿ ਯੂਨਿਟ ਚਾਰਜ ਹੀ ਹੈ। ਤਾਂ ਮੰਨ ਲਓ ਇੱਥੇ ਯੂਨਿਟ ਚਾਰਜ ਰੱਖ ਕੇ ਦੇਖ ਲਿਆ, ਇੱਥੇ ਵੀ ਯੂਨਿਟ ਚਾਰਜ ਰੱਖ ਕੇ ਦੇਖ ਲਿਆ, ਮੰਨ ਲਓ ਇੱਧਰ ਐ ਫੋਰਸ ਲੱਗ ਗਿਆ, ਇੱਧਰ ਇੰਨਾ ਤੇ ਇੱਧਰ ਇੰਨਾ ਫੋਰਸ ਲੱਗ ਰਿਹਾ, ਤਾਂ ਮੈਗਨੀਟਿਊਡ ਤੇ ਡਾਇਰੈਕਸ਼ਨ ਦੋਨੋਂ ਪਤਾ ਲੱਗ ਗਈ ਨਾ ਇਲੈਕਟ੍ਰਿਕ ਫੀਲਡ ਦੀ। ਯੈਸ ਸਰ, यानी कि मैं जस्ट प्रैक्टिकल कर रहे हैं, ये तो नहीं दसिया जाता, पर हम जो आप प्रैक्टिकली करांगे तो आप रख के देख सकते हैं किधर फोर्स ज्यादा लग रहा है, जिधर ज्यादा स्ट्रांग इलेक्ट्रिक फील्ड है इधर वीक इलेक्ट्रिक फील्ड है, जे इधर ज्यादा फोर्स लग गया इधर घट लग गया तो आप कहेंगे इधर घट है इधर ज्यादा है, तो बंदा पूछे डायरेक्शन, मैं कहूँगा दिखता रही है जिधर फोर्स लग रहा है वही तो डायरेक्शन है इलेक्ट्रिक फील्ड बाय डेफिनेशन। समझ लगी गल सारे को? ठीक है, इस तरह आप इलेक्ट्रिक फील्ड जिहड़ा डिफाइन करते हैं, ਤੇ ਆਪਾਂ ਇਲੈਕਟ੍ਰਿਕ ਫੀਲਡ ਕਿਸੇ ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਲਈ ਵੀ ਡਿਫਾਈਨ ਕਰ ਸਕਦੇ ਹਾਂ, ਇਹ ਪੁਆਇੰਟ ਚਾਰਜ ਇਸ ਤਰ੍ਹਾਂ ਕਰਦੇ ਹਾਂ, ਠੀਕ ਹੈ। ਸੋ ਇਲੈਕਟ੍ਰਿਕ ਫੀਲਡ ਜੇ ਡਿਫਾਈਨ ਕਰਨਾ ਹੋਵੇ ਹੁਣ ਅਸੀਂ ਅੱਛਾ ਨਿਊਮੈਰੀਕਲ ਵਗੈਰਾ ਕਰਨੇ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਬਿਲਕੁਲ ਉਵੇਂ ਹੀ ਕਰਾਂਗੇ ਆਪਾਂ, 1/4πε0 ਦੀ ਵੈਲਿਊ ਪੁੱਟ ਕਰੋਗੇ, ਚਾਰਜ ਬਾਈ r², ਦੈਟਸ ਇਟ। ਸੋ ਇਲੈਕਟ੍ਰਿਕ ਫੀਲਡ ਜੇ ਆ ਜਾਵੇ ਪਤਾ ਕਰ ਲਈ, ਡਿਊ ਟੂ ਕੰਟੀਨਿਊਸ ਚਾਰਜ distribution, continuous charge
ਚਾਰਜ ਡਿਸਟ੍ਰੀਬਿਊਸ਼ਨਸ ਕੀ ਹੁੰਦਾ ਆ, ਜਿਵੇਂ ਡਿਸਕ੍ਰੀਟ ਚਾਰਜ ਡਿਸਟ੍ਰੀਬਿਊਸ਼ਨ ਦਾ ਕਿ ਮੰਨ ਲਓ ਇੱਥੇ ਇੱਕ ਚਾਰਜ ਪਿਆ, ਇੱਕ ਇੱਥੇ ਚਾਰਜ ਪਿਆ, ਇੱਕ ਇੱਥੇ ਚਾਰਜ ਪਿਆ, ਇੱਥੇ ਤੁਸੀਂ ਫੀਲਡ ਪਤਾ ਕਰੋ ਇਹਨਾਂ ਤੇ ਨਾ ਕਰਕੇ, ਹਨਾ। ਤਾਂ ਉਹ ਤਾਂ ਇਹ ਡਿਸਕ੍ਰੀਟ ਚਾਰਜ ਡਿਸਟ੍ਰੀਬਿਊਸ਼ਨ ਹੋ ਗਿਆ ਨਾ। ਕੰਟੀਨਿਊਸ ਚਾਰਜ ਡਿਸਟ੍ਰੀਬਿਊਸ਼ਨ ਦਾ ਮਤਲਬ ਨਾ ਕੰਟੀਨਿਊਸਲੀ ਚਾਰਜ ਡਿਸਟ੍ਰੀਬਿਊਟ ਹੋਇਆ। ਮੰਨ ਲਓ ਕੋਈ ਵਾਇਰ ਦੇ, ਮੰਨ ਲਓ ਤਾਰ ਆ ਐ ਕਰਕੇ, ਤੇ ਤਾਰ ਦੇ ਉੱਪਰ ਚਾਰਜ ਹੈ, ਪੂਰੀ ਤਾਰ ਦੇ ਉੱਪਰ ਚਾਰਜ ਹੈ। सोर्स चार्ज ਨੂੰ ਪੋਜ਼ਿਟਿਵ ਆਪਾਂ ਇਸ ਲਈ ਦਿਖਾਣੇ ਆ, ਇਹਦੇ ਨਾਲ ਦਿਖਾਣਾ ਆਸਾਨ ਹੋ ਜਾਂਦਾ, ਫੋਰਸ ਬਾਹਰ ਨੂੰ ਦਿਖਾਣਾ ਸੌਖਾ ਬਸ ਇਸ ਲਈ। ਹੁਣ ਤਾਰ ਦੇ ਉੱਪਰ ਚਾਰਜ ਹੈ, ਮੈਨੂੰ ਕੋਈ ਬੰਦਾ ਕਹਿ ਰਿਹਾ ਇਹਦੇ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਦੱਸੋ ਕਿੰਨਾ ਆ, ਇੱਥੇ ਇਲੈਕਟ੍ਰਿਕ ਫੀਲਡ ਕਿੰਨਾ ਆ ਪੁਆਇੰਟ। ਮੈਂ ਕਿਹਾ ਇਹ ਤਾਂ ਸਿੱਧਾ ਬੜਾ ਮਾਮਲਾ ਹੈ ਨਹੀਂ, ਕਿਉਂਕਿ ਜਿਹੜਾ ਇੱਥੇ ਆਪਾਂ ਕੰਮ ਕਰਦੇ ਆ, ਆਹ ਵਾਲਾ ਕੰਮ ਕੀਤਾ, ਜਿਹੜਾ ਆਹ ਕੀਤਾ, ਆਹ ਜਿਹੜਾ ਫੋਰਸ ਪਤਾ ਕੀਤਾ, ਇਹ ਕਿਹਦੇ ਨਾਲ ਪਤਾ ਕੀਤਾ, ਕੂਲਮਜ਼ ਦਾ ਪਤਾ ਕੀਤਾ ਨਾ। ਤੇ ਕੂਲਮਜ਼ ਲਾ ਕਿਹਦੇ ਉੱਪਰ ਐਪਲੀਕੇਬਲ ਹੈ? ਕੂਲਮਜ਼ ਲਾ ਤਾਂ ਸਿਰਫ ਪੁਆਇੰਟ ਚਾਰजेस ਤੇ ਐਪਲੀਕੇਬਲ ਹੈ ਨਾ। ਹਾਂਜੀ ਪਨਮ, ਸਾਰੇ ਸੁਸਤ ਪਏ ਲੱਗਦੇ ਯਾਰ। ਪਨਮ ਪਨਮ ਦੱਸ ਬੋਲੀ ਨਹੀਂ ਬਈ। ਆ ਜਿਹੜੀ ਬੜੀ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਕਰਦਾ ਵਾਂ, ਇਹਦੇ ਨਾਲ ਤਾਂ ਡਿਸਾਈਡ ਹੋਣਾ ਕਿ ਕਿਵੇਂ ਆਪਾਂ ਸਿੱਖਾਂਗੇ ਚੀਜ਼ਾਂ ਨੂੰ। ਪਨਮ ਪਨਮ ਆਵਾਜ਼ ਨਹੀਂ ਆ ਰਹੀ ਤੇਰੀ ਬਈ। ਥੋੜਾ ਨਾ ਆਪਣੇ ਗੈਜਟਸ ਵਗੈਰਾ ਠੀਕ ਕਰਾਓ, ਜੇ ਇਦਾਂ ਦੀ ਕੋਈ ਪ੍ਰੋਬਲਮ ਆ। ਮੈਂ ਜਦੋਂ ਨਾਮ ਲਵਾਂ ਨਾਲ ਹੀ ਮੈਨੂੰ ਤੁਸੀਂ ਅਟੈਂਟਿਵ ਚਾਹੀਦੇ ਹੋ। ਤੁਸੀਂ ਐਵੇਂ ਬਿਲਕੁਲ ਸੋ ਨਾ ਜਾਇਆ ਕਰੋ ਸਾਰਿਆਂ ਨੇ ਕਿ ਮੈਂ ਲੈਕਚਰ ਦੇ ਰਿਹਾ ਤੁਸੀਂ ਸੋ ਕੇ ਤੇ ਬਾਅਦ ਚ ਲੈਕਚਰ ਦਾ ਵੀਡੀਓ ਦੇਖ ਲਾਂਗੇ। ਵੀਡੀਓ ਤਾਂ ਹੁਣ ਮੈਂ ਮਟੇਣੇ ਸ਼ੁਰੂ ਕਰ ਦੇਣਾ 1-2 ਦਿਨ ਬਾਅਦ ਹੀ, ਕਿਉਂਕਿ ਤੁਸੀਂ ਮਤਲਬ ਇਸ ਤਰ੍ਹਾਂ ਦਾ ਮਤਲਬ ਬੈਠੇ ਰਹੋਗੇ। ਮੈਂ ਦੱਸ ਮੈਂ ਕਿਹਦੇ ਨਾਲ ਗੱਲ ਕਰਾਂ, ਗੁਰਾਂਸ਼ ਤੇ ਆ ਹੁਸਨਜੋਤ ਹਿਮਾਨੀ, ਆ 2-4 ਬੱਚੇ ਜਿਹੜੇ ਆਈ ਬੋਲਦੇ ਰਹਿੰਦੇ ਨੇ। ਹਾਂਜੀ ਰਿਦਮ, यस सर, ਪਤਾ ਲੱਗ ਰਹੀ ਗੱਲ? यस सर, ਹੁਣ ਤੂੰ ਮੇਰੇ ਨਾਲ ਗੱਲ ਕਰਨੀ ਆ। ਇੱਧਰ ਦੱਸ ਵੀ ਆ ਕੂਲਮਜ਼ ਲਾ ਦੇ ਨਾਲ ਹੀ ਪਤਾ ਕੀਤਾ ਨਾ ਇਹ? यस सर, ਕਿਉਂ ਕੂਲਮਜ਼ ਲਾ ਲਗਾਇਆ? ਕਿਉਂਕਿ ਆ ਪੁਆਇੰਟ ਚਾਰਜ ਹੈ, ਟੈਸਟ ਚਾਰਜ ਦਾ ਪੁਆਇੰਟ ਚਾਰਜ ਹੁੰਦਾ ਹੀ ਆ ਸੋਰਸ ਚਾਰਜ ਵੀ ਪੁਆਇੰਟ ਚਾਰਜ ਸੀਗਾ ਹਨਾ। यस सर, ਤੇ ਕੂਲਮਜ਼ ਲਾ ਬਾਰੇ ਮੈਂ ਦੱਸਿਆ ਸੀ ਨਾ ਕਿ ਕੂਲਮਜ਼ ਲਾ ਉਦੋਂ ਹੀ ਐਪਲੀਕੇਬਲ ਆ ਜਦੋਂ ਪੁਆਇੰਟ ਚਾਰजेस ਹੋਣ। यस सर, ਤੇ ਫਿਰ ਇੱਥੇ ਕੂਲਮਜ਼ ਲਾ ਲੱਗ ਸਕਦਾ ਇਸ ਜਗ੍ਹਾ ਤੇ? ਆ ਤਾਰ ਜਿਹੜੀ ਆ ਇੰਨੀ ਸਾਰੀ ਇਹਦੇ ਉੱਪਰ ਚਾਰਜ ਹੈਗਾ ਆ, ਇੱਥੇ ਕੂਲਮਜ਼ ਲਾ ਲੱਗ ਸਕਦਾ ਪੁਆਇੰਟ P ਦੇ ਲਈ? सर पॉइंट चार्ज चाहिए होता है। ਹਾਂ ਤਾਂ ਉਹੀ ਕਹਿ ਰਹੇ, ਇੱਥੇ ਤਾਂ ਨਹੀਂ ਲੱਗ ਸਕਦਾ ਨਾ ਫਿਰ, नहीं सर, ਇੱਥੇ ਨਹੀਂ ਲੱਗ ਸਕਦਾ। ਇਸ ਲਈ ਅਸੀਂ ਕਿਵੇਂ ਕਰਾਂਗੇ ਫਿਰ? ਅਸੀਂ ਪਹਿਲੇ ਕਹਿੰਦਾ ਜਦੋਂ ਇਸ ਤਰ੍ਹਾਂ ਦੀ ਚਾਰਜ ਡਿਸਟ੍ਰੀਬਿਊਸ਼ਨ ਦਿੱਤੇ, ਇਹਨੂੰ ਕਹਿੰਦੇ ਲਾਈਨ ਚਾਰਜ ਡਿਸਟ੍ਰੀਬਿਊਸ਼ਨ ਜਾਂ ਲੀਨੀਅਰ ਚਾਰਜ ਡਿਸਟ੍ਰੀਬਿਊਸ਼ਨ ਹੈ ਇਹ। ਆ ਜਿਹੜੀ ਲੀਨੀਅਰ ਚਾਰਜ ਦੇ ਵਿੱਚ ਅਸੀਂ ਕੀ ਗਿਵਨ ਹੁੰਦਾ ਸਾਨੂੰ ਇਹਦੇ ਉੱਪਰ ਟੋਟਲ ਚਾਰਜ ਕਈ ਵਾਰ ਗਿਵਨ ਨਹੀਂ ਵੀ ਹੁੰਦਾ, ਸਾਨੂੰ ਲੀਨੀਅਰ ਚਾਰਜ ਡੈਂਸਿਟੀ ਗਿਵਨ ਹੁੰਦੀ ਹੈ। ਲੀਨੀਅਰ ਚਾਰਜ ਡੈਂਸਿਟੀ ਗਿਵਨ ਹੁੰਦੀ ਹੈ। ਵੈਸੇ ਟੋਟਲ ਚਾਰਜ ਸਾਡੇ ਲਈ ਇੰਪੋਰਟੈਂਟ ਵੀ ਹੈ ਨਹੀਂਗਾ, ਕਿਉਂਕਿ ਟੋਟਲ ਚਾਰਜ ਜੇ Q ਵੀ ਹੋਵੇ ਤਾਂ ਤੁਸੀਂ Q ਥੋੜੀ ਲੈ ਲਓਗੇ ਇੱਥੇ, ਤੇ ਫਿਰ Q ਦਾ ਹਰੇਕ ਜਗ੍ਹਾ ਦੇਖੋ ਇੱਥੇ R ਡਿਸਟੈਂਸ ਅਲੱਗ ਹੈ, ਇੱਥੇ R ਅਲੱਗ ਹੈ, ਇੱਥੇ R ਦੂਰ ਹੋ ਗਿਆ ਥੋੜਾ, ਇੱਥੇ R ਅਲੱਗ ਹੈ, ਤੇ ਸਾਰੇ ਲਈ ਤੁਸੀਂ ਕਿਹੜਾ R ਯੂਜ਼ ਕਰੋਗੇ? ਫਿਰ ਪੁਆਇੰਟ ਚਾਰਜ ਦੀ ਤਰ੍ਹਾਂ ਥੋੜੀ ਟ੍ਰੀਟ ਕਰ ਸਕਦੇ ਹੋ। ਲੀਨੀਅਰ ਚਾਰਜ ਡੈਂਸਿਟੀ ਮੰਨ ਲਓ ਇਹਦੀ ਲੈਮਡਾ ਗਿਵਨ ਹੈ ਆਪਾਂ ਨੂੰ, ਲੀਨੀਅਰ ਚਾਰਜ ਡੈਂਸਿਟੀ ਮਤਲਬ ਚਾਰਜ ਪਰ ਯੂਨਿਟ ਲੈਂਥ ਗਿਵਨ ਹੈ ਸਾਨੂੰ। ਤਾਂ ਇਸ ਤਰ੍ਹਾਂ ਦੇ ਕੇਸ 'ਚ ਅਸੀਂ ਕੀ ਕਰਦੇ ਹਾਂ? ਅਸੀਂ ਕੀ ਕਰਦੇ ਹਾਂ, ਇਸ ਪੂਰੀ ਵਾਇਰ ਨੂੰ ਛੋਟੇ-ਛੋਟੇ ਟੁਕੜਿਆਂ 'ਚ ਵੰਡ ਦਿੰਦੇ ਹਾਂ ਰੈਂਡਮਲੀ। ਕੋਈ ਇੱਕ ਟੁਕੜਾ ਸਿਲੈਕਟ ਕਰ ਲਓ, ਮੰਨ ਲਓ ਆਹ ਵਾਲਾ, ਆ ਰੈਡ ਨਾਲ ਸ਼ੋ ਕਰ, ਤੇ ਮੰਨ ਲਓ ਆਹ ਜਿਹੜਾ ਟੁਕੜਾ ਸਿਲੈਕਟ ਕੀਤਾ ਤੁਸੀਂ, ਇਹਦੀ ਲੈਂਥ ਹੈਗੀ ਮੰਨ ਲਓ DL। ਤਾਂ ਇਸ ਛੋਟੀ ਜਿਹੀ ਲੈਂਥ ਦੇ ਉੱਪਰ ਚਾਰਜ ਕਿੰਨਾ ਹੋਏਗਾ? ਦੇਖੋ ਇਹਦੇ ਉੱਪਰ ਚਾਰਜ ਹੋਏਗਾ DQ, ਬਹੁਤ ਥੋੜਾ ਜਿਹਾ ਚਾਰਜ ਜਿਹੜਾ DQ ਹੋਏਗਾ ਉਹ ਹੋਏਗਾ ਲੈਮਡਾ ਇਨਟੂ DL, ਹੈ ਨਾ। ਕਿਉਂਕਿ ਲੈਮਡਾ ਕੀ ਹੈ? ਲੀਨੀਅਰ ਚਾਰਜ ਡੈਂਸਿਟੀ ਹੈ, ਚਾਰਜ ਪਰ ਯੂਨਿਟ ਲੈਂਥ ਹੈ, ਤਾਂ DL ਲੈਂਥ ਤੇ ਕਿੰਨਾ ਚਾਰਜ ਹੋਏਗਾ? ਇੰਨਾ। ਆ ਜਿਹੜਾ ਛੋਟਾ ਜਿਹਾ DL ਲੈਂਥ ਹੈ ਨਾ, ਇਹ ਬਹੁਤ ਛੋਟਾ ਹੈ, ਇਸ ਤੋਂ ਵੀ ਛੋਟਾ ਜਿੰਨਾ ਮੈਂ ਦਿਖਾ ਰਿਹਾ ਤੁਹਾਨੂੰ, ਮਤਲਬ ਪੁਆਇੰਟ ਸਾਈਜ਼ ਦਾ ਹੀ ਹੈ। ਇਹਦੇ ਉੱਪਰ ਅਸੀਂ ਚਾਹੀਏ ਤਾਂ ਆਪਾਂ ਲਗਾ ਸਕਦੇ ਹਾਂ ਕੂਲਮਜ਼ ਲਾ ਇਸ ਇਕੱਲੇ ਛੋਟੇ ਜਿਹੇ ਪੋਰਸ਼ਨ ਦੇ ਲਈ। ਤਾਂ ਇਸ ਜਗ੍ਹਾ ਤੇ ਆਪਣੇ ਕੋਲ ਸਮਾਲ ਇਲੈਕਟ੍ਰਿਕ ਫੀਲਡ ਆ ਜਾਏਗਾ DE, ਤੇ ਉਹਦਾ ਸਮਾਲ ਇਲੈਕਟ੍ਰਿਕ ਫੀਲਡ ਆਏਗਾ DE। ਹੁਣ ਦੇਖੋ ਉਹ ਕਿਹਦੇ ਬਰਾਬਰ ਹੋਏਗਾ? ਉਹ ਹੋਏਗਾ 1/4 ਪਾਈ ਐਪਸਿਲਨ ਨॉट, ਤੇ ਇੱਥੇ ਆਏਗਾ DQ, ਜੋ ਸੋਰਸ ਚਾਰਜ ਹੁੰਦਾ ਨਾ ਉਹੀ ਆਉਂਦਾ ਨਾ DQ, ਡਿਵਾਈਡ ਬਾਈ R ਸਕੁਅਰ। ओके, ਤੇ DQ ਨੂੰ ਆਪਾਂ ਕੀ ਲਿਖ ਸਕਦੇ ਹਾਂ? ਲੈਮਡਾ ਇਨਟੂ DL,
अपॉन आर स्क्वायर। ये छोटा इलैक्ट्रिक फील्ड आ गया स्मॉल। उस तो बाद ਅਸੀਂ टोटल इलैक्ट्रिक फील्ड जे पता करना है टोटल, ਤਾਂ ਅਸੀਂ छोटे स्मॉल इलैक्ट्रिक फील्ड ਨੂੰ ਕੀ ਕਰਦੇ ਹਾਂ, ਇੰਟੀਗ੍ਰੇਟ ਕਰਦੇ ਹਾਂ ਤੇ ਇੱਥੇ ਲਿਖਦੇ ਹਾਂ ਹੋਲ ਲੈਂਥ ਆਫ ਵਾਇਰ। ਬਸ ਆਪਾਂ ਮੈਂ ਯੂਨਿਟ ਨਹੀਂ ਲਿਖ ਰਿਹਾ, ਹੋਲ ਲੈਂਥ ਆਫ ਵਾਇਰ ਲਿਖ ਰਿਹਾ, ਬਸ ਕਿ ਸਾਰੀ ਵਾਇਰ ਦੇ ਉੱਪਰ ਆ ਸਾਰੇ ਇਹਨੂੰ ਆਪਾਂ ਇੰਟੀਗ੍ਰੇਟ ਕਰਾਂਗੇ। ਤੇ ਇੰਟੀਗ੍ਰੇਸ਼ਨ ਦਾ ਇੱਥੇ ਕਿਹੜਾ ਫਾਰਮੂਲਾ ਲੱਗੇ ਕਿਹੜਾ ਨਹੀਂ, ਇਹ ਡਿਪੈਂਡ ਕਰਦਾ ਹੈ ਕਿ ਕਿਹੜਾ ਕਾਂਸਟੈਂਟ ਹੈ, ਕਿਹੜਾ ਇੰਟੀਗ੍ਰੇਸ਼ਨ ਤੋਂ ਬਾਹਰ ਆਏਗਾ, ਕਿਹੜਾ ਅੰਦਰ ਰਹਿ ਜਾਏਗਾ। ਇਹ ਸਾਰੀਆਂ ਗੱਲਾਂ ਬਾਅਦ ਵਿੱਚ ਤੈਅ ਹੁੰਦੀਆਂ ਨੇ। ਸੋ ਇਹ ਜਸਟ ਸਿੰਬੋਲਿਕ ਮੈਂ ਸਿੰਬਲ ਦਿਖਾ ਰਿਹਾ ਤੁਹਾਨੂੰ ਕਿ ਇਸ ਤਰ੍ਹਾਂ ਆਪਾਂ ਕੰਮ ਕਰਦੇ ਹਾਂ ਜਦੋਂ ਡਿਸਟ੍ਰੀਬਿਊਸ਼ਨ ਕੰਟੀਨਿਊਸ ਹੋ ਜਾਵੇ। ਤਾਂ ਜਦੋਂ ਡਿਸਟ੍ਰੀਬਿਊਸ਼ਨ ਡਿਸਕ੍ਰੀਟ ਹੁੰਦੀ ਹੈ ਤਾਂ ਸੁਪਰਪੋਜੀਸ਼ਨ ਪ੍ਰਿੰਸੀਪਲ ਹੀ ਬੜਾ ਵਧੀਆ ਲੱਗ ਜਾਂਦਾ ਤੁਹਾਡਾ, ਜਿਹੜਾ ਤੁਸੀਂ ਟ੍ਰਾਇੰਗਲ ਵਾਲੇ ਹੋ ਕਿਤੇ ਕੇਸ ਜਾਂ ਸਕੁਅਰ ਦੇ ਉੱਪਰ ਕੇਸ ਕੀਤੇ। ਪਰ ਇੱਥੇ ਕੀ ਆ, ਇੱਥੇ ਤਾਂ ਤੁਹਾਡੇ ਕੋਲ ਕੰਟੀਨਿਊਸ ਡਿਸਟ੍ਰੀਬਿਊਸ਼ਨ ਹੈ, ਇੱਥੇ ਆਪਣੇ ਕੋਲ ਸੁਪਰਪੋਜੀਸ਼ਨ ਪ੍ਰਿੰਸੀਪਲ ਨਹੀਂ ਲੱਗਣਾ। ਇੱਥੇ ਆਪਾਂ ਨੂੰ ਐਡ ਕਰਨ ਲਈ ਇੰਟੀਗ੍ਰੇਟ ਕਰਨਾ ਪੈਣਾ ਸਾਰੀ ਵਾਇਰ ਦੇ ਉੱਪਰ। ਜੇ ਮੰਨ ਲਓ ਆ ਵਾਇਰ ਦਾ ਸਿਰਾ A ਕਹਿ ਦਈਏ, ਆ ਸਿਰਾ B ਕਹਿ ਦਈਏ, ਤਾਂ ਇਹਨੂੰ ਐਵੇਂ ਲਿਖ ਸਕਦੇ ਹਾਂ A ਤੋਂ ਲੈ ਕੇ B ਤੱਕ। ਠੀਕ ਆ, ਉਹੀ ਬਾਅਦ ਵੀ ਦੇਖ ਲੈਣੇ ਆਪਾਂ ਵੀ ਕਿਹੜੀ ਚੀਜ਼ ਕਿਹੜੀ ਕੁਆਂਟੀਟੀ ਦੀ ਆਪਾਂ ਲਿਮਿਟਸ ਪੁੱਟ ਕਰਨੀਆਂ। ਸਮਝ ਲੱਗੀ ਸਾਰਿਆਂ ਨੂੰ ਗੱਲ? ਹਾਂਜੀ ਸਰ। Yes, sir. ਬਿਲਕੁਲ ਬਿਲਕੁਲ ਧਿਆਨ ਨਾਲ ਸਮਝ ਕੇ ਚਲੋ। ਬਸ ਇਹ ਗੱਲਾਂ ਦਾ ਮਤਲਬ ਕੀ ਹੈ, ਮਤਲਬ ਸਮਝ ਲਓ। ਇਹ ਨੂੰ ਕੋਈ ਡਿਰਾਈਵ ਥੋੜੀ ਕੀਤਾ, ਕੋਈ ਫਾਰਮੂਲਾ ਥੋੜੀ ਹੈ, ਕੁਝ ਵੀ ਨਹੀਂ ਹੈਗਾ। ਇਹ ਤਾਂ ਜਸਟ ਵੈਸੇ ਦੱਸ ਰਿਹਾ ਤੁਹਾਨੂੰ ਮੈਂ, ਇਹ ਪੇਪਰ 'ਚ ਵੀ ਨਹੀਂ ਆਉਣ ਲੱਗਾ ਕਿ ਕੌਣ ਆ ਲਿਖੋ ਤੁਸੀਂ ਆ ਲੈਮਡਾ ਡੀ ਲਈ ਇਹ ਤਾਂ ਇਹਨੂੰ ਯੂਜ਼ ਕਰਾਂਗੇ, ਮੈਥਡ ਸਮਝਾ ਰਿਹਾ ਤੁਹਾਨੂੰ ਬਸ। और बिल्कुल इसी तरह ही जे देखा जाए, बिल्कुल इसी तरह ही जे मान लो डिस्ट्रीब्यूशन ਤੁਹਾਡੀ सरफेस ਤੇ फैली ਹੋਵੇ, कोई सरफेस चार्ज डिस्ट्रीब्यूशन, वो सरफेस चार्ज डिस्ट्रीब्यूशन ਨੂੰ ਕਿਵੇਂ ਸਮਝੋਗੇ ਤੁਸੀਂ? ਜਿਵੇਂ ਫॉर ਐਗਜ਼ਾਮਪਲ ਤੁਸੀਂ ਆ ਵੀਡੀਓ ਦੇਖੋ, ਇਹਦੇ ਵਿੱਚ देखो आ देखो आ मेरा ये पैड है, ठीक है, राइटिंग पैड, ਤੇ ਆ ਇਹਦਾ ਸਰਫੇਸ ਹੈ ਸਾਰਾ, ਤੇ ਆ ਸ਼ੀਟ ਹੈ ਇੱਕ ਨਾ। ਮੈਂ ਇਸ ਸ਼ੀਟ ਦੇ ਉੱਪਰ ਚਾਰਜ ਆ ਗਿਆ, ਮੰਨ ਲਓ ਇੱਥੇ 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 ਸਾਰੇ ਪਾਸੇ ਚਾਰਜ ਹੀ ਚਾਰਜ ਹੈ, ਚਾਰਜ ਹੀ ਚਾਰਜ ਹੈ। ਆ ਸ਼ੀਟ ਦੇ ਉੱਪਰ ਚਾਰਜ ਹੈ, ਇਹਦੇ ਕਰਕੇ ਕੋਈ ਮੈਨੂੰ ਕਹਿ ਰਿਹਾ ਵੀ ਇਹਦੇ ਕਰਕੇ ਇਸ ਜਗ੍ਹਾ ਤੇ ਇੱਥੇ ਪਤਾ ਕਰੋ ਇਲੈਕਟ੍ਰਿਕ ਫੀਲਡ ਕਿੰਨਾ ਹੈ ਇਸ ਜਗ੍ਹਾ ਤੇ। ਹੁਣ ਇਹਦੇ ਉੱਪਰ ਚਾਰਜ ਫੈਲਿਆ ਹੈ, ਇਹਦੇ ਕਰਕੇ ਇੱਥੇ ਪਤਾ ਕਰਨਾ ਇਲੈਕਟ੍ਰਿਕ ਫੀਲਡ। ਇਹ ਲੀਨੀਅਰ ਚਾਰਜ ਨਹੀਂ ਨਾ ਹੈ, ਇਹ ਕੋਈ ਤਾਰ ਥੋੜੀ ਹੈ, ਇਹ ਤਾਂ ਸਰਫੇਸ ਤੇ ਫੈਲਿਆ ਹੋਇਆ ਚਾਰਜ ਹੈ ਨਾ। ਇਹਦੇ ਕਰਕੇ ਵੀ ਮੈਨੂੰ ਕਿਸੇ ਜਗ੍ਹਾ ਪਤਾ ਕਰਨ ਨੂੰ ਕਿਹਾ ਜਾਏਗਾ ਤਾਂ ਇਹਨੂੰ ਮੈਂ ਐਜ਼ ਅ ਪੁਆਇੰਟ ਚਾਰਜ ਨਹੀਂ ਲੈ ਸਕਦਾ। ਸੋ ਇੱਥੇ ਕੂਲਮ ਲਾਅ ਨਹੀਂ ਲੱਗੇਗਾ। ਮੈਨੂੰ ਕੀ ਕਰਨਾ ਪਏਗਾ, ਇਹਨੂੰ ਥੋੜੇ ਥੋੜੇ ਛੋਟੇ ਛੋਟੇ ਟੁਕੜਿਆਂ ਵਿੱਚ, ਛੋਟੇ ਛੋਟੇ ਸਰਫੇਸਿਸ ਵਿੱਚ ਇਮੇਜਿਨ ਕਰੂੰਗਾ ਇਹਨੂੰ। ਆ ਛੋਟਾ ਸਰਫੇਸ, ਆ ਸਰਫੇਸ, ਆ ਸਰਫੇਸ, ਉਹਦੇ ਕਰਕੇ ਇੱਕ ਇੱਕ ਦੇ ਕਰਕੇ ਮੈਂ ਇਲੈਕਟ੍ਰਿਕ ਫੀਲਡ ਪਤਾ ਕਰੂੰਗਾ ਤੇ ਉਹਨੂੰ ਐਡ ਕਰੂੰਗਾ। ਤੇ ਇਸ ਪ੍ਰੋਸੈਸ ਨੂੰ ਅਸੀਂ ਕੀ ਕਹਿੰਦੇ ਆ, ਇੰਟੀਗ੍ਰੇਸ਼ਨ। बस इतने सरफेस की गल आऊगी, लेंथ की गल नहीं होगी, क्योंकि सरफेस से चार्ज है, किसी चादर के उपर चार्ज आ गया, किसी शीट के उपर चार्ज आ गया, कापी के किसी कवर के उपर चार्ज आ गया, लैपटॉप की स्क्रीन के उपर चार्ज आ गया, वो करके जे कहा जाए भी ये करके इतने दसो इलैक्ट्रिक फील्ड कितना है। ठीक है, बहुत वधिया ये तरीके ने, बहुत सौखे भी ने, बाद दसूंगा तुहानूं मैं, आप हौली हौली सौखा करते रहांगे इहनूं, पर गल नूं समझो, सिर्फ मतलब समझो। हुण मान लो एक शीट है, आ शीट है, शीट है, शीट के उपर चार्ज है, पॉजिटिव 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 पॉजिटिव, सारी शीट से पॉजिटिव चार्ज है, नैगेटिव भी हो सकता है। मैं बार बार दसदा तुहानूं कि तुसीं आ ना समझ लिया करो कि मैं पॉजिटिव ही क्यों लेना, हमेशा टेस्ट चार्ज हमेशा पॉजिटिव रहना, सोर्स का कुछ भी हो सकता है। आ शीट के उपर चार्ज फैलिया होया, देखो ਇਹਦੇ ਵਿੱਚ ਕੀ ਗਿਵਨ ਹੋਗਾ, ਸਰਫੇਸ ਚਾਰਜ ਡੈਂਸਿਟੀ ਗਿਵਨ ਹੁੰਦੀ ਹੈ ਇਸ ਤਰ੍ਹਾਂ ਦੇ ਕੇਸਿਸ, ਮਤਲਬ ਚਾਰਜ ਪਰ ਯੂਨਿਟ ਸਰਫੇਸ, ਤੇ ਉਹਨੂੰ ਕੀ ਕਹਿੰਦੇ ਆ, ਸਿਗਮਾ। ਜਿਵੇਂ ਲੀਨੀਅਰ ਚਾਰਜ ਡੈਂਸਿਟੀ ਨੂੰ ਲੈਮਡਾ ਕਹਿ ਦਿੰਦੇ ਆ। ਹੁਣ ਇੱਥੇ ਅਸੀਂ ਕੀ ਕਰਾਂਗੇ, ਇਸ ਜਗ੍ਹਾ ਤੇ ਮੰਨ ਲਓ ਇਲੈਕਟ੍ਰਿਕ ਫੀਲਡ ਪਤਾ ਕਰਨ ਨੂੰ ਕਿਹਾ ਕਿਸੇ ਨੇ, ਅਸੀਂ ਕੀ ਕਰਾਂਗੇ, ਅਸੀਂ ਇਹਦਾ ਕੋਈ ਛੋਟਾ ਜਿਹਾ ਸਰਫੇਸ ਚੂਜ਼ ਕਰ ਲਾਂਗੇ ਇੱਥੇ ਬਸ, ਤੇ ਉਹ ਸਰਫੇਸ ਕਿੰਨਾ ਚੂਜ਼ ਕਰਾਂਗੇ, ds ਮੰਨ ਲਓ ਜਾਂ da ਕਹਿ ਲਓ। इस छोटे जे सरफेस के ऊपर चार्ज पता कर लेंगे, कितना होगा सरफेस के ऊपर चार्ज, फिर by ds सिग्मा ds, यस, क्योंकि सिग्मा हैगा सरफेस चार्ज डेंसिटी यानी चार्ज पर यूनिट सरफेस इनटू सरफेस। तो ਇਹਦੇ ਤੋਂ डिस्टेंस देख लांगे कितना है r, ਤੇ ਇਹਦੇ ਕਰਕੇ ਇੱਥੇ ਦੇਖ ਲਾਂਗੇ ਕਿੰਨਾ इलेक्ट्रिक फील्ड है। तो इलेक्ट्रिक फील्ड जो भी आएगा किवें लिखांगे, स्मॉल इलेक्ट्रिक फील्ड due to this small portion, small electric field de is equal to 1/4 pi epsilon naught, इथे आऊगा सिग्मा ds डिवाइड बाय r स्क्वायर। टोटल किवें करांगे, इंटीग्रेट कर देंगे बस। ठीक है, इथे आप होल सरफेस लिख देते हैं, जितना भी सरफेस होएगा वो सारे ते लिमिट लगा देंगे, बस खत्म। बिल्कुल सिमिलरली मैं इथे छड़ देना ਤੁਹਾਡੇ ਲਈ, सिमिलरली ਅਸੀਂ वॉल्यूम चार्ज डिस्ट्रीब्यूशन ਲਈ भी कर सकते हैं।
डिस्ट्रीब्यूशन ਤੇ ਉਹਦੇ ਲਈ ਅਸੀਂ ਕੀ ਕਰਦੇ ਆ, ਉਹਦੇ ਲਈ ਵੋਲਿਊਮ ਚਾਰਜ ਡੈਂਸਿਟੀ ਹੁੰਦੀ ਹੈ ਰੋ ਤੇ ਫਿਰ ਛੋਟਾ ਵੋਲਿਊਮ dv ਲਵਾਂਗੇ ਤਾਂ ਰੋ dv ਆ ਜਾਏਗਾ ਉੱਪਰ, नीचे 4 पाई एप्सिलॉन नॉट r स्क्वायर इंटीग्रेट करना पैना। सो इस तरह सारे ਲਈ ਆਪਾਂ कोई भी कंटीन्यूअस चार्ज डिस्ट्रीब्यूशन ਹੋਵੇ ਤਾਂ ਉਹਦੇ ਲਈ ਅਸੀਂ ਇਸ ਤਰ੍ਹਾਂ ਦੇ ਮੈਥਡਸ ਦੇ ਨਾਲ ਪਤਾ ਕਰ ਸਕਦੇ ਹਾਂ ਕਿੰਨਾ ਇਲੈਕਟ੍ਰਿਕ ਫੀਲਡ ਹੈ। ਦੱਸੋ ਗੱਲ ਸਮਝ ਲੱਗੀ ਸਾਰੇ? ਹਾਂਜੀ ਸਰ। Yes, sir. ਠੀਕ ਹੈ ਤੇ ਹੁਣ ਆਪਾਂ ਇਹ ਕਰਦੇ ਹਾਂ, ਆਪਾਂ ਇਹਦਾ ਇੱਕ ਐਗਜ਼ਾਮਪਲ ਕਰਕੇ ਦੇਖਦੇ ਹਾਂ ਕਿ ਕੰਟੀਨਿਊ ਚਾਰਜ ਡਿਸਟ੍ਰੀਬਿਊਸ਼ਨ ਦੇ ਕਰਕੇ ਇਲੈਕਟ੍ਰਿਕ ਫੀਲਡ ਕਿਵੇਂ ਪਤਾ ਕਰਦੇ ਹਾਂ। एक आर्टिकल करते हैं, उसके बाद मैं थोड़ा और सिंपलीफाई करके दिखाऊंगा चीज़ों ਨੂੰ, इलैक्ट्रिक फील्ड ਤੇ फोर्स ਦੋਨਾਂ ਨੂੰ ਰਿਲੇਟ ਕਰਕੇ ਦਿਖਾऊंगा। पर पहला एक बार ਆਪਾਂ ਇੱਕ ਆਰਟੀਕਲ ਕਰਕੇ ਦੇਖਦੇ ਹਾਂ ਇਸੇ ਤਰ੍ਹਾਂ ਦਾ, ਉਥੇ ਹੁਣ ਆਪਾਂ ਇੰਟੀਗ੍ਰੇਸ਼ਨ ਸੋਲਵ ਵੀ ਕਰਾਂਗੇ, ਇੱਥੇ ਤਾਂ ਛੱਡਤੀ ਸੀ ਆਪਾਂ। ਸੋ ਆਰਟੀਕਲ ਹੈਗਾ ਇਲੈਕਟ੍ਰਿਕ ਫੀਲਡ on axis of uniformly charged ring। यानी कि एक रिंग है जिसके ऊपर चार्ज है, रिंग दे एक्सिस एक्सियल पोजीशन ते आ पॉइंट P ते मान लो आप इलैक्ट्रिक फील्ड पता करना है ते एदा एक्सियल पोजीशन ते सेंटर तो डिस्टेंस हैगा मान लो x, रिंग दे ऊपर चार्ज हैगा ऑब्वियसली, रिंग दे ऊपर चार्ज है ते रिंग दे ऊपर टोटल चार्ज ऑन रिंग जिहड़ा है वो मान लो गिवन है, वो हैगा मान लो q ते रेडियस ऑफ रिंग हैगा कितना, रेडियस ऑफ रिंग r मान लो, ये सब तो गिवन है ना अपन, रेडियस ऑफ रिंग r है ते टोटल चार्ज जिहड़ा हैगा उस पूरी रिंग ते q है क्योंकि फाइनाइटी है। तो तुसीं मैनूं दस सकदे हो कि इत्थे ये लीनियर चार्ज डिस्ट्रीब्यूशन है कि सरफेस चार्ज डिस्ट्रीब्यूशन है कि वॉल्यूम चार्ज डिस्ट्रीब्यूशन है, पहला दसो। लीनियर सर। हाँ लीनियर है, ये तो वायर ही है, वो वायर वही टेढ़ी करके रिंग बनाती है, बस लीनियर चार्ज डिस्ट्रीब्यूशन है। तो लीनियर चार्ज डिस्ट्रीब्यूशन दे विच आपां लीनियर चार्ज डेंसिटी दी भी गल करदे हां, जरूरी हुंदी है। लीनियर चार्ज डेंसिटी दी की आएगी लिख सकते हो डायरेक्टली, दैट इज लैम्डा। वो की होती है, टोटल चार्ज अपॉन टोटल लेंथ नहीं होती है कि नहीं, चार्ज पर यूनिट लेंथ ही तो होती है। अपन टोटल चार्ज पूरी रिंग ते क्यू सीगा ते टोटल लेंथ रिंग दी कितनी है 2 पाई r, अब चार्ज पर यूनिट लेंथ कर लिया, बस लीनियर चार्ज डेंसिटी आ गई। ये जस्ट वैसे दस रहा तुहानू, हालांकि इत्थे दी लोड नहीं पैनी इंटीग्रेशन च, पर स्टिल मैं इस मैथडोलॉजी ने नाल लेके चलना चाहना वा, तां ही तुहानू मैं दस रहा। चलो जी हुण मैं की कह रहा भी इस जगह ते इलैक्ट्रिक फील्ड पता करना है P पॉइंट ते, तो P पॉइंट ते इलैक्ट्रिक फील्ड पता करने लई मैनू पहला तो इस पूरी रिंग नू छोटे छोटे पोर्शंस च डिवाइड करना पैना तोड़ तोड़ के, ताकि मैं इंटीग्रेशन ला सका, नहीं तो डायरेक्टली तो लगा नहीं सकता कि q बाय x स्क्वायर कर दूंगा 1/4 पाई एप्सिलॉन q बाय x स्क्वायर, नहीं, क्योंकि ये पूरी रिंग जिहड़ी है ये कोई पॉइंट चार्ज नहीं है। तो हुण मैं किवें करूंगा, देखो मैं ये रिंग दे सब तो ऊपरला थोड़ा जिहा पोर्शन आ dl लेंथ का सिलेक्ट कर लेना, मान लो ऊपर dl, उस dl लेंथ ते करके इस P पॉइंट ते मैं मान लो इलैक्ट्रिक फील्ड पता करता, पहला छोटी जी इलैक्ट्रिक फील्ड करके दसो इधर नु होएगा कि नहीं, है ना, देखो ये करके इधर नु इलैक्ट्रिक फील्ड होएगा कि नहीं, देखो ते इलैक्ट्रिक फील्ड कितना स्मॉल de DE कितना होएगा, DL लेंथ के ऊपर पहला करदा जो एलिमेंट्री पोर्शन DL है उसके ऊपर चार्ज कितना होएगा, दसो स्मॉल चार्ज ऑन एलिमेंट्री लेंथ DL
इज इक्वल टू कितना आएगा लैम्डा इनटू डीएल होएगा Yes. हाँ जी सर है ना ਤੇ ਆ ਇਹਨੂੰ dq ਵੀ ਕਹਿ ਦਿੰਦੇ ਆ ਆਪਾਂ ਕਈ ਵਾਰੀ ਸਮਾਲ ਚਾਰਜ ਨੂੰ dq ਕਹਿ ਦਿੰਦੇ ਮਤਲਬ ਇਹਦੇ ਕਰਕੇ ਇੱਥੇ ਜਿਹੜਾ ਚਾਰਜ ਲੈਂਥ dl ਹੈ ਪਰ ਚਾਰਜ ਤਾਂ ਲੈਮਡਾ dq ਹੈ ਨਾ ਲੈਮਡਾ dl ਹੈ ਉਹਦੇ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਪਤਾ ਕਰਨਾ ਤਾਂ ਕੀ ਹੋਏਗਾ ਇਲੈਕਟ੍ਰਿਕ ਫੀਲਡ ਆਪਾਂ k ਨਾ ਲਿਖ ਦਈਏ 1/4 ਪੈਪਸ ਨਾਲ ਬਾਰ ਵੱਡਾ ਲਿਖਣਾ ਪੈਂਦਾ k into dq divided by ਆ ਵਾਲਾ ਸਕੁਅਰ ਨਾ ਡਿਸਟੈਂਸ r ਸਕੁਅਰ Ask. r ਪਰ ਇੱਥੇ ਦੱਸ ਸਕਦੇ ਨਾ ਆਪਾਂ r ਸਕੁਅਰ plus x ਸਕੁਅਰ ਦਾ ਰੂਟ ਹੀ ਹੈ ਨਾ Yes. ਚਲੋ ਆਪਾਂ ਇੱਥੇ ਲਿਖ ਦਿੰਦੇ ਆ ਓਵਰ r ਸਕੁਅਰ ਲਿਖ ਦਿੰਦੇ ਫਿਲਹਾਲ ਪਰ ਬਾਅਦ ਚ r ਦੀ ਵੈਲਿਊ ਪੁੱਟ ਕਰ ਇਹ de ਆ ਗਿਆ ਹੁਣ ਇੱਥੇ ਬੜੀ ਇੰਪੋਰਟੈਂਟ ਗੱਲ ਹੁੰਦੀ ਹੈ ਧਿਆਨ ਨਾਲ ਸੋਚਣਾ ਇਹਨੂੰ ਆ de ਆ ਗਿਆ ਆਹ ਵਾਲਾ ਜਿਹੜਾ ਐਂਗਲ ਹੈ ਇਹਨੂੰ ਮੰਨ ਲੈਂਦੇ ਆ ਥੀਟਾ ਹੈ ਤਾਂ ਇਸ de ਦੇ ਦੋ ਕੰਪੋਨੈਂਟ ਬਣ ਸਕਦੇ ਆ ਦੇਖੋ ਦੋ ਕੰਪੋਨੈਂਟ ਇਹਦੇ ਕਿਹੜੇ ਬਣਨਗੇ ਇੱਕ ਤਾਂ ਇਸ ਕੰਪੋਨੈਂਟ ਇਸ ਡਾਇਰੈਕਸ਼ਨ ਚ ਬਣੇਗਾ है ना आ वाला एंगल थीटा का आगे थीटा होएगा आ थीटा मान लेना अपन तो इधर ए कितना आएगा de cos थीटा cos थीटा ते नीचे नु की होएगा de sin थीटा हां de sin थीटा रिंग ਦੇ ਕੇਸ ਨਾ ਸਿਮੈਟਰੀ ਹੋਣ ਦੇ ਕਰਕੇ ਨਾ ਇੱਕ ਬੜਾ ਹੀ ਇੰਟਰਸਟਿੰਗ ਵਿੱਚ ਹੁੰਦਾ ਕੰਮ ਵੀ ਇਸ ਇੰਟੀਗ੍ਰੇਸ਼ਨ ਚ ਕਰਦੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਸਿੱਖਣਾ ਚਾਹੀਦਾ ਇਸ ਚੀਜ਼ ਨੂੰ कि जे मान लो कि ये जस्ट नीचे वाला पोर्शन ले लेंदा मैं आ वाला dl इत्थे सब तो नीचे येलो कलर में शो कर लेना आ भी dl लेंथ दा ले लेंदा ते ਇਹਦੇ ਕਰਕੇ ਜੇ ਮੈਂ ਪਤਾ ਕਰਦਾ ਤਾਂ ਇਹਦੇ ਕਰਕੇ ਆ ਵਾਲਾ r ਡਿਸਟੈਂਸ ਵੀ ਸੇਮ ਹੀ ਆਣਾ ਸੀ ਕਿ ਨਹੀਂ ਦੱਸੋ हाँ जी सर ਤੇ ਇਹਦੇ ਕਰਕੇ ਇਲੈਕਟ੍ਰਿਕ ਫੀਲਡ ਡਾਇਰੈਕਸ਼ਨ ਇੱਧਰ ਨੂੰ ਹੋਣੇ ਸੀ ਕਿ ਨਹੀਂ ਦੇਖੋ हाँ जी ਉਹ ਜਿਹੜਾ de ਉੱਪਰਲਾ ਹੀ ਆਣਾ ਸੀ ਉਹਦੀ ਵੈਲਿਊ ਵੀ ਬਿਲਕੁਲ ਸੇਮ ਹੋਣੀ ਸੀ ਕਿ ਨਹੀਂ k dq/r ਸਕੁਅਰ ਤੇ ਜੇ ਆ ਐਂਗਲ ਥੀਟਾ ਹੈ ਤਾਂ ਆ ਨੀਚੇ ਵਾਲਾ ਐਂਗਲ ਵੀ ਥੀਟਾ ਹੋਣਾ ਸੀ ਕਿ ਨਹੀਂ ਸਿਮੈਟਰੀ ਦੇਖ ਲਓ ਸਰ Yes. ਤੇ ਆ ਥੀਟਾ ਹੈ ਤਾਂ हाँ ਆ जी, ਥੀਟਾ sir. ਹੋਣਾ ਸੀ ਤੇ ਫਿਰ yellow ਵਾਲਾ ਜਿਹੜਾ ਆਪਾਂ ਲਿਖਿਆ ਇੱਥੇ de ਉਹਦੇ ਵੀ ਦੋ ਕੰਪੋਨੈਂਟ ਬਣ ਜਾਣੇ ਸੀ ਕਿ ਨਹੀਂ हाँ जी सर ਉਹਦਾ ਵੀ ਕੰਪੋਨੈਂਟ ਇੱਧਰ ਨੂੰ ਹੀ ਆਣਾ ਸੀ ਇੱਕ ਉਹਦਾ ਆਪਣਾ ਵੱਖਰਾ ਇੱਕ ਆਣਾ de cos ਥੀਟਾ ਤੇ ਉਹਦਾ ਇੱਕ एक ऊपर नो de sin थीटा de sin ਥੀਟਾ ਹੁਣ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਇਹ ਵਾਲੇ ਤੇ ਇਹ ਵਾਲੇ ਦੇ ਆਪਾਂ ਇਲੈਕਟ੍ਰਿਕ ਫੀਲਡ ਲਏ ਤਾਂ de sin ਥੀਟਾ ਤੇ de sin ਥੀਟਾ ਤਾਂ ਇੱਕ ਦੂਜੇ ਦੇ ਖਿਲਾਫ ਕੈਨਸਲ ਨਹੀਂ ਕਰਕੇ Yes. हाँ जी सर ਤੇ ਫਿਰ ਐਡ ਕੌਣ ਹੋਊਗਾ D cos De टू de cos थीटा ਹਾਂ 2de cos ਥੀਟਾ ਆ ਜਾਊਗਾ ਇਹਨਾਂ ਦੋਨਾਂ ਦੇ ਕਰਕੇ ਅੱਛਾ ਪਰ ਜੇ ਮੈਂ ਇਸ ਤੋਂ ਅੱਗੇ ਵਾਲਾ ਪੋਰਸ਼ਨ ਰੈੱਡ ਵਾਲੇ ਦੇ ਨਾਲ ਦਾ ਆਹ ਵਾਲਾ ਲੈ ਲਵਾਂ ਦੇਖੋ ਆਹ ਵਾਲਾ ਤੇ ਯੈਲੋ ਵਾਲੇ ਦੇ ਨਾਲ ਦਾ ਆਹ ਵਾਲਾ ਲੈ ਲਵਾਂ ਇਹਨਾਂ ਦੋਨਾਂ ਕਰਕੇ ਵੀ ਸੇਮ ਹੀ ਹੋਊਗਾ ਤੇ ਆਹ ਵਾਲਾ ਤੇ ਆਹ ਵਾਲਾ ਲਵਾਂ ਇਹਨਾਂ ਦੋਨਾਂ ਕਰਕੇ ਵੀ ਸੇਮ ਹੀ ਹੋਊਗਾ ਆਹ ਵਾਲਾ ਤੇ ਆਹ ਵਾਲਾ ਇਹਨਾਂ ਦੋਨਾਂ ਕਰਕੇ ਵੀ ਸੇਮ ਹੀ ਰਹੂਗਾ ਸਭ ਦੇ ਵਰਟੀਕਲ ਕੰਪੋਨੈਂਟ ਕੈਨਸਲ ਹੁੰਦੇ ਰਹਿਣਗੇ ਤੇ ਸਾਰਿਆਂ ਦੇ ਹੌਰੀਜ਼ੌਂਟਲ ਕੰਪੋਨੈਂਟ ਐਡ ਹੁੰਦੇ ਰਹਿਣਗੇ ऐड होंगे ਪੂਰੀ ਰਿੰਗ ਦੇ ਕਿਹੜੇ ਕੰਪੋਨੈਂਟ ਨੇ ਐਡ ਹੋਣਾ ਦੱਸੋ ਯਾਨੀ ਜੇ ਮੈਂ E ਟੋਟਲ E ਨੈਟ ਪਤਾ ਕਰਨਾ ਚਾਹਾਂ ਤਾਂ ਉਹ ਬੇਸਿਕਲੀ de cos ਥੀਟਾ ਨੇ ਐਡ ਹੋ ਜਾਣਾ ਪੂਰੀ ਰਿੰਗ ਦੇ ਲਈ ਇੱਥੇ ਰਿੰਗ ਲਿਖ ਦਿਓ ਬਸ ਹੈ ਕਿ ਨਹੀਂ ਤੁਸੀਂ ਇਹਨੂੰ 2de cos ਥੀਟਾ ਨਾ ਕਹੋ ਕਿਉਂਕਿ ਕੱਲਾ ਉੱਪਰਲਾ ਤੇ ਨਿਚਲੇ ਥੋੜੀ ਆ ਫਿਰ ਬਾਕੀ ਵੀ ਤਾਂ ਹੈਗੇ ਨੇ ਸਾਰਿਆਂ ਦਾ de cos ਥੀਟਾ ਇੱਧਰ ਨੂੰ ਹੀ ਤਾਂ ਆਣਾ ਵਾ ਹੈਨਾ ਮਤਲਬ ਰਿੰਗ ਦੇ ਹਰ ਇੱਕ ਛੋਟੇ ਟੁਕੜੇ ਦੇ ਲਈ ਛੋਟੇ ਉੱਪਰਲੇ dl ਪੋਰਸ਼ਨ ਦੇ ਲਈ ਇੱਕ de cos ਥੀਟਾ ਹੀ ਆਊਗਾ ਨਾ ਤੇ ਸਾਰੇ de cos ਥੀਟਾ ਜੋ ਜੁੜ ਜਾਣਗੇ ਪੂਰੀ ਰਿੰਗ ਦੇ हाँ जी सर ਆ ਦੇਖੋ ਆ ਜੋ ਮੈਂ ਨੀਚੇ ਲਿਖਿਆ ਆ ਗੱਲ ਦਾ ਮਤਲਬ ਸਮਝੋ ਆ ਬੜੀ ਇੰਪੋਰਟੈਂਟ ਗੱਲ ਲਿਖੀ ਹੈ ਦੱਸੋ ਗੱਲ ਕਲੀਅਰ ਹੋਈ ਕਿ ਨਹੀਂ ਦੱਸੋ ਸਾਰਿਆਂ ਨੂੰ Yes, sir. ਸੋ ਜਦੋਂ ਮੈਂ ਇੱਥੇ ਦੱਸ ਰਿਹਾ ਸੀ ਇੱਥੇ ਮੈਂ ਕੱਲਾ de ਲਿਖ ਰਿਹਾ ਸੀ ਕਿਉਂਕਿ ਮੈਂ ਵੈਕਟੋਰੀਅਲ ਹੀ ਦੇਖ ਰਿਹਾ ਸੀ ਪਰ ਜਦੋਂ ਆਪਾਂ ਇੱਥੇ ਪ੍ਰੋਬਲਮ ਕਰਨ ਲੱਗੇ ਤਾਂ ਆਪਾਂ ਦੇਖਿਆ ਉਹ ਇੱਥੇ ਤਾਂ ਕੱਲਾ de cos ਥੀਟਾ ਐਡ ਹੁੰਦਾ ਹੈ ਬਾਕੀ ਤਾਂ ਕੈਨਸਲ ਹੀ ਹੋ ਜਾਂਦੇ ਨੇ ਸਾਰੇ ਇਹ ਸਾਰਾ ਇੱਕ ਤੇ ਗੋਲ ਗੋਲ ਜਿਹਾ ਬਣ ਜਾਣਾ ਹੈ de ਇੱਧਰਲਾ ਇੱਧਰ ਕੈਨਸਲ ਹੋ ਜਾਣਾ ਇੱਧਰਲਾ ਇੱਧਰ ਕੈਨਸਲ ਹੋ ਜਾਣਾ ਸਾਰੇ ਕੈਨਸਲ ਹੋ ਜਾਣੇ ਸਿਰਫ ਆਹ ਵਾਲੇ ਸਾਰੇ ਜੁੜ ਜਾਣੇ ਤੇ ਨੈਟ ਇਲੈਕਟ੍ਰਿਕ ਫੀਲਡ ਇੱਧਰ ਨੂੰ ਆਉਣ ਵਾਲਾ ਤੁਹਾਡਾ E ਨੈਟ ਕਿਉਂਕਿ ਸਾਰੇ ਜੁੜਨੇ ਹੀ ਉਹ ਵਾਲੇ ਨੇ ਜਿਹੜੇ ਇੱਧਰ ਨੂੰ ਨੇ ਤਾਂ ਆ ਇਹਨੂੰ ਕਿਵੇਂ ਕਰੋਗੇ de ਦੀ ਵੈਲਿਊ ਪੁੱਟ ਕਰੋ de ਕਿੰਨੀ ਹੈ k dq divided by r square ਤੇ ਨਾਲ ਆਏਗਾ cos ਥੀਟਾ ਤੇ ਇੰਟੀਗਰਲ ਰਿੰਗ ਦੇ ਉੱਪਰ Ring. ਠੀਕ ਹੈ ਰਿੰਗ ਦਾ ਬਾਅਦ ਚ ਦੇਖ ਲਾਂਗੇ ਕੀ ਲਿਖਣਾ ਹੈ ਹੁਣ ਇਹਨੂੰ ਕਿਵੇਂ ਲਿਖਿਆ ਜਾਵੇ ਦੇਖੋ ਧਿਆਨ ਨਾਲ ਸੋਚੋ ਇਹਦੇ ਚ ਤੁਸੀਂ ਮੈਨੂੰ ਇਹ ਦੱਸੋ ਕਾਂਸਟੈਂਟ ਕਿਹੜੇ ਕਿਹੜੇ ਆ ਜਿਹੜੇ ਬਾਹਰ ਆਉਣਗੇ ਇੰਟੀਗ੍ਰੇਸ਼ਨ ਇੱਕ
ਤਾਂ k ਕਾਂਸਟੈਂਟ ਬਾਹਰ ਆਏਗਾ 1/4 ਐਪਸਿਲਨ ਨॉट ਹੀ ਹੁੰਦਾ ਹੈ K आ गया सर। R square. ਸਾਰਿਆਂ ਦੇ ਲਈ r ਕਾਂਸਟੈਂਟ ਹੈ ਕਿ ਨਹੀਂ ਦੱਸੋ ਪਹਿਲਾਂ ਤਾਂ हर पोर्शन लिए r कांस्टेंट होएगा सोच के देखो कोण ही तो बन गया सलांट नहीं सर। तो r कांस्टेंट है तो r बाहर आ जाएगा तो cos थीटा कांस्टेंट होएगा ਹਾਂਜੀ हर एक के लिए देखो थीटा थीटा सेम ही रहेगा कोण दा सेमी वर्टिकल एंगल ही है चारे पासे थीटा सेम ही रहेगा हर dl दे लिए कि नहीं ये बर्थडे वाली टोपी बन गई कि नहीं यस सर तो फिर थीटा सेम ही है सारे के लिए तो ਆਪਾਂ ਕੀ ਕਰਾਂਗੇ ਥੀਟਾ ਵੀ ਬਾਹਰ ਰੱਖ ਦਾਂਗੇ ਤਾਂ ਇੰਟੀਗ੍ਰੇਸ਼ਨ ਵਿੱਚ ਬੜੀ ਸੌਖੀ ਹੋਗੀ ਬਾਈ ਚਾਂਸ ਇੱਥੇ ਕੁਝ ਬਚਿਆ ਹੀ ਨਹੀਂ ਅੰਦਰ ਕੱਲਾ dq ਬਚਿਆ ਸੋ ਤੁਸੀਂ ਕੀ ਕਰੋ k by r square cos ਥੀਟਾ ਤੇ dq ਦਾ ਇੰਟੀਗਰਲ ਪੂਰੀ ਰਿੰਗ ਤੇ ਜਦੋਂ ਕਰੋਗੇ ਤਾਂ ਪੂਰਾ ਚਾਰਜ ਨਹੀਂ ਆ ਜਾਊਗਾ ਕੱਲਾ ਸਾਰਾ dq 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 ਸਾਰੇ ਚਾਰਜ ਜੋੜ ਦੋ ਤਾਂ ਪੂਰਾ q ਆ ਗਿਆ ਲੈਮਡਾ ਦੀ ਲੋੜ ਹੀ ਨਹੀਂ ਪਈ ਸਮਝ ਲੱਗੀ ਗੱਲ और वैल्यूज पुट कर लो एक ही आऊगा देखो ये आऊगा k by r square cos थीटा की वैल्यू की होगी इथे देखो cos थीटा की आएगा इथे आएगा x upon r आएगा कि नहीं बेस अपॉन हाइपोटेन्यूज x upon r ते आएगा q ये आ जाएगा ਤੁਹਾਡਾ k Upon x upon R2. q ਤੇ r ਦੀ ਵੈल्यू ਪੁੱਟ ਕਰ ਦੋ ਇੱਥੇ ਕਿਉਂਕਿ ਆਪਾਂ ਨੂੰ ਰੇਡੀਅਸ ਦੀ ਫਾਰਮ ਚ ਆਨਸਰ ਦੇਣਾ ਚਾਹੀਦਾ ਹੈ ਤਾਂ r ਦੀ ਵੈल्यू ਕੀ ਹੈ ਤੁਹਾਨੂੰ ਪਤਾ ਹੈ r ਦੀ ਵੈल्यू ਹੈਗੀ ਹੈ R square plus X square the whole square. हाँ जो तो क्यूब करोगे तो ये आ जाएगा r स्क्वायर प्लस x स्क्वायर की पावर 3/2 क्योंकि रूट मतलब पावर हाफ उसका क्यूब कितना था 3/2 हो गया दिस इज द एक्सप्रेशन फॉर इलेक्ट्रिक फील्ड ड्यू टू अ रिंग एट इट्स एक्सियल पोजीशन जो कि ਉਹਦੇ ਸੈਂਟਰ ਤੋਂ x ਦੂਰੀ ਤੇ ਹੋਵੇ ਸਮਝੋ ਚੰਗੀ ਤਰ੍ਹਾਂ ਦੇਖੋ ਪਤਾ ਲੱਗ ਗਈ ਗੱਲ ਸਾਰਿਆਂ ਨੂੰ Yes. ਯੈਸ ਸਰ ਇਹ ਬੱਚੇ ਕਹਿੰਦੇ ਕਿ ਸਰ ਤੁਸੀਂ ਲੈਮਡਾ ਦਾ स्टेप ਵਰਤਿਆ को दोबारा दसो। ਕੀ ਤੋਂ ਕੀ ਦੁਬਾਰਾ सेकंड स्टेप तो ਇੱਥੇ ਕੀ ਪਿਛਲੇ ਪੇਜ ਤੇ आई से रहा इधर आ गए k कांस्टेंट बाहर आ गया इंटीग्रल तो r स्क्वायर भी कांस्टेंट बाहर आ गया नीचे cos थीटा बाहर आ गया इंटीग्रल के अंदर वही चीज बचती जो वेरिएबल होगा dq तो अंदर रहना ही है dq की है छोटे छोटे चार्ज dq 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 पूरी रिंग ते इकट्ठे करना इथे dq इथे dq इथे dq 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 सारे जोड़ते ਤਾਂ पूरा टोटल चार्ज क्यों नहीं बन गया ठीक है गल ओके सर। वैसे ਆਪਾਂ ਪਿੱਛੇ ਆ ਕੀਤਾ ਕਿ dq ਜਿਹੜਾ ਹੁੰਦਾ ਹੈ ਉਹ lambda dl ਹੁੰਦਾ ਹੈ ਕੀਤਾ ਨਾ हाँ जी सर। है ना लैम्डा इनटू dl है वो करके देख ले इधर देख मैंने कोई बच्चा कहना नहीं सर मैं तो उदा ही करना मैं कहा कर लो वो कहना नहीं मैं dq नु लैम्डा dl पुट करना मैं कर लो वो की करूंगा k by r square cos थीटा n नु लैम्डा इनटू dl कर दूंगा इंटीग्रल जो लैम्डा भी बाहर आ जाएगा फिर ते dl अंदर रह जाएगा हुन dl 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 पूरी रिंग ते करोगे तो की बनूगा 2πr नहीं बन जाएगा हाँ जी सर। ਤੇ ਲੈਮਡਾ ਦੀ ਵੈਲਿਊ ਕੀ ਹੁੰਦੀ ਹੈ ਟੋਟਲ ਚਾਰਜ ਬਟਾ ਟੋਟਲ ਲੈਂਥ ਤੇ ਇਧਰ ਲੈਮਡਾ ਦੀ ਆ ਵੀ ਬਣ ਗਿਆ 2πr 2πr ਰੁਪਏ ਕੈਂਸਲ ਕੱਲਾ ਕਿਉਂ ਤਾਂ ਹੀ ਤਾਂ ਕੱਲਾ ਕਿਉਂ ਲਿਖਤਾ ਮੈਂ ਸਿੱਧੇ ओके सर। ਸੋ ਇਸ ਲਈ ਇਹ ਚੀਜ਼ਾਂ ਇਸ ਤਰ੍ਹਾਂ ਹੁੰਦੀਆਂ ਨੇ ਆ ਮੈਥਮੈਟਿਕਲ ਸਾਰਾ ਇਹ ਆ ਆਪਣੇ ਕੋਲ ਐਕਸਪ੍ਰੈਸ਼ਨ ਆ ਗਿਆ ਰਿੰਗ ਦੇ ਕਰਕੇ ਉਹਦੇ ਐਕਸੀਅਲ ਪੋਜੀਸ਼ਨ ਤੇ ਚਾਰਜ ਕਿੰਨਾ ਹੋਏਗਾ ਦੱਸੋ ਗੱਲ ਕਲੀਅਰ ਹੋਈ ਸਭ ਨੂੰ हाँ जी Yes. सर। Yes sir. ਠੀਕ ਹੈ ਹੁਣ ਡਾਇਰੈਕਸ਼ਨ ਦਾ ਬੜਾ ਇੰਪੋਰਟੈਂਟ ਹੁੰਦਾ ਅੱਛਾ ਜੇ ਦੇਖੋ ਜੇ ਆ ਰਿੰਗ ਤੇ 네ਗੇਟਿਵ ਚਾਰਜ ਹੁੰਦਾ ਤਾਂ ਆ ਡੀ ਆ ਰੈੱਡ ਵਾਲਾ ਇੱਧਰ ਦੀ ਬਜਾਏ ਫਿਰ ਇੱਧਰ ਨੂੰ ਨਹੀਂ ਹੋਣਾ ਸੀ ਦੇਖੋ ਹਾਂਜੀ sir. ਫਿਰ ਉਹਦਾ ਡੀ sin ਥੀਟਾ ਉਹਦਾ ਵੀ ਕੈਨਸਲ ਹੋ ਜਾਣਾ ਸੀ ਪਰ ਡੀ cos ਥੀਟਾ ਅੰਦਰ ਨੂੰ ਨਹੀਂ ਆਣਾ ਸੀ Yes sir. ਇਸੇ ਲਈ ਜਦੋਂ ਕੋਈ ਰਿੰਗ ਦੀ ਗੱਲ ਚੱਲਦੀ ਹੈ ਬਹੁਤ ਧਿਆਨ ਨਾਲ ਸਮਝੋ ਕੋਈ ਰਿੰਗ ਹੁੰਦੀ ਹੈ ਚਾਰਜ ਦੀ ਤੇ ਇਹਦੇ ਉੱਪਰ ਮੰਨ ਲਓ ਚਾਰਜ ਜਦੋਂ ਪੋਜ਼ਿਟਿਵ ਹੁੰਦਾ ਆ ਤਾਂ ਇਹਦੇ ਸੈਂਟਰ ਤੋਂ ਪਾਸ ਹੋਣ ਵਾਲੀ ਜੋ ਐਕਸਿਸ ਹੈ उस एक्सियल पोजीशन पे किसी भी पॉइंट पे इलेक्ट्रिक फील्ड इस तरह ਹੁੰਦਾ ਹੈ ਹਮੇਸ਼ਾ E ਸਮਝ ਲੱਗੀ ਗੱਲ ਜੇ ਇਹਦੇ ਇਧਰਲੇ ਪਾਸੇ ਦੇਖੋਗੇ ਤਾਂ ਇਧਰਲੇ ਪਾਸੇ ਵੀ ਇਲੈਕਟ੍ਰਿਕ ਫੀਲਡ ਹਮੇਸ਼ਾ ਸੈਂਟਰ ਤੋਂ ਬਾਹਰ ਵਾਲੇ ਪਾਸੇ ਨੂੰ ਹੁੰਦਾ ਹੈ ਇਸ ਤਰ੍ਹਾਂ E ਕਲੀਅਰ ਹੈ ਗੱਲ ਹੁਣ ਉਹੀ ਗੱਲ ਜੋ ਉਧਰ ਦੀ ਵੀ ਇਧਰ ਵੀ ਇਮੇਜਿਨ ਕਰ ਸਕਦੇ ਹੋ ਜਦੋਂ ਚਾਰਜ ਰਿੰਗ ਦੇ ਉੱਪਰ 네ਗੇਟਿਵ ਹੋ ਜਾਵੇ
नेगेटिव 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 आ सकता ਤਾਂ ਉਹਦੇ ਸੈਂਟਰ ਤੋਂ ਪਾਸ ਹੋਣ ਵਾਲੀ ਆ ਐਕਸਲ ਪੋਜੀਸ਼ਨ ਦੇ ਉੱਪਰ ਕਿਸੇ ਪੁਆਇੰਟ ਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਵੈਲਿਊ ਹਮੇਸ਼ਾ Invert. ਇਨਵਰਟ ਹੋਏਗੀ ਤੇ ਇਧਰਲੇ ਪਾਸੇ ਵੀ ਇਸ ਤਰ੍ਹਾਂ ਹੋਏਗੀ ਇਲੈਕਟ੍ਰਿਕ Invert. ठीक है सो आ याद रखना कि रिंग के ऊपर चार्ज केड़ा है ਉਹਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਡਿਪੈਂਡ ਕਰਦੀ ਹੈ ਸੋ ਪੋਜ਼ਿਟਿਵਲੀ ਚਾਰਜ ਰਿੰਗ ਲਈ ਤੇ ਨੈਗੇਟਿਵ ਚਾਰਜ ਰਿੰਗ ਲਈ ਕਿਵੇਂ ਹੋਏਗੀ ਡਾਇਰੈਕਸ਼ਨ ਆ ਤੁਹਾਡੇ ਸਾਹਮਣੇ ਹੈ ਤੇ ਮੈਗਨੀਟਿਊਡ ਕਿੰਨਾ ਆਏਗਾ ਇਹਦੇ ਸੈਂਟਰ ਤੋਂ ਕਿੰਨਾ x ਡਿਸਟੈਂਸ ਹੈ ਇੱਥੇ ਮੈਟਰ ਕਰਦਾ ਹੈ ਜਿਵੇਂ ਫਿਰ ਕਿੰਨਾ ਆਏਗਾ e k q x ਓਵਰ r ਸਕੁਅਰ ਪਲਸ x ਸਕੁਅਰ ਦੀ ਪਾਵਰ 3 ਦੱਸੋ ਪ੍ਰੋਬਲਮ ਹੈ ਤਾਂ ਪੁੱਛ ਲਓ ਹੁਣ ਇਹਦੇ ਵਿੱਚ ਦੇਖੋ ਕਿ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਵੈਸੇ ਥੋੜਾ ਹੋਰ ਆਪਾਂ ਇਹਦੇ ਬਾਰੇ ਸੋਚਦੇ ਹਾਂ ਇਲੈਕਟ੍ਰਿਕ ਫੀਲਡ ਕਿਸੇ ਰਿੰਗ ਦੇ ਐਕਸਿਸ ਦੇ ਉੱਪਰ ਇਲੈਕਟ੍ਰਿਕ ਫੀਲਡ ਕਿਸੇ ਰਿੰਗ ਦੀ ਐਕਸਿਸ ਦੇ ਉੱਪਰ ਹੈਗਾ ਆ k q x over r square plus x square ਦੀ ਪਾਵਰ 3/2 where q is the total charge on the ring इथे total charge ਹੁੰਦਾ ਹੈ ਕਿਉਂਕਿ ring इंटीग्रेशन करके ਅਸੀਂ ਤੱਕ ਪਹੁੰਚੇ ਹਾਂ ਠੀਕ ਹੈ ਇਹ ਕੂਲਮ ਲਾ ਨਹੀਂ ਹੈਗਾ ਇਹ ਬਲਕਿ ਇਹ ਆਪਣੇ ਕੋਲ ਇੰਟੀਗ੍ਰੇਸ਼ਨ ਤੋਂ ਰਿਜ਼ਲਟ ਆਇਆ ਕੂਲਮ ਲਾ ਤਾਂ ਲੱਗ ਹੀ ਨਹੀਂ ਸਕਦਾ ਸੀ ਇੱਥੇ ਉਹ ਤਾਂ ਆਪਾਂ ਕੂਲਮ ਲਾ ਪੁਆਇੰਟ ਚਾਰਜ ਤੇ ਲਗਾਇਆ dl ਲੈਂਥ ਤੇ ਲਗਾਇਆ ਬਾਕੀ ਦਾ ਇੰਟੀਗ੍ਰੇਸ਼ਨ ਨਾਲ ਰਿਜ਼ਲਟ ਆਇਆ ਆਪਣੇ ਕੋਲ ਹੁਣ ਤੁਸੀਂ ਮੈਨੂੰ ਦੱਸੋ ਜਦੋਂ x ਦੀ ਵੈਲਿਊ 0 ਹੋ ਜਾਵੇ ਤਾਂ ਇਲੈਕਟ੍ਰਿਕ ਫੀਲਡ ਕਿੰਨਾ ਹੋਏਗਾ ਦੱਸੋ 0 बिल्कुल 0 हाँ ते अगर x की वैल्यू इन्फिनिटी हो जाए ता इलेक्ट्रिक फील्ड कितना आएगा दसो बोलो भाई इन्फिनिटी सर इन्फिनिटी किमें आया 0. 0 किमें आया देखो ਤੁਹਾਨੂੰ ਇੱਕ ਤਾਂ ਇੱਥੇ x ਨਿਊਮਰੇਟਰ ਚ ਦਿਖ ਰਿਹਾ ਵਾ ਇੱਕ x ਡਿਨੋਮੀਨੇਟਰ ਚ ਦਿਖ ਰਿਹਾ ਜਿਹੜੇ ਬੱਚੇ ਨੇ ਨਿਊਮਰੇਟਰ ਵਾਲਾ ਦੇਖਿਆ ਉਹ ਕਹਿੰਦਾ ਲੈ ਇਨਫਿਨਿਟੀ ਜਾਊਗਾ ਜਿਹਨੇ ਡਿਨੋਮੀਨੇਟਰ ਵਾਲਾ ਦੇਖਿਆ ਉਹ ਕਹਿੰਦਾ ਨਹੀਂ ਨਹੀਂ ਡਿਨੋਮੀਨੇਟਰ ਇਨਫਿਨਿਟੀ ਜਾ ਰਿਹਾ ਤਾਂ ਮਤਲਬ ਇਹ 0 ਤੇ ਜਾਊਗਾ ਪਰ ਤੁਸੀਂ ਇਹ ਡਿਸਾਈਡ ਕਿਵੇਂ ਕਰੋਗੇ ਹਮੇਸ਼ਾ ਜਦੋਂ ਵੀ ਇਹ ਕੰਮ ਹੋਵੇ ਨਾ ਧਿਆਨ ਰੱਖਿਆ ਕਰੋ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਏ ਨਾ ਤਾਂ ਉੱਪਰ ਤੇ ਨੀਚੇ ਨਾ x ਦੀ ਜੋ ਵੀ ਮੈਕਸਿਮਮ ਵੈਲਿਊ ਹੈਗੀ ਆ ਉਹਨੂੰ ਤੁਸੀਂ ਕਾਮਨ ਕੱਢ ਲਓ ਜਿਵੇਂ ਇੱਥੇ x ਸਕੁਅਰ ਨੂੰ ਕਾਮਨ ਕੱਢੋ ਇਸ ਚੋਂ ਦੇਖੋ ਕੀ ਆਏਗਾ ਇਹ x ਕਿਊਬ ਬਾਰ ਆਏਗਾ कि नहीं देखो ये आएगा कि नहीं दसो भाई तो एक x नाल ax कटिया जाएगा k q डिवाइड बाय इथे आऊगा x स्क्वायर ते इथे आऊगा r स्क्वायर अपॉन x स्क्वायर प्लस 1 दी पावर 3/2 ਹੁਣ x ਨੂੰ ਇਨਫਿਨਿਟੀ ਪੁੱਟ ਕਰੋਗੇ ਤਾਂ ਤੁਸੀਂ ਦੇਖੋ ਆ ਤਾਂ 0 ਬਣ ਜਾਊਗਾ ਨਾ ਪਰ ਆ ਡਿਨੋਮੀਨੇਟਰ ਚ ਇਨਫਿਨਿਟੀ ਬਣਾਊਗਾ ਯਾਨੀ ਕਿ ਇਹਦਾ ਮਤਲਬ ਇਹ ਆਨਸਰ ਕੀ ਆਏਗਾ 0 ਠੀਕ ਹੈ ਸਮਝ ਲੱਗੀ ਸਾਰਿਆਂ ਨੂੰ ਗੱਲ ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਇਹਨੂੰ ਹੁਣ ਸੋਚਿਆ ਜਾਵੇ ਜੇ ਇਸ ਤਰ੍ਹਾਂ ਥੋੜਾ ਜਿਹਾ ਕਿ ਜੇ ਰਿੰਗ ਹੈ रिंग दे सेंटर ते इलेक्ट्रिक फील्ड 0 अच्छा सेंटर ते तुसी वैसे कॉमनली सोच के देखो अपनी कॉमन सेंस दे नाल सोच के देखो रिंग नु ऐ ना सोचो फिर ऐ सोचो प्लेन ते बना देना है पॉजिटिव 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 बार सोच के देखो जे इथे सेंटर ते इलेक्ट्रिक फील्ड पता करना है आ ऊपरले पोर्शन तक इलेक्ट्रिक फील्ड नीचे नु आएगा निचले पोर्शन करके ऊपर नु आएगा इधरले पोर्शन करके इधर नु आएगा ओदे करके इधर नु आएगा ਇਹਦੇ ਕਰਕੇ ਇਧਰ ਨੂੰ ਆਏਗਾ ਉਹਦੇ ਕਰਕੇ ਉਧਰ ਨੂੰ ਆਏਗਾ ਇੱਕ ਦੂਜੇ ਨੂੰ ਸਾਰੇ ਕੈਨਸਲ ਨਹੀਂ ਕਰ ਦੇਣਗੇ ਫਿਰ 0 ਹੀ ਆਊਗਾ ਠੀਕ ਹੈ ਨਾ ਗੱਲ ਸੋ ਇਹਦਾ ਮਤਲਬ ਕੀ ਆ ਇਲੈਕਟ੍ਰਿਕ ਫੀਲਡ ਜਿਹੜਾ ਆ ਇਲੈਕਟ੍ਰਿਕ ਫੀਲਡ ਸੈਂਟਰ ਤੇ ਰਿੰਗ ਦੇ 0 ਆ ਤੇ ਇਨਫਿਨਿਟੀ ਤੇ ਵੀ 0 ਹੈ ਤਾਂ ਹੁਣ ਸੋਚ ਕੇ ਦੇਖੋ ਕਿ ਜਿਹੜੀ ਰਿੰਗ ਹੈ ਚਾਰਜ ਰਿੰਗ ਹੈ ਇਹਦੇ ਸੈਂਟਰ ਤੇ ਇਲੈਕਟ੍ਰਿਕ ਫੀਲਡ 0 ਹੈ ਤੇ ਇਹਦੇ ਤੋਂ ਜੇ x ਡਿਸਟੈਂਸ ਤੇ ਜਾਣੇ ਹੋ ਤਾਂ x ਡਿਸਟੈਂਸ ਤੇ ਇਲੈਕਟ੍ਰਿਕ ਫੀਲਡ ਕਿੰਨਾ ਹੈ
k q x over r square plus x square ਦੀ ਪਾਵਰ 3/2 ਤੇ ਇਸ ਤੋਂ ਜੋ ਹੋਰ ਦੂਰ ਜਾਂਦੇ ਹੋ ਇਨਫਿਨਿਟੀ ਤੇ ਚਲ ਜਾਂਦੇ ਹੋ ਐਟ ਇਨਫਿਨਿਟੀ ਉੱਥੇ ਵੀ ਇਲੈਕਟ੍ਰਿਕ ਫੀਲਡ ਕਿੰਨਾ ਹੈ 0 ਹੈ ਮਤਲਬ ਇੱਥੇ ਵੀ 0 ਹੈ ਇੱਥੇ ਵੀ 0 ਹੈ ਤੇ ਵਿਚਕਾਰ ਕੋਈ ਵੈਲਿਊ ਹੈ ਉਹਦੀ ਇਹਦਾ ਮਤਲਬ ਇਲੈਕਟ੍ਰਿਕ ਫੀਲਡ ਕਿਵੇਂ ਹੋਇਆ ਕਰੇਗਾ ਇੱਥੋਂ ਪੱਕੀ ਗੱਲ ਵਧਿਆ ਹੋਏਗਾ ਨਾ ਪਹਿਲਾਂ ਥੋੜਾ ਥੋੜਾ ਕਿਸੇ ਜਗ੍ਹਾ ਜਾ ਘਟਣਾ ਸ਼ੁਰੂ ਹੋਇਆ ਹੋਏਗਾ ਤਾਂ ਹੀ ਤਾਂ ਜਾ ਕੇ ਇਨਫਿਨਿਟੀ ਤੇ ਫਿਰ 0 ਬਣ ਗਿਆ ਨਾ ਮਤਲਬ ਇਸ ਜਗ੍ਹਾ ਤੇ ਕਿਤੇ ਸਮਵੇਅਰ ਇੱਥੇ ਇਹਦੇ ਇਨ ਬਿਟਵੀਨ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਮੈਕਸਿਮਮ ਆਇਆ ਹੋਏਗਾ ਕਿ ਨਹੀਂ ਪਹਿਲਾ ਵੈਲਿਊ 0 ਹੈ ਤੇ ਬਾਅਦ ਇਹਦੀ ਵੈਲਿਊ ਕੁਝ ਹੁੰਦੀ ਹੈ ਬਾਅਦ ਚ ਫਿਰ ਐਂਡ ਚ ਫਿਰ 0 ਹੀ ਹੁੰਦੀ ਹੈ ਮਤਲਬ ਕਿਤੇ ਨਾ ਕਿਤੇ ਮੈਕਸਿਮਮ ਹੋ ਕੇ ਫਿਰ ਘਟਣਾ ਸ਼ੁਰੂ ਹੋਇਆ ਹੋਣਾ ਤਾਂ ਹੀ ਤਾਂ ਕਿਸੇ ਜਗ੍ਹਾ ਤੇ ਤਾਂ ਮੈਕਸਿਮਮ ਆਇਆ ਹੋਣਾ ਇਲੈਕਟ੍ਰਿਕ ਫੀਲਡ ਹਾਂ ਤੁਸੀਂ ਹਾਂਜੀ ਸਰ ਕਰਕੇ ਰੱਖਣਾ ਹੁਣ ਤੁਸੀਂ ਦੱਸਣਾ ਮੈਨੂੰ ਅਗਲੇ ਲੈਕਚਰ ਚ ਕਿ ਇਹ ਕਿੱਥੇ ਇਲੈਕਟ੍ਰਿਕ ਫੀਲਡ ਮੈਕਸਿਮਮ ਆਉਂਦਾ ਹੈ ਸੈਂਟਰ ਚ ਇਨ ਬਿਟਵੀਨ ਠੀਕ ਹੈ ਕਿੰਨੀ x ਦੀ ਵੈਲਿਊ ਹੋਏਗੀ ਜਿੱਥੇ ਜਾ ਕੇ ਉਹ ਇਲੈਕਟ੍ਰਿਕ ਫੀਲਡ ਮੈਕਸਿਮਮ ਹੋਏਗਾ ਇਹ ਤੁਸੀਂ ਕਰਕੇ ਰੱਖਣਾ ਸਰ ਕਲੀਅਰ ਹੈ ਵੀ ਗੱਲ Yes, sir. Yes, sir. ਹੁਣ ਇੱਕ ਕੁਐਸਚਨ ਕਰਦੇ ਆਪਾਂ ਦੇਖੋ क्वेश्चन है Q and 4Q are free to move find magnitude and position of third charge so that all charges are in equilibrium. अच्छा पर वो गिवन है सच आ गिवन है आ मान लो q चार्ज है ते आ 4q चार्ज है ते जे नहीं गिवन था समझ लो पॉजिटिव ही है ठीक है ते इन्हां दे विचकार डिस्टेंस भी गिवन है सानू वो d है ते हुण तुसीं करना है काम देखो q एंड 4q आर फ्री टू मूव दा मतलब है कि जे इन्हां नू फोर्स लग गया किसी पासे तां इन्हां ने मूव कर जाना है अपनी जगह ते खड़े नहीं रहणगे तुसीं करना है कि तुसीं फाइंड द मैग्नीट्यूड एंड पोजीशन ऑफ थर्ड चार्ज मैग्नीट्यूड दा मतलब तो पता ही है तुहानू पोजीशन ऑफ थर्ड चार्ज मतलब कि तुसीं चार्ज तीसरा एक चार्ज रखना है तुसीं कोई भी चार्ज रखना है कित्थे रखिए ते किन्ना रखिए सो दैट ऑल चार्जेस आर इन इक्विलिब्रियम ऑल चार्जेस आर इन इक्विलिब्रियम का मतलब होता है कि नेट चार्ज कल्ले कल्ले चार्ज ते की होए नेट फोर्स कितना होए 0 होना चाहिए है इक्विलिब्रियम का मतलब होता है कि नेट फोर्स 0 है तो वो किवें आएगा तुसीं ये सोच के देखो सारे अपने अपने कॉपी ते करो इनू हुणी जे तो कैलकुलेट कर लिया तुसीं चंगी गल तुसीं कैलकुलेट करके दसो क्यू कितना आएगा चार्ज कितना आएगा ते कित्थे रखना है असीं अपने मर्जी ना कोई भी रैंडमली कोई क्यू चार्ज किते भी रख के देख लो ते ओदे पर नेट चार्ज 0 करके देखो कितना आएगा इस क्वेश्चन का आंसर की होएगा सारे जने ट्राई करोगे हुणी ते क्लास तो बाद सारे जने मैनू भेजोगे कि सारे ने की ट्राई किया सी की तरकीब लाई सी लाओ हुणी लाओ 2 मिनट देखो आंसर तो ठीक है तुहाडा मतलब आपां की करिए पहली गल तो सोचो कि जे मैं इहदे विच कोई पॉजिटिव चार्ज ही रखा तीसरा भी तां काम कभी हो ही नहीं सकता सॉल्व है ना क्योंकि विच सारे पॉजिटिव हो गए तो वो सारी रिपल्शनस मिलके एक दूसरे को कैंसल नहीं कर सकदियां ते तीनों चार्जेस दा फिर इक्विलिब्रियम च होना इम्पॉसिबल है। आपां चार्ज नेगेटिव रखांगे पर फिलहाल आपां मान लो क्यू रखते हैं किते भी
तो आप किसी भी जगह ते मान लो इत्थे चार्ज आप क्यू रखता कोई भी किते भी इत्थे रख दो जिथे मर्जी इनू मान लो इस जगह तो इधरों डिस्टेंस मान लो हैगा x किथे रखना भी पता लग इत्थों हैगा डिस्टेंस d - x ਤੇ ਆਪਾਂ ਪਹਿਲਾਂ ਤਾਂ ਇਹਦੇ q ਥਰਡ ਚਾਰਜ ਨੂੰ ਇਕੁਇਲਿਬਰੀਅਮ ਚ ਲੈ ਕੇ ਆਏ ਵੈਸੇ ਤਾਂ ਸਾਰੇ ਚਾਰजेस ਇਕੁਇਲਿਬਰੀਅਮ ਚ ਹੋਣੇ ਚਾਹੀਦੇ ਆ ਆਪਾਂ ਪਹਿਲਾਂ ਇੱਕ ਇੱਕ ਕਰਕੇ ਕਰਦੇ ਮੰਨ ਲਓ q ਚਾਰਜ ਤੇ ਜਿਹੜਾ ਫੋਰਸ ਲੱਗੂਗਾ ਹੁਣ ਤੁਹਾਨੂੰ ਪਤਾ q ਨੈਗੇਟਿਵ ਰੱਖਿਆ ਇਹਦੇ ਕਰਕੇ ਇੱਥੇ ਤਾਂ ਵੈਸੇ q ਪੋਜ਼ਿਟਿਵ ਵੀ ਹੋ ਸਕਦਾ ਕਿਉਂਕਿ ਰਿਪਲਸ਼ਨ ਇਹਦੀ ਇੱਧਰ ਹੋਊਗੀ ਇਹਦੇ ਇੱਧਰ ਨੂੰ ਹੋਊਗੀ ਤਾਂ ਵੀ ਆ ਜਾਊਗਾ ਪੁਆਇੰਟ ਪਰ ਆਪਾਂ ਸਾਰੇ ਚਾਰजेस ਇਕੁਇਲਿਬਰੀਅਮ ਚ ਨਹੀਂ ਲਿਆ ਪਾਵਾਂਗੇ ਫਿਰ ਆਪਾਂ ਨੂੰ ਸਾਰੇ ਚਾਹੀਦੇ ਤਾਂ ਕਰਕੇ ਆਪਾਂ ਇਹਨੂੰ ਨੈਗੇਟਿਵ ਲਿਆ ਤੇ ਇੱਥੇ q ਦੇ ਉੱਪਰ ਇਹਦੇ ਕਰਕੇ q ਕਰਕੇ ਫੋਰਸ ਕਿੰਨਾ ਹੋਊਗਾ ਦੇਖੋ 1 k q by x square ਤੇ ਇਹਦੇ 4q ਦੇ ਕਰਕੇ ਕਿੰਨਾ ਫੋਰਸ ਹੋਊਗਾ k 4q q by d minus x का ਇੱਕ ਤਾਂ ਹੋ ਗਿਆ ਇਕੁਏਸ਼ਨ ਇਹਦੇ ਚ ਦੇਖੋ ਇਹਨੂੰ ਸੋਲਵ ਕਰਕੇ ਤਾਂ ਬੇਸਿਕਲੀ 1 by x square is equal to 1 by d minus x ਦਾ ਹੋਲ ਸਕੁਅਰ ਹੈ ਨਾ 1 by x equal to d 1 by d minus x ਕਰ ਦੋ ਤਾਂ ਬੇਸਿਕਲੀ ਇੱਥੇ ਆ ਜਾਊਗਾ ਆਪਣੇ ਕੋਲ x ਦੀ ਵੈਲਿਊ ਕਿੰਨੀ ਆ ਰਹੀ ਹੈ गलत नहीं करने में 4 होगा ना इतने ऊपर 4 की जगह 2 आ जाऊगा फिर रूट ले लेंगे ना दोनों पासे देखो ना आ कैंसिल कर दो आ कैंसिल कर दो दोनों पासे रूट ले लो 1 by x इक्वल 2 by d minus x तो d minus x इक्वल टू 2x x की वैल्यू इत्थों आ जाऊगी d by 3 ये आ गया ते हुण आपां किसी एक चार्ज नूं होर करना पैना आ 4q नूं किवें बैलेंस करांगे देखो 4q ते आ वाले q दे करके रिपल्शन होगा आ नेगेटिव तां ही लेना पर ये भी रिपल्शन करदा नहीं तां फिर तां कित्थे बैलेंस होना सी ਇਹਦੇ ਕਰਕੇ ਅਟਰੈਕਸ਼ਨ ਹੋਊਗਾ ਤਾਂ ਬੇਸਿਕਲੀ ਚਾਰजेस ਨੂੰ ਬੈਲੈਂਸ ਕਰੋ ਤੁਸੀਂ ਫੋਰਸਿਸ ਨੂੰ ਬੈਲੈਂਸ ਕਰੋ ਤਾਂ ਆਏਗਾ k ਮੇਰਾ ਅੱਜ ਰਾਈਟਿੰਗ ਪੈਡ ਨਹੀਂ ਚੱਲਦਾ ਪਤਾ ਨਹੀਂ ਕੀ ਹੋ ਗਿਆ ਬਾਰ-ਬਾਰ मेरी आवाज आ रही है सारे नु Yes, sir. यस सर फिर आ 4q ਤੇ ਕੀ ਜਾ ਰਿਹਾ ਦੇਖੋ k ਆ ਵਾਲੇ q ਦੇ ਕਰਕੇ ਪਹਿਲਾਂ ਦਾ q 4q ਡਿਵਾਈਡ ਬਾਈ d ਸਕੁਅਰ ਤੇ ਇਹਦੇ ਕਰਕੇ ਹੁਣ q ਕਰਕੇ ਕਿਹੜਾ ਫੋਰਸ ਆਏਗਾ k q 4q ਡਿਵਾਈਡ ਬਾਈ d minus x ਦਾ ਹੋਲ ਸਕੁਅਰ ਇੱਥੋਂ ਜੇ ਕੈਂਸਲ ਕਰੋਗੇ ਤੁਸੀਂ ਇੱਥੇ 4q q 4q ਇੱਥੇ ਆ ਜਾਏਗਾ q by d square इधर आ जाएगा q by d minus x का होल स्क्वायर तो d minus x आ चुकी है ना अपने को वैल्यू d minus x की वैल्यू d by 3 पुट कर देते ये आ जाएगा 2d by 3 तो ये 4d square by 9 तो d square ना d square भी कैंसिल हो जाएगा तो q की वैल्यू कितनी आएगी 4q by 9 आएगी तो ये नेगेटिव आएगा ये ਆਪਾਂ आई ਜਦੋਂ ਇਸ ਤਰ੍ਹਾਂ ਦੇ ਕੇਸ ਹੋਵੇ ਨਾ ਆਪਾਂ ਨੂੰ ਇਹ ਲੀਨੀਅਰ ਹੀ ਹੋਵੇ ਸਾਰਾ ਕੁਝ ਤਾਂ ਆਪਾਂ ਕਾਮਨ ਸੈਂਸ ਨਾਲ ਹੀ ਲਿਖ ਦਿੰਦੇ ਹੁੰਦੇ ਆ कि चार्ज फोर्सेस बराबर होने चाहिए हो तो कोई चारा है नहीं इन्होंने बैलेंस करने का जो तीन फोर्स हो फिर अपना सोचना पैंदा है फिर लैमेज थ्योरम लगाने आप जो तीन फोर्स ਨੂੰ बैलेंस करना हो तो इतने तो अपने को दो फोर्स सीखे तो दोनों एक लीनियर ਉਹਦੇ ਉੱਪਰ ਹੀ ਰੱਖੇ ਆਪਾਂ सो आ इस तरह ਦੇ क्वेश्चन भी ਆਪਾਂ ਨੂੰ ਪਤਾ ਹੋਣੇ ਚਾਹੀਦੇ ਤੇ ਤੁਸੀਂ ਸਾਰਿਆਂ ਨੇ ਐਸਐਲ ਅਰੋੜਾ ਜੇ ਲੈ ਲਈ ਹੈ ਤੇ ਐਸਐਲ ਅਰੋੜਾ ਦੀ ਐਕਸਰਸਾਈਜ਼ ਜਿਹੜੀ ਹੈ ਨਾ ਉਹ ਵੀ ਤੁਸੀਂ ਸੋਲਵ ਕਰਨੀ ਹੈ ਨਾਲ ਦੇ ਨਾਲ ਉਹ ਮੈਂ ਤੁਹਾਨੂੰ ਦਊਂਗਾ ਹੁਣੀ ਚਾਹੇ ਮੈਂ ਨਾ ਪੀਡੀਐਫ ਭੇਜ ਦਿੰਦਾ ਨੂਮੈਰੀਕਲਸ ਦੀ ਕਿਉਂਕਿ ਤੁਹਾਡੇ ਵੇਖਿਆ ਨਾਲ ਕਈ ਬੱਚਿਆਂ ਕੋਲ ਪ੍ਰੋਬਲਮ ਆ ਰਹੀ ਸੀ ਬੱਚਿਆਂ ਕੋਲ ਬੁੱਕ ਨਹੀਂ ਮਿਲ ਰਹੀ ਬੱਚਿਆਂ ਨੂੰ ਤਾਂ ਮੈਂ ਉਹ ਤੁਹਾਨੂੰ ਭੇਜ ਦੂੰਗਾ ਪੀਡੀਐਫ ਹਾਂਜੀ ਗੁਰਾਂਸ਼ बुक्स ਦੇ ਪੁੱਛਣਾ ਸੀ ਬੁక్స్ ਕਿਹੜੀਆਂ ਲੈਣੀਆਂ ਐਸਐਲ ਅਰੋੜਾ ਲੈ ਲਓ ਇੱਕ ਤਾਂ ਤੁਸੀਂ ਹਾਂਜੀ ਕੋਈ ਹੈਗੀ ਹੈ ਹਨਾ ਹਾਂਜੀ ਹੋਰ ਬੁੱਕ ਦੀ ਕੋਈ ਲੋੜ ਨਹੀਂ ਹੈ ਇਸ ਤੋਂ ਇਲਾਵਾ ਬਾਕੀ ਤਾਂ ਆਪਾਂ ਇਹ ਤੋਂ ਜਿਹੜੀ ਤੁਹਾਨੂੰ ਪ੍ਰੈਕਟਿਸ ਸ਼ੀਟਸ ਵਗੈਰਾ ਆ ਉਹ ਦਵਾਂਗੇ ਉਹੀ ਕਰ ਲਿਓ ਬਸ ਓਕੇ ਸਰ ਠੀਕ ਹੈ ਐਸਐਲ ਅਰੋੜਾ ਨੂੰ ਚੰਗੀ ਤਰ੍ਹਾਂ ਕਰਨਾ ਪਰ ਠੀਕ ਹੈ ਸਰ ਹੁਣ ਦੇਖੋ ਬੜੀ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਇਹ ਗੱਲ ਤੋਂ ਆਪਾਂ ਬਾਰ-ਬਾਰ ਵਰਤਦੇ ਆ
बार बार कई जगह ਤੇ यूज करते हैं ਉਹ ਕੀ ਹੈ ਤੁਸੀਂ ਦੋ ਚੀਜ਼ਾਂ ਪੜ੍ਹ ਲਈ ਤੁਸੀਂ ਇੱਕ ਤਾਂ ਚੀਜ਼ ਪੜ੍ਹ ਲਈ ਵੀ ਦੋ ਚਾਰਜ ਅਗਰ ਹੁੰਦੇ ਨੇ ਕੋਈ ਵੀ Q1 ਤੇ Q2 ਤੇ ਤੁਸੀਂ ਕਿਹਾ ਵੀ ਇਹਨਾਂ ਵਿੱਚ ਡਿਸਟੈਂਸ ਜੇ r ਹੋਵੇ ਤਾਂ ਇਹਨਾਂ ਵਿੱਚ ਫੋਰਸ ਲੱਗਦਾ ਆ ਉਹ ਹੁੰਦਾ ਹੈ k Q1 Q2 by r square ਦੇ k ਦੀ ਵੈਲਿਊ ਤੁਹਾਨੂੰ ਪਤਾ ਹੀ ਹੈ ਇਨ ਜਨਰਲ ਆਪਾਂ ਇਹ ਕੰਮ ਕੀਤਾ ਦੂਜਾ ਤੁਸੀਂ ਪੜ੍ਹੀ ਹੈ ਇਲੈਕਟ੍ਰਿਕ ਫੀਲਡ ਤੁਸੀਂ ਇਹ ਪੜ੍ਹਿਆ ਕਿ ਜੇ ਕੋਈ ਇੱਕ ਚਾਰਜ ਹੋਵੇ Q1 ਉਹਦੇ ਕਰਕੇ ਕਿਸੇ ਵੀ ਪੁਆਇੰਟ P ਤੇ ਜਿਹੜਾ ਪੁਆਇੰਟ P ਇਸ ਤੋਂ r ਡਿਸਟੈਂਸ ਤੇ ਹੋਵੇ ਉਹਦੇ ਇਲੈਕਟ੍ਰਿਕ ਫੀਲਡ ਕਿੰਨਾ ਹੁੰਦਾ ਆ ਹੁੰਦਾ ਹੈ k ਜਿਹੜਾ ਸੋਰਸ ਚਾਰਜ ਹੈ Q1 ਡਿਵਾਈਡਡ ਬਾਈ r ਸਕੁਅਰ ਆ ਕੀਤਾ ਤੁਸੀਂ ਤੇ ਇਲੈਕਟ੍ਰਿਕ ਫੀਲਡ ਨੂੰ ਤੁਸੀਂ ਕਿਸੇ ਪੁਆਇੰਟ ਤੇ ਡਿਫਾਈਨ ਕੀਤਾ ਹੈ ਉੱਥੇ electric field at a point is defined as the force experienced by a unit positive charge placed at that point ਹੁਣ ਤੁਸੀਂ ਸੋਚ ਕੇ ਦੇਖੋ ਯੂਨਿਟਰੀ ਮੈਥਡ ਲਗਾ ਕੇ ਦੇਖੋ ਕਿ ਜੇ ਕਿਸੇ ਪੁਆਇੰਟ P ਦੇ ਉੱਪਰ ਇਲੈਕਟ੍ਰਿਕ ਫੀਲਡ ਦੀ ਵੈਲਿਊ E ਹੈ ਮੰਨ ਲਓ ਇਸ ਡਾਇਰੈਕਸ਼ਨ ਚ ਇਸ ਤਰ੍ਹਾਂ ਆ ਇਲੈਕਟ੍ਰਿਕ ਫੀਲਡ ਦੀ ਵੈਲਿਊ E ਹੈ ਤਾਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕਿ ਜੇ ਮੈਂ ਇੱਥੇ ਯੂਨਿਟ ਚਾਰਜ ਰੱਖ ਦਵਾਂ ਤਾਂ ਉਹਨੂੰ ਇੰਨਾ ਹੀ ਫੋਰਸ ਲੱਗੂਗਾ ਜਿੰਨਾ E ਹੈ ਕਿਉਂਕਿ E ਆਇਆ ਹੀ ਇਸ ਤਰ੍ਹਾਂ ਹੈ ਨਾ electric field is the force experienced by a unit positive charge so je unit positive charge de upar p point te force lagda hai inna ta je us jagah te main koi baharon charge liya ke q rakh dava is jagah te ta us de par force kinna lagega dekho acha ek minute mein Daljit sir da phone aa raha hai main attend kar luu haan ji सो मैं ये देखो हेलो मेरी आवाज आ रही है ना सारे ਨੂੰ ਹਾਂਜੀ ਦੇਖੋ ਇਹ ਕੀ ਹੈ ਕਿ ਇਲੈਕਟ੍ਰਿਕ ਫੀਲਡ ਹੁੰਦਾ ਕੀ ਹੈ ਇਲੈਕਟ੍ਰਿਕ ਫੀਲਡ ਹੁੰਦਾ ਹੈ ਕਿ ਕਿਸੇ ਵੀ ਪੁਆਇੰਟ ਦੀ ਪ੍ਰਾਪਰਟੀ ਹੈ ਉਹ ਵੀ ਉਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਹੈ ਕਿਹਦੇ ਕਰਕੇ ਆ ਮੈਨੂੰ ਲੈਣਾ ਦੇਣਾ ਨਹੀਂ ਹੈਗਾ ਸੋਰਸ ਚਾਰਜ ਮੈਨੂੰ ਦਿਖ ਰਿਹਾ ਕਿ ਨਹੀਂ ਦਿਖ ਰਿਹਾ ਮੈਨੂੰ ਲੈਣਾ ਦੇਣਾ ਨਹੀਂ ਹੈਗਾ ਮੈਂ ਤਾਂ ਜਸਟ ਇਹ ਗੱਲ ਕਰ ਰਿਹਾ ਵੀ ਕਿਸੇ ਇੱਕ ਪੁਆਇੰਟ ਦੀ ਪ੍ਰਾਪਰਟੀ ਇਸ ਪੁਆਇੰਟ ਤੇ ਇੰਨਾ ਇਲੈਕਟ੍ਰਿਕ ਫੀਲਡ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਇਸ ਪੁਆਇੰਟ ਤੇ ਇੰਨਾ ਗ੍ਰੈਵਿਟੇਸ਼ਨਲ ਫੀਲਡ ਹੈ ਹੁਣ ਜਿੱਥੇ ਗ੍ਰੈਵਿਟੇਸ਼ਨਲ ਫੀਲਡ ਹੋਏਗਾ ਜੇ ਉੱਥੇ ਤੁਹਾਨੂੰ ਮੈਂ ਰੱਖ ਦਵਾਂ ਲਿਆ ਕੇ ਬਿਠਾ ਦਵਾਂ ਤਾਂ ਤੁਸੀਂ ਕਿੱਧਰ ਨੂੰ ਭੱਜੋਗੇ ਤੁਸੀਂ ਗ੍ਰੈਵਿਟੇਸ਼ਨਲ ਫੀਲਡ ਵਾਲੇ ਪਾਸੇ ਨੂੰ ਭੱਜੋਗੇ ਕਿਉਂਕਿ ਤੁਹਾਨੂੰ ਉਹ ਖਿੱਚ ਰਿਹਾ ਹੋਏਗਾ ਆਪਣੇ ਵਾਲੇ ਪਾਸੇ ਨੂੰ ਹਨਾ ਬਿਲਕੁਲ ਇਸ ਤਰ੍ਹਾਂ ਇਲੈਕਟ੍ਰਿਕ ਫੀਲਡ ਦੇ ਵਿੱਚ ਵੀ ਸੋਚੋ ਕਿ ਇਲੈਕਟ੍ਰਿਕ ਫੀਲਡ ਕੀ ਹੈ ਇਲੈਕਟ੍ਰਿਕ ਫੀਲਡ ਹੈਗਾ ਦਾ ਫੋਰਸ ਐਕਸਪੀਰੀਐਂਸਡ ਬਾਈ ਅ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਯਾਨੀ ਕਿ ਤੇ ਇਲੈਕਟ੍ਰਿਕ ਫੀਲਡ ਕੀ ਹੈ ਇੱਕ ਪੁਆਇੰਟ ਤੇ ਡਿਫਾਈਨ ਹੁੰਦਾ ਹੈ ਇਲੈਕਟ੍ਰਿਕ ਫੀਲਡ ਇਜ਼ ਡਿਫਾਈਨਡ ਐਟ ਅ ਪੁਆਇੰਟ ठीक है it is an electric field at a point is defined as the force experienced by a unit positive test charge placed at that point so मैं वही कह रहा कि जे इस पॉइंट ते p पॉइंट ते इलेक्ट्रिक फील्ड E है हुन ये इलेक्ट्रिक फील्ड E किने करके मैंने नहीं पता इधर सोर्स किथे है इदा मैंने नहीं पता किथे है मैं कह रहा आ पॉइंट P ते इलेक्ट्रिक फील्ड इतना है बस तो इस पॉइंट ते जे मैं कोई चार्ज Q रखूंगा तो ओनू फोर्स कितना लगेगा QE ਆ ਆਪਣਾ ਇਹਨਾਂ ਦੋਨੋਂ ਐਕਸਪ੍ਰੈਸ਼ਨਸ ਦੇ ਵਿੱਚ ਰਿਜ਼ਲਟ ਹੈ ਕਿ ਜਿਹੜਾ ਫੋਰਸ ਹੁੰਦਾ ਹੈ ਇਲੈਕਟ੍ਰੋਸਟੈਟਿਕ ਫੋਰਸ ਉਹ ਜਿਹੜੇ ਚਾਰਜ ਤੇ ਲੱਗਣਾ ਹੈ ਉਸ ਚਾਰਜ ਇਨਟੂ ਉਸ ਜਗ੍ਹਾ ਤੇ ਜਿੰਨਾ ਇਲੈਕਟ੍ਰਿਕ ਫੀਲਡ ਹੈ ਮਤਲਬ ਆ ਚਾਰਜ ਜਿੱਥੇ ਪਿਆ ਉਸ ਚਾਰਜ ਉਸ ਪੁਆਇੰਟ ਤੇ ਜਿੰਨਾ ਇਲੈਕਟ੍ਰਿਕ ਫੀਲਡ ਹੈ ਇਨਟੂ ਦਿਸ ਚਾਰਜ ਆ ਐਕਸਪ੍ਰੈਸ਼ਨ ਇਹਨਾਂ ਦੋਨਾਂ ਨੂੰ ਰਿਲੇਟ ਕਰਦਾ ਹੈ ਕੂਲਮਸ ਫੋਰਸ ਨੂੰ ਤੇ ਇਲੈਕਟ੍ਰੋਸਟੈਟਿਕ ਫੀਲਡ ਨੂੰ ਰਿਲੇਟ ਕਰਨ ਵਾਲਾ ਇਹ ਐਕਸਪ੍ਰੈਸ਼ਨ ਬੜਾ ਇੰਪੋਰਟੈਂਟ ਹੈ ਜਿਹੜਾ ਅਸੀਂ ਯੂਜ਼ ਕਰਦੇ ਹਾਂ ਦੱਸੋ ਗੱਲ ਕਲੀਅਰ ਹੋ ਰਹੀ ਹੈ ਜਿਵੇਂ ਕਿ ਮੰਨ ਲਓ ਮੈਨੂੰ ਇਹ ਕਹਿ ਰਿਹਾ ਕੋਈ ਕਿ ਆ ਚਾਰਜ Q ਹੈ ਇਸ ਜਗ੍ਹਾ ਤੇ ਚਾਰਜ Q ਹੈ ਤੇ ਆ ਚਾਰਜ ਵੀ Q ਹੈ ਇੱਕ ਹੋਰ Q ਡੈਸ਼ ਆ Q ਡਬਲ ਡੈਸ਼ ਇਹਨਾਂ ਤਿੰਨਾਂ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਪਤਾ ਕਰ ਲਿਆ ਮੈਂ ਇਸ ਜਗ੍ਹਾ ਤੇ ਇਸ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰ ਲਿਆ ਤੁਹਾਨੂੰ ਪਤਾ ਕਿਵੇਂ ਪਤਾ ਕੀਤਾ ਹੋਊਗਾ ਇਹਦਾ ਕਰਕੇ ਪਹਿਲਾਂ ਮੈਂ ਇੱਧਰ ਪਤਾ ਕੀਤਾ ਹੋਊਗਾ ਹਨਾ ਫਿਰ ਇਹਦੇ ਕਰਕੇ ਪਤਾ ਕੀਤਾ ਹੋਊਗਾ ਫਿਰ ਇਹਦੇ ਕਰਕੇ ਪਤਾ ਕੀਤਾ ਹੋਊਗਾ ਹਨਾ ਤੇ ਫਿਰ ਸਾਰਿਆਂ ਨੂੰ ਮੈਂ ਐਡ ਕੀਤਾ ਹੋਊਗਾ ਵੈਕਟੋਰੀਅਲੀ ਕਰਾ ਕੇ ਮੰਨ ਲਓ ਇਲੈਕਟ੍ਰਿਕ ਫੀਲਡ ਆ ਗਿਆ ਕੁਝ ਹੁਣ ਮੈਂ ਦੱਸਦਾ ਕੀ ਆ ਗਿਆ ਮੰਨ ਲਓ ਇਹਨਾਂ ਤਿੰਨਾਂ ਪੁਆਇੰਟ ਚਾਰਜ ਦੇ ਕਰਕੇ ਇਲੈਕਟ੍ਰਿਕ ਫੀਲਡ ਆ ਗਿਆ ਉਸ ਤੋਂ ਬਾਅਦ ਮੈਂ ਕੀ ਕਰ ਰਿਹਾ ਮੈਂ ਤੁਹਾਨੂੰ ਆਹ ਵਾਲੇ ਜਿਹੜੇ ਚਾਰजेस ਨੇ ਮੈਂ ਲੁਕੋ ਲਏ ਤੁਹਾਨੂੰ ਦਿਖਾ ਹੀ ਨਹੀਂ ਰਿਹਾ ਮੈਂ ਇਹ ਲੁਕੋ ਲਏ ਮੈਂ ਨਹੀਂ ਦਿਖਾ ਰਿਹਾ ਕਿੱਥੇ ਕੀ ਸੀਗਾ ਠੀਕ ਹੈ ਇਹ ਭੁੱਲ ਜਾਓ ਪਰ ਇਹ ਹੈਗੇ ਨੇ ਇੱਥੇ ਹੀ ਪਰ ਮੈਂ ਤੁਹਾਨੂੰ ਦਿਖਾ ਨਹੀਂ ਰਿਹਾ ਤੁਹਾਨੂੰ ਦਿਖ ਹੀ ਨਹੀਂ ਰਿਹਾ ਤੁਹਾਨੂੰ ਸਿਰਫ ਇਹ ਦਿਖ ਰਿਹਾ ਵੀ ਆਹ ਪੁਆਇੰਟ P ਹੈ
इथे इलैक्ट्रिक फील्ड ई इन्ना है बस, किदे करके इलैक्ट्रिक फील्ड है तुसी टेंशन नहीं लेनी, इन्ना है। मैं तुहानू बस ये कह रहा कि जे मैं इस पॉइंट पी की जगह ते इस जगह ते कोई चार्ज क्यू रख दवा, मान लो 2 कूलम चार्ज रखता था, उसे फोर्स कितना आएगा Q इंटू ई, तो आ होएगा फोर्स Q इंटू ई। आ गल क्लियर हुई सारे दसो भाई? हाँ जी ठीक है। सो आ अपना जिहड़ा फोर्स दा फार्मूला आ गया उस चार्ज Q दे उपर। हुण तुसीं जिहड़े दो चार्जेस विच फोर्स देखदे हो ना, उन्होंने भी थोड़ा इस एंगल तो सोच के देखो। जिवें कि दो चार्ज ने मान लो Q1 एंड Q2, इत्थे Q1 Q2 ते Q1 दे विच ना तुसीं ऐ सोचो ये r डिस्टेंस है ते तुहानू पता है कि फोर्स ऑन Q2 ड्यू टू Q1 कितना लगेगा। मैं ये कह रहा तुसीं Q2 नू इथों हटा दो, फिलहाल सोचो, इहनू हटा के सोचो, ये है ही नहीं। मैं कह रहा पॉइंट दे ऊपर Q1 दे करके इलैक्ट्रिक फील्ड कितना है ये सोचो बस। इस पॉइंट के ऊपर Q1 दे करके इलेक्ट्रिक फील्ड किधर नु होएगा, इधर नु होएगा कि नहीं? Yes, sir. ते वो इलेक्ट्रिक फील्ड कितना होएगा, मैग्नीट्यूड देख लो कितना, K F.1. Q1 ओवर R स्क्वायर आई होएगा ना। Yes, sir. तो हुण मैं ये कह रहा कि जे मैं हुण Q2 चार्ज नु ले आके इथे रखदा वां इस जगह ते, Q2 चार्ज नु ले आके, यानी Q2 चार्ज नु मैं Q1 दे फील्ड विच रख रहा वां, तो Q2 चार्ज दे ऊपर लगने वाला फोर्स कितना होएगा, फोर्स ऑन Q2 ड्यू टू Q1 होएगा Q2 मल्टीप्लाइड बाय उस पॉइंट ते कितना इलेक्ट्रिक फील्ड है। तो जो मैं Q2 नु मल्टीप्लाई करूंगा उस जगह ते जितना इलेक्ट्रिक फील्ड है उहदे नाल, ता फार्मूला केड़ा बनया दसो? ये वही नहीं बन गया कूलम्स ला। Coulomb law. ते जे मैं यही गल इधर सोचा कि मैं Q1 नु हटा दवा इथों, सिर्फ Q2 हैगा मान लो, इस पॉइंट दे ऊपर मैं Q2 दे करके इलेक्ट्रिक फील्ड पता करना था, वो किधर नु होएगा, देखो इधर नु होएगा, है ना? Yes, sir. होएगा K सोर्स Q2 डिवाइड बाय R स्क्वायर। 1 square. हुण मैं सोच रहा मैं जे इस जगह ते लिया के चार्ज Q1 रखदा हां, तो उत्ते फोर्स ऑन Q1 ड्यू टू Q2 वो कितना आएगा, Q1 जिना चार्ज इनटू जिना इथे इलेक्ट्रिक फील्ड, Electric field. वो इलेक्ट्रिक फील्ड कितना है, K Q2 बाय R स्क्वायर, आ कितना आ गया फिर K Q1 Q2 upon R square. F1। सो हुण तुसीं सोच के देख सकते हो कि ये फोर्सेस जिहड़े ने ये किवें लगदे ने। कहने का मतलब है कि असल विच Q1 चार्ज ते Q2 करके फोर्स इसलिए लग रहा क्योंकि Q1 चार्ज Q2 दे फील्ड विच पिया होया, ते Q1 चार्ज ते कितना फोर्स लगेगा ये मैनूं ऐ पता लगेगा भी जिथे उहनूं रखिया उत्थे Q2 दे करके फील्ड कितना सी, उसनूं Q1 दे नाल गुणा कर दो, क्योंकि Q2 दे करके उत्थे जिन्ना फील्ड सी ਉਹਨੂੰ ਆਪਾਂ डिफाइन कर चुके हैं, दैट इज द फोर्स एक्सपीरियंस्ड बाय यूनिट पॉजिटिव चार्ज प्लेस्ड एट दैट पॉइंट। एंड अगर यूनिट पॉजिटिव चार्ज करके फोर्स लगता है E, तो Q1 चार्ज ਨੂੰ कितना फोर्स लगेगा, Q1 into E। दसो भाई गल सारी किसी ਨੂੰ ना क्लियर होए तो डिस्कस कर लो, ये गल्लां छड्डणियां नहीं है इस तरह ही अनडिस्कस्ड। अमनदीप कौर, योगेश कुमार, समय लगी गल? हाँ जी सर। तो मैं थोड़ा असल में थोड़ा कि मैं पीछे वापस लेके जा रहा कि तुसी फोर्स ਨੂੰ ਤੇ ਇਲੈਕਟ੍ਰਿਕ ਫੀਲਡ ਨੂੰ ਚੰਗੀ ਤਰ੍ਹਾਂ ਸਮਝੋ ਕਿ ਇਲੈਕਟ੍ਰਿਕ ਫੀਲਡ ਬੇਸਿਕਲੀ ਕੀ ਹੈ ਉਹ, ਤੇ ਉਹ ਜਿਹੜਾ ਫੋਰਸ ਹੈ ਉਹ ਬੇਸਿਕਲੀ ਕੀ ਹੈ, ਬੜੀ ਇੰਪੋਰਟੈਂਟ ਚੀਜ਼ ਹੈ। ਤੇ ਤੁਸੀਂ ਸਿਰਫ ਇਲੈਕਟ੍ਰਿਕ ਫੀਲਡ ਤੇ ਕਨਸੈਂਟਰੇਟ ਕਰੋ। ਹੁਣ ਫੋਰਸਿਸ ਦਾ ਤੁਹਾਨੂੰ ਪਤਾ ਆ ਹੀ ਜਾਣਗੇ, ਜੇ ਕਿਸੇ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਪਤਾ ਲੱਗ ਗਿਆ ਤਾਂ ਉੱਥੇ ਜਿਹੜਾ ਚਾਰਜ ਰੱਖਿਆ ਚਾਰਜ ਇਨਟੂ ਇਲੈਕਟ੍ਰਿਕ ਫੀਲਡ ਹੋ ਜਾਏਗਾ। ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਜੇ ਮੰਨ ਲਓ ਇਹਨੂੰ ਵੈਕਟਰ ਫਾਰਮ ਚ ਲਿਖਣਾ ਚਾਹੀਏ, ਐਕਸਪ੍ਰੈਸ਼ਨ ਨੂੰ ਵੈਕਟਰ ਫਾਰਮ ਚ ਕਿਵੇਂ ਲਿਖਦੇ ਆ ਆਪਾਂ, ਵੀ ਫੋਰਸ ਜਿਹੜਾ ਕਿਸੇ ਵੀ ਚਾਰਜ ਨੂੰ ਲੱਗਣਾ ਹੈ ਉਹ ਇਜ਼ ਇਕੁਅਲ ਟੂ ਹੋਏਗਾ ਚਾਰਜ ਇਨਟੂ ਇਲੈਕਟ੍ਰਿਕ ਫੀਲਡ। ਇਹ ਹੈ ਵੈਕਟਰ ਫਾਰਮ ਦੇ ਵਿੱਚ ਰਿਜ਼ਲਟ।
ਹੁਣ ਜੇ ਮੰਨ ਲਓ ਇਸ ਜਗ੍ਹਾ ਤੇ ਇਲੈਕਟ੍ਰਿਕ ਫੀਲਡ ਇਧਰ ਨੂੰ ਹੈ E ਤੇ ਮੰਨ ਲਓ ਤੁਸੀਂ ਇੱਥੇ ਆ ਕੇ ਚਾਰਜ ਰੱਖਿਆ ਪੋਜ਼ਿਟਿਵ, ਆ ਜਿਹੜਾ ਚਾਰਜ Q ਹੈ ਇਹ ਪੋਜ਼ਿਟਿਵ ਚਾਰਜ ਰੱਖਤਾ, ਮੰਨ ਲਓ +2 ਕੂਲਮ ਰੱਖਤਾ, ਤਾਂ ਇੱਥੇ ਫੋਰਸ ਕਿੰਨਾ ਲੱਗੇਗਾ, फोर्स लगेगा Q इंटू E, वो सेम डायरेक्शन च लगेगा। या फिर समझ लो कि जे आ Q पॉजिटिव है, Q पॉजिटिव होया तुहाडा तां जेहड़ा फोर्स दी ते इलैक्ट्रिक फील्ड दी डायरेक्शन सेम होएगी ना, फोर्स विल एक्ट इन सेम डायरेक्शन एज इलैक्ट्रिक। पर अगर तुहाडा Q नेगेटिव होया या तुसीं समझ लो इहनूं -Q लिख लो, तो तुहाडा फोर्स की होएगा -QE होएगा ना। तो माइनस साइन तो वैक्टर को तुसीं समझदे हो ना, A वैक्टर अगर इक्वल टू -2B वैक्टर का की हुंदा, मतलब कि A वैक्टर ते B वैक्टर ऑपोजिट हुंदे ना। फिर दैन इहदा मतलब फोर्स है, फोर्स विल एक्ट इन अ डायरेक्शन opposite टू इलैक्ट्रिक फील्ड। एक गल क्लीयर हुई? देखो सब कोई प्रॉब्लम आता पूछो ये कुछ। चलो सर हाँ जी सर ਜਿਹੜੀ ਮਤਲਬ ਇਲੈਕਟ੍ਰਿਕ ਫੀਲਡ ਹੈ ਇਹ ਟੈਸਟ ਚਾਰਜ ਇੰਡੀਪੈਂਡੈਂਟ ਹੋ ਸਕਦੀ ਹੈ? टेस्ट चार्ज तो ਹੁੰਦਾ ही यूनिट पॉजिटिव है, ਤਾਂ ਟੈਸਟ ਚਾਰਜ ਤੇ ਡਿਪੈਂਡੈਂਟ ਕਿਵੇਂ ਹੋ ਸਕਦੀ ਹੈ? ਉਹਦੇ ਲਈ ਟੈਸਟ ਚਾਰਜ ਰੱਖਿਆ, ਪਰ ਟੈਸਟ ਚਾਰਜ ਨਾਲ ਡਿਵਾਈਡ ਵੀ ਕਰਤਾ ਬਾਅਦ ਫੋਰਸ ਨੂੰ, ਤਾਂ ਟੈਸਟ ਚਾਰਜ ਕਿੰਨਾ ਹੈ? ਪਹਿਲੀ ਗੱਲ ਤਾਂ ਟੈਸਟ ਚਾਰਜ ਆਪਣੇ ਆਪ ਚ ਬਹੁਤ ਛੋਟਾ ਚਾਰਜ ਲਿਆ, ਉਹਦੇ ਨਾਲ ਡਿਵਾਈਡ ਕਰਤਾ, ਮੁੜ ਕੇ ਤੇ ਉਹ ਨਹੀਂ ਆ ਗਿਆ ਨਾ। ਸਰ ਫਿਰ ਤਾਂ ਸਿਰਫ ਆਪਾਂ ਇਲੈਕਟ੍ਰਿਕ ਫੀਲਡ ਨੂੰ K into ਸੋਰਸ ਚਾਰਜ upon r square ਵੀ ਲਿਖ ਸਕਦੇ ਆ। ਉਹੀ ਤਾਂ ਲਿਖਦੇ ਆ, ਹੋਰ ਕਰਦੇ ਕੀ ਹੈ? इसीलिए तो लिखते हैं इलेक्ट्रिक फील्ड सिर्फ सोर्स चार्ज पे डिपेंड करता है, K इंटू सोर्स चार्ज डिवाइडेड बाय आर स्क्वायर, बस। ठीक है ना? हाँ जी सर। तो इलेक्ट्रिक फील्ड के यूनिट्स की होंगे? न्यूटन पर कूलम। हाँ, न्यूटन पर कूलम, क्योंकि फोर्स बाय चार्ज होता है, बेसिकली फोर्स पर यूनिट चार्ज का न्यूटन पर कूलम से, इसलिए इलेक्ट्रिक फील्ड के यूनिट्स जिहड़े होंदे ने ओने न्यूटन पर कूलम, बस। देखो जो यही चीज आप करिए किसी आर्क दे लिए, इलैक्ट्रिक फील्ड एट एक्सिस ऑफ एन चार्ज्ड आर्क, मतलब पूरी रिंग नहीं है, हम आर्क जी है जिवें इस तरह है। जे पूरी रिंग ਲਈ ਤਾਂ ਤੁਸੀਂ ਕਰ ਹੀ ਚੁੱਕੇ ਹੋ ਐਕਸਲ ਪੋਜੀਸ਼ਨ ਤੇ ਵੀ ਤੇ ਉਹਦੇ ਸੈਂਟਰ ਤੇ ਵੀ, ਹਨਾ? ਤੇ ਇਹਦੀ ਐਕਸਿਸ ਦੇ ਉੱਪਰ ਕੈਮਰਾ ਆ ਇਸ ਤਰ੍ਹਾਂ ਦੀ ਰਿੰਗ ਹੈ, ਸੌਰੀ ਆਰਕ ਹੈ ਇਸ ਤਰ੍ਹਾਂ, ਤੇ ਰਿੰਗ ਇਹ ਜਿਹੜੀ ਆਰਕ ਹੈ ਇਹ ਚਾਰਜ ਹੈ। ਤੇ ਇਹਦਾ ਮੰਨ ਲਓ ਸੈਂਟਰ ਹੈ ਇੱਥੇ, ਕੋਈ ਨਾ ਕੋਈ ਸੈਂਟਰ ਤਾਂ ਹੋਏਗਾ ਹੀ इस जगह ते, तो ਇਹਦਾ रेडियस r है, मान लो जिवें ਆਪਾਂ ਉਹਦਾ r ਬਣਿਆ ਸੀ, ਤੇ ਇਹਦਾ ਜਿਹੜਾ एंगल है मान लो जे ਇਹਦੇ ਸੈਂਟਰ ਤੋਂ ਆਪਾਂ ਇਹਨੂੰ ਅਟੈਚ ਕਰੀਏ ਇਸ ਤਰ੍ਹਾਂ ਸਿਮੈਟ੍ਰਿਕ पूरी आर्क ਨੂੰ ਲਈਏ ਇਸ तरह, ਤਾਂ ਇਹਦਾ मान लो इस पासे एंगल बनता है थीटा ਤੇ इस पासे भी थीटा, हाफ एंगल ਆਪਾਂ ਸ਼ੋ करते, वैसे पूरा एंगल 2 थीटा मान लो, ठीक है? ਤੇ ਇਹਦੀ लीनियर चार्ज डेंसिटी मान लो लैम्डा है, लीनियर चार्ज डेंसिटी जरूरी है ना कि लीनियर चार्ज डेंसिटी लैम्डा है, ਇਹਦੇ ਕਰਕੇ ਇਹਦੀ ਸੈਂਟਰ ਤੇ ਇੱਥੇ ਇਲੈਕਟ੍ਰਿਕ ਫੀਲਡ ਪੁੱਛਿਆ ਉਹਨਾਂ ਨੇ। ਸੋ ਕੋਈ ਅਗਰ ਇਸ ਤਰ੍ਹਾਂ ਦੀ ਆਰਕ ਹੋਵੇ ਜਿਹੜੀ ਕਿ ਸੈਂਟਰ ਤੇ 2 ਥੀਟਾ ਐਂਗਲ ਸਬਟੈਂਡ ਕਰੇ, r ਰੇਡੀਅਸ ਹੋਵੇ, ਲੀਨੀਅਰ ਚਾਰਜ ਡੈਂਸਿਟੀ ਉਹਦੀ ਲੈਮਡਾ ਹੋਵੇ, ਤਾਂ ਇਹਦੇ ਸੈਂਟਰ ਤੇ ਇਲੈਕਟ੍ਰਿਕ ਫੀਲਡ ਕਿੱਧਰ ਨੂੰ ਹੋਏਗਾ ਇਹ ਆਪਾਂ ਇਮੇਜਿਨ ਕਰਕੇ ਦੇਖੋ ਕਿ ਸੋਚੋ ਕਿਵੇਂ ਆਏਗਾ। ਜੇ पूरी रिंग होंगी, देखो पूरी रिंग होंगी, देखो
पूरी रिंग हुंदी ना तो इधर पॉजिटिव इधर पॉजिटिव इधर पॉजिटिव सारे पासे पॉजिटिव होना सी तो इस सेंटर ते इलेक्ट्रिक फील्ड पक्का 0 ही आंदा। क्यों आंदा 0? क्योंकि आप देखिए ना कि ऊपर वाला इलेक्ट्रिक फील्ड जिहड़ा उपरले ए पोर्शन करके इलेक्ट्रिक फील्ड नीचे होना सी, नीचे करके ऊपर होना सी, इधर करके इधर होना सी, इधर करके इधर होना सी ते मुड़ मुड़ के इलेक्ट्रिक फील्ड सारे कैंसल कर जाते, इलेक्ट्रिक फील्ड 0 आंदा। पर हुण इत्थे तां आर्क है, जे इहदे करके इलेक्ट्रिक फील्ड नीचे नूं होया तां नीचे ऊपर कैंसल करने है ही नहीं कुछ, इत्थे तां कुछ है ही नहीं है ना। तो इत्थे इलेक्ट्रिक फील्ड कैलकुलेट करने लई ही सानूं सोचना पैना कि इलेक्ट्रिक फील्ड किहदे बराबर आएगा। देखो हुण इहदे लई फिर आपां नूं ही करना पैना जो आपां हुण तक कर रहे सी, इंटीग्रेशन वाले काम होएगा। इंटीग्रेशन लई आपां की करदे हां, देखो आपां इहदा एक छोटी जी लेंथ इमेजिन कर लैंदे हां, इत्थे इस जगह ते ले लैंदे कोई भी dl, छोटी जी इन्नी लेंथ dl, ते उस dl लेंथ की जगह ते चार्ज कितना आएगा dq, दैट इज इक्वल टू लैम्डा इनटू dl। ये तो तुहानूं कराई चुका। इस चार्ज दे करके इस जगह ते इलेक्ट्रिक फील्ड देखो कितना है, तुम सोच के देखो इलेक्ट्रिक फील्ड दे करके इधर नूं होएगा है ना de, ते जिहड़ा ये de होएगा ये किहदे बराबर होएगा, देखो dq दा तुहानूं पता ही है लैम्डा इनटू dl है, ते तुहाडा जिहड़ा आ होएगा de किहदे बराबर होएगा, ये होएगा k इनटू dq सोर्स है ना अपॉन r दा स्क्वायर ना, r रेडियस तो r ही रहेगा ना डिस्टेंस, k dq बाय r स्क्वायर। ठीक है, ते हुण इनू आपां किवें इंटीग्रेट करांगे पूरी रिंग दे उपर, इनू इंटीग्रेट करने लई बहुत ध्यान नाल सोचना पैना कि की करिए दा। सो इहदे लई देखो की करदे आं आपां, पहले गल तां इनू ऐ सोचदे आपां आ जिहड़ी dl लेंथ है थोड़ी मैं वड्डी बनावां तां ही तुहानूं समझा पाऊंगा। मान लो dl लेंथ है, इस पॉइंट तो इत्थे इहनूं जोड़ो, इस पॉइंट नूं भी जोड़ो, आ dl लेंथ दा इत्थे एंगल सबटेंड कोई एंगल थीटा की ना एंगल दी फॉर्म करांगे आपां। आ जिहड़ा एंगल है आ वाला एंगल, आप इस एंगल का नाम रख देने हैं डी अल्फा। मान लो आ वाला एंगल जिहड़ा है डी अल्फा, ते सेंटर तो जिहड़ा आ एंगल है आने इस पासे हैगा एंगल आ इहनूं कह देने आपां अल्फा। सो अल्फा यानी वध रहा समझो डी अल्फा, ਉਹਦਾ एक छोटा है पोर्शन है डी अल्फा। ते तुसीं देखो जे इहदा रेडियस r है आ dl है, एंगल डी अल्फा है, तो इन्हां च की रिलेशन होएगा, एंगल की हुंदा है एंगल डी अल्फा इज इक्वल टू आर्क अपॉन रेडियस। तो बेसिकली तुहाडा जिहड़ा dl होएगा वो इन टर्म्स ऑफ थीटा आ जाएगा r इनटू डी अल्फा। ठीक है, इनू तुसीं यूज कर सकते हो dl नूं इत्थे भी आपां, जिवें जिहड़ा तुहाडा फिर de होएगा k इनटू dq, dq की है लैम्डा dl अपॉन r स्क्वायर। सो k लैम्डा dl की जगह आ जाएगा r इनटू डी अल्फा अपॉन r स्क्वायर। सो de तुहाडा आ जाएगा k इनटू लैम्डा अपॉन r इनटू डी अल्फा। दिस इज द स्मॉल इलेक्ट्रिक फील्ड, दिस d। ਹੁਣ इंपॉर्टेंट गल की है कि जे मैं इनू इस तरह वर्टिकल को ऐ वधा लवां कि आ एंगल भी अल्फा होएगा, इस हिसाब नाल इस e दे दो होणगे ना कंपोनेंट, एक इधर होएगा de cos अल्फा, एक उधर होएगा de sin अल्फा। ਹੁਣ ਇਹਨੂੰ समझो बहुत ध्यान दे नाल, जे तुसी बिल्कुल इसी तरह दा इन्ने ही एंगल अल्फा ते कंपोनेंट इस पासे ले लो, इस पासे भी बिल्कुल इस तरह उन्ना ही वड्डा dl इमेजिन करो, तो एक ਇਹਦੇ करके de इधर भी आ जाएगा ना, फिर वो भी उन्ना ही होएगा, ਉਹਦੇ ਨਾਲ भी आ एंगल अल्फा है तो इधरला भी एंगल अल्फा ही मनोगे तुसी, आ भी अल्फा ही आएगा, तो ਇਹਦੇ करके फिर de cos अल्फा इधर आएगा, तो इधर आएगा de sin अल्फा। तो तुसी दसो सारे पोर्शन ਲਈ ਜੇ ਆਪਾਂ ਕੀਤਾ ਜਾਵੇ ਜਿਵੇਂ ਉੱਥੇ ਆਪਾਂ ਕਰ ਰਹੇ ਸੀ ਨਾ, ਇੱਕ ਕਿੱਧਰ ਲੈ ਲਿਆ ਆਪਣੇ ਕਿੱਧਰ ਵਰਟੀਕਲੀ ਆਪੋਜ਼ਿਟ ਲੈ ਲਿਆ, ਇੱਥੇ de sin थीटा ਤੇ de sin थीटा ਸਾਰੇ ਇੱਕ ਦੂਜੇ ਨਾਲ ਕੀ ਹੋਣਗੇ, ਕੈਂਸਲ।
ਐਡ ਕੌਣ ਹੋਣਗੇ ਬਾਰ-ਬਾਰ DE cos theta cos alpha है ना। ਤਾਂ ਆਪਾਂ DE cos alpha ਨੂੰ ਐਡ ਕਰਾਂਗੇ ਤਾਂ ਬੇਸਿਕਲੀ ਆਪਣਾ ਜਿਹੜਾ ਟੋਟਲ ਨੈਟ ਇਲੈਕਟ੍ਰਿਕ ਫੀਲਡ ਆਏਗਾ ਉਹ ਆਏਗਾ ਆਪਣਾ ਇੰਟੀਗਰਲ ਆਫ DE cos alpha ਜਿਵੇਂ ਮੈਂ ਪਿਛਲੇ ਕੁਐਸਚਨ ਚ ਕਰਾਇਆ था। ਤਾਂ ਜਦੋਂ ਇਹਨੂੰ ਕਰਵਾਓਗੇ ਤੁਸੀਂ ਇਹ ਆ ਜਾਏਗਾ k ਜਿਵੇਂ ਪਿੱਛੇ ਦੇਖੋ ਤੁਸੀਂ ਕੀ ਕੀਤਾ ਆਪਾਂ k lambda by r d alpha k lambda by r d alpha ਇਹ ਆਪਣਾ DE ਆ ਗਿਆ ਨਾਲ ਆ ਗਿਆ cos alpha ਤੇ ਆ ਗਿਆ ਇੰਟੀਗਰਲ। ਹੁਣ cos ਇਹਦੇ ਵਿੱਚ ਅੰਦਰ ਕੌਣ ਰਹੇਗਾ k ਆ ਜਾਏਗਾ ਅੰਦਰ lambda ਵੀ ਆ ਜਾਏਗਾ ਅੰਦਰ r ਵੀ ਆ ਜਾਏਗਾ ਬਾਹਰ ਸਾਰੇ ਇੰਟੀਗਰਲ ਦੇ ਇੱਥੇ ਕੌਣ ਰਹੇਗਾ ਕੱਲਾ cos alpha into d alpha ਤੇ cos alpha into d alpha ਜਿਹੜਾ ਇੰਟੀਗਰਲ ਹੋਏਗਾ ਇਹਦਾ alpha ਦੀ ਵੈਲਿਊ ਦੇਖੋ ਬਹੁਤ ਧਿਆਨ ਨਾਲ ਇੱਥੇ 0 ਇੱਥੇ alpha ਦੀ ਵੈਲਿਊ 0 ਇੱਥੇ ਆ ਸੈਂਟਰ ਤੇ ਇਧਰ ਨੂੰ ਆਪਾਂ ਐਂਗਲ alpha ਲਿਆ ਸੀ ਤੇ ਇਹ ਕਿੱਥੋਂ ਥੀਟਾ ਤੱਕ ਜਾਂਦਾ ਹੈ ਤੇ ਇਹ ਇਧਰੋਂ ਪਿੱਛੇ ਦੇਖੋ ਮਾਈਨਸ ਥੀਟਾ ਤੋਂ ਥੀਟਾ ਤੱਕ ਜਾਂਦਾ ਹੈ ਬੇਸਿਕਲੀ ਕਿਉਂਕਿ ਜੇ alpha 0 ਹੈ ਇੱਥੇ alpha ਦੀ ਵੈਲਿਊ ਮੰਨ ਲਓ ਥੀਟਾ ਆ ਤੇ ਇੱਥੇ alpha ਦੀ ਵੈਲਿਊ ਮਾਈਨਸ ਥੀਟਾ ਰਹੇਗੀ ਤਾਂ ਤੁਸੀਂ ਇਹਨੂੰ ਕਿਵੇਂ ਲਿਖੋਗੇ ਫਿਰ ਕਿ alpha ਦੀ ਵੈਲਿਊ माइनस थीटा तो लेके अल्फा की वैल्यू प्लस थीटा ये आ जाएगा k लैम्डा अपॉन r cos अल्फा का इंटीग्रल की हुंदा sin अल्फा हुंदा ठीक है। ये फॉर्मूले कराए हुए ने तुहानू ध्यान रखियो दोबारा लिख लो चाहे प्लस थीटा ये आ जाएगा k लैम्डा अपॉन r ये आ जाएगा sin ऑफ पहला आएगा ऊपर पॉजिटिव थीटा माइनस sin of minus theta ਤੇ sin of minus theta ਕੀ ਹੁੰਦਾ minus sin theta ਆ माइनस बाहर आ जाएगा प्लस हो जाएगा ये आ जाएगा 2 times k lambda upon r sin of theta this is the electric field at the axial point of the arc ਤੇ arc याद रखना arc ਦਾ एंगल टोटल कितना है दसो ਮੈਨੂੰ टोटल एंगल कितना है arc ਦਾ वाला पूरा एंगल कितना है 2 थीटा ਤਾਂ ਇੱਥੇ ਕੱਲਾ ਥੀਟਾ ਆਣਾ ਹੈ ਯਾਦ ਰੱਖਣਾ 2k lambda upon r ਇੱਥੇ ਕੱਲਾ ਥੀਟਾ ਆਣਾ ਇਹਨਾਂ ਦਾ ਐਂਗਲ ਦਾ ਅੱਧਾ ਆਣਾ ਹੈ ਕਹਿੰਦਾ ਭਾਵੇਂ ਇਹ ਕਿ ਜੇ ਮੰਨ ਲਓ ਤੁਹਾਡੇ ਕੋਈ ਆਰਕ ਹੈ ਇਸ ਤਰ੍ਹਾਂ ਦੀ ਤੇ ਉਹ ਕਿਸੇ ਆਪਣੇ ਸੈਂਟਰ ਦੇ ਉੱਪਰ ਮੰਨ ਲਓ 60 ਡਿਗਰੀ ਕਰ ਰਹੀ ਹੈ ਸਬਟੈਂਡ ਦਾ ਇਲੈਕਟ੍ਰਿਕ ਫੀਲਡ ਇੱਥੇ ਕਿੰਨਾ ਆਏਗਾ 2k lambda upon r sin of 30 डिग्री आएगा 60 नहीं है तो इलेक्ट्रिक फील्ड की वैल्यू बिल्कुल आ होएगी ना बिल्कुल ये तो रेडीली आउटवर्ड इधर देखो क्योंकि सारे मुड़ के जेडे ऐड हो रहे हैं अपने तो वही ने ना देखो आ DE cos थीटा cos अल्फा ऐड हो तो बेसिकली इधर नु ही आ जाएगा सारा इलेक्ट्रिक फील्ड जेड़ा आएगा सारे नु ऐड करके इधर नु ही आएगा जिन्हों आप ऐड करके कैलकुलेट सो बड़ा इंपॉर्टेंट है हुणे तुसी चीज़ां चंगी तरह कर लो इत्थे तक ये नोट्स लो प्रॉपरली पिछले लैक्चर्स के नोट्स भी कंप्लीट करो 2 तीजा लैक्चर आए तो वो सारे नोट्स जोड़े आ मैं थोड़े किसी ने भी PDF मंगा के देखूंगा 2-3 बच्चों की मैं देख चुका ठीक है। सो तो रेडी रहे थोड़ा को सारा कुछ तो प्रैक्टिस शीट के ऊपर आप डिस्कशन करांगे हुण अपना अगले लैक्चर थोड़ा जिहा तो फिर आप इहनूं काम नूं होर अगे वधावांगे। thank you sir